ਤੁਸੀਂ ਦੇਖ ਰਹੇ ਹੋ ਵਿਜ਼ਨ ਪੰਜਾਬ ਟੀਵੀ ਅਤੇ ਅਸੀਂ ਹਾਜ਼ਰ ਅੱਜ ਦਾ ਵਿਜ਼ਨ ਪ੍ਰਾਈਮ ਟਾਈਮ ਸ਼ੋਅ ਲੈ ਕੇ। ਔਰ ਜਿੱਥੇ ਤੁਸੀਂ ਇਸ ਪ੍ਰੋਗਰਾਮ ਨੂੰ ਆਪਣੇ ਟੀਵੀ ਸੈੱਟ ਉੱਪਰ ਦੇਖ ਰਹੇ ਹੋ, ਨਾਲ ਦੀ ਨਾਲ ਇਸ ਪ੍ਰੋਗਰਾਮ ਦਾ ਸਿੱਧਾ ਪ੍ਰਸਾਰਣ ਤੁਸੀਂ ਫੇਸਬੁੱਕ ਤੇ ਵੀ ਦੇਖ ਸਕਦੇ ਹੋ। ਅਗਰ ਕਿਸੇ ਕਿਸਮ ਦਾ ਸਵਾਲ ਜਾਂ ਸੁਝਾਅ ਜਾਂ ਤੁਹਾਡੇ ਕੋਲੇ ਕਿਸੇ ਕਿਸਮ ਦੀ ਜਾਣਕਾਰੀ ਹੈ, ਤੁਸੀਂ ਸਾਂਝੀ ਕਰਨੀ ਚਾਹੁੰਦੇ ਆ ਕਿ ਜਿਹੜੀ ਸਮਾਜ ਦੇ ਲਈ ਕੋਈ ਲਾਭਦਾਇਕ ਹੋਵੇ ਜਾਂ ਜਿਹਦੇ ਨਾਲ ਜਾਗਰੂਕਤਾ ਪੈਦਾ ਹੋ ਸਕੇ, ਨੰਬਰ ਥੱਲੇ ਫਲੈਸ਼ ਹੋ ਰਿਹਾ, ਉਹਦੇ ਉੱਪਰ ਤੁਸੀਂ ਕਾਲ ਕਰਕੇ ਸਿੱਧੀ ਗੱਲਬਾਤ ਕਰ ਸਕਦੇ ਹੋ, ਦੱਸ ਸਕਦੇ ਹੋ ਕਿ ਜੋ ਵੀ ਤੁਸੀਂ ਅਪਡੇਟ ਦੇਣੀ ਚਾਹੁੰਦੇ ਆ ਜਾਂ ਕੋਈ ਸੁਝਾਅ ਦੇਣਾ ਚਾਹੁੰਦੇ ਆ। ਵਿਜ਼ਨ ਪ੍ਰਾਈਮ ਟਾਈਮ ਸ਼ੋਅ ਅਸੀਂ ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਤੁਹਾਡੇ ਰੂਬਰੂ ਕਰਦੇ ਹਾਂ। ਅਜਿਹੀਆਂ ਸ਼ਖਸੀਅਤਾਂ ਨੂੰ 7 ਤੋਂ 8 ਸਮਾਂ ਹੁੰਦਾ ਔਰ ਲਾਈਵ ਟਾਕ ਸ਼ੋਅ ਹੁੰਦਾ। ਅਜਿਹੀਆਂ ਸ਼ਖਸੀਅਤਾਂ ਲੈ ਕੇ ਆਉਣੇ ਆ, ਅਜਿਹੇ ਵਿਸ਼ੇ ਲੈ ਕੇ ਆਉਣੇ ਆ ਜਿਨ੍ਹਾਂ ਦੇ ਨਾਲ ਕੁਝ ਨਵਾਂ, ਕੁਝ ਵਿਲੱਖਣ ਤੁਹਾਡੇ ਤੱਕ ਪਹੁੰਚਾਇਆ ਜਾ ਸਕੇ, ਆਥੈਂਟਿਕ ਜਾਣਕਾਰੀ ਜਿਹੜੀ ਆ ਪਹੁੰਚਾਈ ਜਾ ਸਕੇ। ਸੋ ਅੱਜ ਇਸੇ ਲੜੀ ਦੇ ਵਿੱਚ ਅਜਿਹੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕਰ ਰਹੇ ਹਾਂ। ਜਦੋਂ ਕੈਨੇਡੀਅਨ ਪੰਜਾਬੀ ਮੀਡੀਆ ਦੀ ਗੱਲ ਕਰੀਏ, ਜਦੋਂ ਪਿੱਠ ਭੂਮੀ ਬਣ ਚੁੱਕੀ ਸੀ, ਥੋੜ੍ਹੀ ਜਿਹੀ ਤਿਆਰ ਹੋ ਚੁੱਕੀ ਸੀ, ਅਤੇ ਉੱਥੋਂ ਇੱਕ ਧਰੂ ਤਾਰਾ ਪੈਦਾ ਹੁੰਦਾ ਹੈ ਜਿਹਦੇ ਨਾਲ ਪੰਜਾਬੀ ਮੀਡੀਆ ਨੂੰ, ਪ੍ਰੋਡਕਸ਼ਨ ਨੂੰ, ਜਿਹਨੂੰ ਪ੍ਰਮੋਸ਼ਨ ਦੀ ਗੱਲ ਕਰਦੇ ਹਾਂ ਵੀ ਜਦੋਂ ਪ੍ਰਮੋਟਰ ਹੁੰਦੇ ਸੀ, ਅਲੱਗ-ਅਲੱਗ ਕਲਾਕਾਰਾਂ ਨੂੰ ਲਿਆ ਕੇ ਕੈਨੇਡਾ ਦੇ ਵਿੱਚ ਪੰਜਾਬੀ ਕਮਿਊਨਿਟੀ ਦਾ ਮਨੋਰੰਜਨ ਕੀਤਾ ਜਾਂਦਾ ਸੀ। ਔਰ ਉਹ ਅਜਿਹੀ ਸ਼ਖਸੀਅਤ ਨੂੰ ਅਸੀਂ ਤੁਹਾਡੇ ਰੂਬਰੂ ਕਰਦੇ ਹਾਂ। ਪੰਜਾਬੀ ਮੀਡੀਆ ਨਾਲ ਸੰਬੰਧਿਤ ਅੱਜ ਗੱਲਾਂ ਬਾਤਾਂ ਕਰਾਂਗੇ, ਪ੍ਰੋਡਕਸ਼ਨ ਦੇ ਨਾਲ ਸੰਬੰਧਿਤ ਗੱਲਾਂ ਬਾਤਾਂ ਕਰਾਂਗੇ। ਹੋਰ ਇੱਕ ਜਿਵੇਂ ਕਹਿੰਦੇ ਹੋ ਕਿ ਗੁਣਾਂ ਦੀ ਗੁਥਲੀ ਨੇ, ਫਰੋਲਦੇ ਜਾਵਾਂਗੇ ਤਾਂ ਕੁਛ ਨਾ ਕੁਛ ਹੋਰ ਨਿਕਲਦਾ ਜਾਊਗਾ। ਮੇਰੀ ਮੁਰਾਦ ਹੈ ਇਕਬਾਲ ਮਾਹਲ ਹੋਣਾ ਤੋਂ। ਤੁਹਾਡਾ ਬਹੁਤ ਬਹੁਤ ਸਵਾਗਤ ਹੈ। ਧੰਨਵਾਦ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਸੋ ਮਾਹਲ ਸਾਹਿਬ, ਅੱਜ ਬੜੀ ਖੁਸ਼ੀ ਹੋ ਰਹੀ ਆ ਕਿ ਤੁਸੀਂ ਕਹਿੰਦੇ ਹੁੰਦੇ ਨਾ ਕਿ ਇੱਕ ਬੋਰਡ ਬਾਬਾ ਬੋਰਡ ਜਿਹੜਾ ਚਾਹੇ ਮੀਡੀਆ ਦਾ ਹੋਵੇ, ਬ੍ਰੌਡਕਾਸਟਿੰਗ ਦਾ ਹੋਵੇ, ਤੇ ਚਾਹੇ ਆਪਾਂ ਲੇਖਣੀ ਦੀ ਗੱਲ ਕਰੀਏ, ਫਿਰ ਬਸ ਇੱਦਾਂ ਜੀ, ਜਿਹੜੇ ਪਹਿਲਾਂ ਜੰਮਦੇ ਨੇ ਉਹ ਆਪੇ ਨੈਚੁਰਲੀ ਬੋੜੇ ਹੋ ਜਾਂਦੇ। ਪਰ ਜਿਹੜੇ ਤੁਸੀਂ ਇੱਕ ਇਹ ਨਾ, ਪਹਿਲਾਂ ਜੰਮਣਾ ਜ਼ਰੂਰੀ ਨਹੀਂ ਹੈ ਕਿ ਬੋਰਡ ਹੀ ਬਣੇ, ਪਰ ਕੰਮ ਕਰਕੇ ਬੰਦਾ ਜਿਹੜਾ ਬਾਬਾ ਬੋਰਡ ਬਣਦਾ ਨਾ, ਉਹਦੇ ਵਿੱਚੋਂ ਤੁਸੀਂ ਆਉਣੇ। ਧੰਨਵਾਦ ਜੀ, ਤੁਸੀਂ ਇੱਦਾਂ ਮਹਿਸੂਸ ਕਰਦੇ ਹੋ। ਸੋ ਬੜਾ ਸ਼ੁਕਰੀਆ, ਤੁਸੀਂ ਟਾਈਮ ਦੇ ਵਿੱਚੋਂ ਟਾਈਮ ਕੱਢ ਕੇ, ਔਰ ਅਜਿਹੇ ਜਿਹੜੇ ਸੰਕਟ ਵਾਲੇ ਦੌਰ ਦੇ ਵਿੱਚ ਤੁਸੀਂ ਸਾਡੇ ਅੱਜ ਟਾਈਮ ਕੱਢ ਕੇ ਸਟੂਡੀਓ ਦੇ ਵਿੱਚ ਆਏ ਆ। ਕੋਈ ਗੱਲ ਨਹੀਂ ਜੀ, ਮੇਰੇ ਧੰਨਵਾਦ। ਸੋ ਗੱਲ ਕਰਦੇ ਆ ਮਾਹਲ ਸਾਹਿਬ ਜੀ, ਤੁਹਾਡੀ ਯਾਤਰਾ ਤੋਂ ਥੋੜੀ ਜਿਹੀ ਪਿਛਲ ਝਾਤ ਮਾਰਦੇ ਆ। ਜਦੋਂ ਤੁਹਾਡਾ ਦੌਰ, ਜਦੋਂ ਆਪਾਂ ਕਹਿੰਦੇ ਵੀ ਕੈਨੇਡਾ ਦੇ ਵਿੱਚ ਪੰਜਾਬੀ ਮੀਡੀਆ ਦੀ ਗੱਲ ਕਰਦੇ ਹਾਂ, ਜਦੋਂ ਪੰਜਾਬੀ ਮੀਡੀਆ ਆਪਣੇ ਪੈਰਾਂ ਸਿਰ ਹੋ ਰਿਹਾ ਸੀ, ਹਾਂਜੀ, ਭਾਰਤ ਤੋਂ ਤੁਸੀਂ ਜਦੋਂ ਕੈਨੇਡਾ ਆਉਣੇ ਆ। ਮੈਂ ਭਾਰਤ ਤੋਂ ਨਹੀਂ ਜੀ, ਮੈਂ ਇੰਗਲੈਂਡ ਤੋਂ। ਇੰਗਲੈਂਡ ਤੋਂ? ਭਾਰਤ ਤੋਂ ਇੰਗਲੈਂਡ, ਇੰਗਲੈਂਡ ਤੋਂ ਕੈਨੇਡਾ। 5 ਸਾਲ ਉੱਥੇ ਰਿਹਾ, ਫਿਰ ਇੱਥੇ ਆ। ਅੱਛਾ, ਤਾਂ ਫਿਰ ਇੰਗਲੈਂਡ ਤੋਂ ਕੈਨੇਡਾ ਆਏ ਆ ਤੁਸੀਂ। ਇੱਥੇ ਆ ਕੇ ਮੀਡੀਆ ਤੇ ਜਿਹੜਾ ਪ੍ਰਮੋਸ਼ਨ ਜਾਂ ਹੋਰ ਜਿੰਨੇ ਵੀ ਤੁਸੀਂ ਮੈਂ ਜਿਵੇਂ ਗੁਣਾਂ ਦੀ ਗੁਥਲੀ ਕੀਤੀ ਹੈ, ਕੰਮ ਕੀਤੇ ਨੇ, ਉਹ ਇੰਗਲੈਂਡ ਤੋਂ ਹੀ ਸ਼ੁਰੂ ਹੋ ਗਏ ਸੀ ਜਾਂ? ਨਹੀਂ ਜੀ, ਨਹੀਂ। ਮੈਂ ਬੱਚਾ ਸੀ 17 ਵਰ੍ਹਿਆਂ ਦਾ ਜਦ ਇੰਗਲੈਂਡ ਆਇਆ, ਤਾਂ ਉੱਥੇ ਪੜ੍ਹਿਆ। ਮੈਂ ਉੱਥੇ ਪੜ੍ਹਾਈ ਕੀਤੀ ਹੈ। ਅਤੇ ਬੱਚੇ ਜਿਸ ਸਕੂਲ 'ਚ ਮੈਂ ਪੜ੍ਹਦਾ ਸੀ, ਮੇਰੇ ਤੋਂ ਇਲਾਵਾ ਸਿਰਫ ਭਾਰਤੀ ਮੂਲ ਦੇ 2 ਹੋਰ ਸੀਗੇ। ਵਾਹ। ਇੱਕ ਆਪਣੀ ਪੰਜਾਬੀਆਂ ਦੀ ਕੁੜੀ ਸੀ ਅਤੇ ਇੱਕ ਗੁਜਰਾਤੀ ਬੰਦਾ ਸੀ। ਜੀ। ਮੈਨੂੰ ਕੋਈ ਸ਼ੌਕ ਨਹੀਂ ਸੀ ਪੰਜਾਬੀ ਦੇ, ਮੈਂ ਨੇੜੇ ਨਹੀਂ ਸੀ ਖੜਾ ਹੁੰਦਾ। ਮੈਂ ਬਿਲਕੁਲ ਵੈਸਟਰਨਾਈਜ਼ ਸੀ। ਉਹ ਮੇਰੇ ਵੇਲੇ ਬੀਟਲ ਦਾ ਬੜਾ ਜ਼ੋਰ ਸੀ, ਕਲਿਫ ਰਿਚਰਡ, ਐਲਵਿਸ ਪ੍ਰੈਸਲੇ। ਮੈਂ ਵੈਸਟਰਨ ਸੰਗੀਤ ਦੀ ਮੈਨੂੰ ਮਹਾਰਤ ਅੱਜ ਵੀ ਹੈ, ਮੈਨੂੰ ਸ਼ੌਕ ਵੀ ਹੈ, ਮੈਂ ਸੁਣਦਾ ਵੀ ਹਾਂ। ਤਾਂ ਮੇਰੀ ਜਿਹੜੀ ਲਾਈਫ ਸੀ, ਈਵਨ ਮੈਂ ਕੈਨੇਡਾ 68 'ਚ ਆਇਆ ਜੀ, ਉਦੋਂ ਵੀ ਸੁਰਿੰਦਰ ਕੌਰ ਹੁਣੀ 73 'ਚ ਕੈਨੇਡਾ ਹੋ ਕੇ ਗਏ ਨੇ। ਮੈਂ ਉਹਨਾਂ ਨੂੰ ਵੇਖਣ ਨਹੀਂ ਸੀ ਗਿਆ। ਮੇਰਾ ਕੋਈ ਇੰਟਰਸਟ ਨਹੀਂ ਸੀ ਭਾਰਤੀ ਪੰਜਾਬੀ ਸੱਭਿਆਚਾਰ ਨਾਲ ਜੀ। ਫਿਰ ਸੁਭਾਵਿਕ ਹੀ ਸਰਦਾਰ ਗੁਰਬਖਸ਼ ਸਿੰਘ ਪ੍ਰੀਤਲੜੀ ਵਾਲਿਆਂ ਨੂੰ ਮੇਰੀ ਮੁਲਾਕਾਤ ਹੋਈ, ਇੰਡੀਆ ਗਿਆ। ਕਹਾਣੀਕਾਰ? ਹਾਂਜੀ ਹਾਂਜੀ, ਜਿਹੜੇ ਕਹਾਣੀਕਾਰ ਪ੍ਰੀਤਲੜੀ ਸਾਹਿਬ। ਹਾਂਜੀ, ਪ੍ਰੀਤਲੜੀ। ਉਹਨਾਂ ਨੇ ਨਾਵਲ ਵੀ ਲਿਖਿਆ ਇੱਕ, ਰੁੱਖਾਂ ਦੀ ਜਰਾਂ ਜੀ। ਉਹਨਾਂ ਨੇ ਪ੍ਰੀਤਲੜੀ ਮੈਗਜ਼ੀਨ ਬੜੇ ਵਰੇ ਕੀਤਾ। ਤੇ ਮੈਂ ਸਮਝਦਾ ਉਹਦੇ ਨਾਲ ਜਿਹੜੀ ਉਹ ਜਨਰੇਸ਼ਨ ਸੀ ਨਾ, 30 ਜੰਮੇ, ਉਹ ਸਾਰੇ ਉਹਨਾਂ ਦੇ ਇਨਫਲੂਐਂਸ ਹੇਠਾਂ ਸੀ। ਅੰਮ੍ਰਿਤਾ ਪ੍ਰੀਤਮ ਜੀ, ਮੋਹਨ ਸਿੰਘ ਹੋਣੀ। ਤੇ ਮੈਨੂੰ ਜਿਹੜੀ ਗੱਲ ਚੰਗੀ ਲੱਗੀ ਉਹ ਇਹ ਸੀ ਕਿ ਮੇਰੇ ਗ੍ਰੈਂਡਫਾਦਰ ਨੇ ਉਹਨਾਂ ਤੋਂ 1 ਸਾਲ ਪਹਿਲਾਂ ਰੁੜਕੀ ਤੋਂ ਓਵਰਸੀਅਰ ਕੀਤੀ ਸੀ। ਅੱਛਾ। ਉਹਨਾਂ ਨੇ 14 'ਚ ਕੀਤੀ, ਮੇਰੇ ਗ੍ਰੈਂਡਫਾਦਰ ਨੇ 13 'ਚ ਕੀਤੀ। ਤੇ ਉਹ ਮੇਰੇ ਗ੍ਰੈਂਡਫਾਦਰ ਹੀ ਬਿਕੇਮ SDO 1920 ਸਮਥਿੰਗ, ਦੈਨ ਹੀ ਬਿਕੇਮ ਐਕਸੀਅਨ। ਉਹਨਾਂ ਨੇ ਜ਼ਮੀਨ ਵੀ ਬਣਾਈ, ਕਾਰੋਬਾਰ ਜਿੱਦਾਂ ਆਪਾਂ ਹੁੰਦੇ ਗਏ ਜੀ। ਤੇ ਸਰਦਾਰ ਹੁਣੀ ਸਾਰਾ ਕੁਝ ਛੱਡ ਕੇ ਮੁਫਲਸੀ ਦੇ ਦੌਰ 'ਚੋਂ ਗੁਜ਼ਰੇ। ਤੇ ਉਹਨਾਂ ਨੇ ਇੱਕ ਅਕੀਦਾ ਸੀ, ਇੱਕ ਇੱਛਾ ਸੀ ਜ਼ੁਬਾਨ ਪ੍ਰਤੀ ਤੇ ਸਮਾਜ ਨੂੰ ਸੇਧ ਦੇਣ ਪ੍ਰਤੀ ਜੀ।
ਤੇ ਉਹਨਾਂ ਨੇ ਮੈਨੂੰ ਕਿਹਾ ਨਹੀਂ ਕੁਛ ਵੀ ਤੂੰ ਕਾਕਾ ਆ ਕਰ ਜਾਂ ਨਾ ਕਰ। ਉਹਨਾਂ ਨੂੰ ਦੇਖ ਕੇ ਮੇਰੇ ਮਨ 'ਚ ਆਇਆ ਵੀ ਯਾਰ ਇਹ ਬੰਦੇ ਨੇ ਬਹੁਤ ਵੱਡਾ ਕੰਮ ਕੀਤਾ ਜੀ। ਜਿਹੜੇ ਇੱਥੋਂ 1923 'ਚ BSc ਸਿਵਲ ਇੰਜੀਨੀਅਰਿੰਗ ਕਰਕੇ ਗਏ ਸੀ ਤੇ ਉਹਨਾਂ ਨੂੰ ਰੇਲਵੇ 'ਚ ਨੌਕਰੀ ਮਿਲ ਗਈ ਜੀ। ਉਹਨਾਂ ਦਿਨਾਂ 'ਚ SDO ਹੋਣਾ 1922-23 'ਚ ਬਹੁਤ ਵੱਡੀ ਗੱਲ ਆ। ਤੇ ਮੇਰੇ ਜੇ ਬਾਬਾ ਮੇਰਾ ਸਬਕ ਸੌ ਘੁਮਾ ਜ਼ਮੀਨ ਬਣਾ ਸਕਦਾ, ਕੋਠੀਆਂ ਛੱਤ ਸਕਦਾ, ਹੀ ਕੁਡ ਹੈਵ ਡਨ ਬੈਟਰ ਕਿ ਵਾਸ ਹੀ ਅਹੈਡ ਆਫ ਹਿਮ ਜੀ। ਪਰ ਉਹਦੇ 'ਚ ਫਿਰ ਮੈਂ ਮਤਲਬ 75-76 ਇਹਨਾਂ 'ਚ ਕੁਲਦੀਪ ਦੀਪਕ ਨੇ ਸਾਡੇ ਬ੍ਰੌਡਕਾਸਟਰ, ਇਹ ਵੀ ਸਿੱਖ ਨੈਸ਼ਨਲ ਕਾਲਜ ਬੰਗਾ ਦੇ ਵਿਦਿਆਰਥੀ ਨੇ, ਉਹਨਾਂ ਨਾਲ ਮੁਲਾਕਾਤ ਹੋਈ। ਫਿਰ ਅਸੀਂ ਮੇਰੇ ਖਿਆਲ 75 'ਚ ਸ਼ਿਵ ਦੀ ਰਾਤ ਕੀਤਾ, 2 ਸਾਲ ਸ਼ਿਵ ਨੂੰ ਹੋ ਗਏ ਸੀ, 73 'ਚ ਉਹਦੀ ਡੈਥ ਹੋਈ ਹੈ। ਉੱਥੇ ਮੈਨੂੰ ਬੋਲਦਿਆਂ ਵੇਖਿਆ, ਸਾਡੇ ਇੱਥੇ ਸ਼ਹਿਰ ਦੇ ਨੇ ਬਿਜ਼ਨਸਮੈਨ ਰਵੀ ਸ਼ਰਮਾ ਜੀ, ਤੇ ਉਹਨਾਂ ਨੇ ਕਿਹਾ ਕਿ ਇਕਬਾਲ ਤੁਸੀਂ ਰੇਡੀਓ ਕਰੋਗੇ? ਮੈਂ ਕਿਹਾ ਜੀ ਰਾਮ ਰਾਮ ਕਰੋ, ਅਸੀਂ ਕਿਤੇ ਕਰਨਾ। ਉਹ ਕਹਿੰਦੇ ਵੀ ਬਾਕੀ ਸਾਨੂੰ ਨਾ ਜਾਣੇ ਨਾ ਬੁੱਝੇ ਕਿਵੇਂ ਜਾਂਚ ਨਹੀਂ ਸੀ, ਤੇ ਉਹਨੇ ਕਿਹਾ ਵੀ ਫਾਈਨਾਂਸ ਵੱਲੋਂ ਫਿਕਰ ਨਾ ਕਰਿਓ, ਮੈਂ ਦੇ ਦਾਂਗਾ, ਪਰ ਮੇਰਾ ਪ੍ਰੋਗਰਾਮ ਸਾਂਭ ਲਓ। ਤਾਂ ਮੈਂ ਤੇ ਕੁਲਦੀਪ ਦੀਪਕ ਸਾਂਝੀ ਸੀ, ਤੇ ਮੈਂ ਦੀਪਕ ਨੂੰ ਫੋਨ ਕੀਤਾ, ਕਹਿੰਦਾ ਕਰ ਲੈਂਦੇ ਹਾਂ। ਉਹ ਹਿੰਦੁਸਤਾਨ 'ਚ ਪੜ੍ਹਿਆ ਸੀ, ਨੈਚੁਰਲੀ ਜਦ ਤੁਸੀਂ ਉੱਥੇ ਰਹਿੰਦੇ ਹੋ ਤੁਹਾਡੀ ਪੰਜਾਬੀ ਵਿਕਸਿਤ ਹੁੰਦੀ ਜੀ, ਤੇ ਮੇਰੀ ਬੜੀ ਜਿਹੜੀ ਸੀਮਾ ਸੀ ਬੜੀ ਲਿਮਿਟਡ ਜਿਹੀ ਸੀ। ਤਾਂ ਅਸੀਂ ਸ਼ੁਰੂ ਹੋ ਗਏ, ਅਸੀਂ 2 ਸਾਲ ਇਕੱਠੇ ਰਹੇ ਹਾਂ। ਅਸੀਂ ਮੇਰੇ ਕੋਲ 76 ਸ਼ੁਰੂ ਕੀਤਾ ਸੀ, 79 ਤਾਈਂ 78 79 ਤਾਈਂ ਇਕੱਠੇ ਰਹੇ ਜੀ। ਫਿਰ ਅਸੀਂ ਅੱਡ ਅੱਡ ਹੋ ਗਏ। ਇੱਕ ਗੱਲ ਮਾੜੀ ਵੀ ਹੋਈ ਹੈ, ਗੱਲ ਚੰਗੀ ਵੀ ਹੋਈ ਹੈ ਕਿ 2 ਦਰਖਤ ਜੇ ਤੁਸੀਂ ਇਕੱਠੇ ਬੀਜਦੇ ਹੋ ਤਾਂ ਫਿਰ ਉਹ ਪੁੰਗਰਦੇ ਨਹੀਂ। ਤੇ ਉਹਦੇ 'ਚ ਮੈਂ ਆਪਣਾ ਰਾਹ ਲੱਭਿਆ, ਦੀਪਕ ਸਾਹਿਬ ਨੇ ਆਪਣਾ ਰਾਹ ਲੱਭਿਆ, ਤੇ ਉਹ ਰੇਡੀਓ ਨਾਲ ਜੁੜ ਗਏ ਜੀ। ਮੇਰੀ ਖੁਸ਼ਕਿਸਮਤੀ ਇਹ ਰਹੀ ਹੈ ਕਿ ਮੇਰੀ ਨੌਕਰੀ ਬਹੁਤ ਚੰਗੀ ਸੀ, ਸਮਝੇ, ਮੇਰੀ ਸੈਲਰੀ ਸੀ ਜੀ। ਤੇ ਉਹਨਾਂ ਦਿਨਾਂ 'ਚ ਪੱਲਿਓਂ ਰਿਕਾਰਡ ਲਾ ਕੇ ਖਰਚ ਕੇ ਖਰੀਦਣੇ, ਤੇ ਕਾਫੀ ਮਤਲਬ ਸ਼ੌਕ ਵੀ ਵਜੋਂ ਸ਼ੁਰੂ ਹੋਇਆ ਜੀ। ਫਿਰ ਹੌਲੀ ਹੌਲੀ ਮੇਰੇ 'ਚ ਡਰਾਬੈਕ ਇਹ ਸੀ ਕਿ ਮੈਂ ਬੜਾ ਪੰਜਾਬੀ ਲਿਟਰੇਚਰ ਪੜ੍ਹਿਆ ਨਹੀਂ ਸੀ। ਤੇ ਫਿਰ ਮੈਂ ਰਿਕੁਐਸਟ ਕੀਤੀ, ਪਾਪਾ ਜੀ ਪ੍ਰੀਤਮ ਸਿੰਘ ਹੋਏ ਨੇ, RC ਮੈਗਜ਼ੀਨ ਕੱਢਦੇ ਸੀ ਜੀ, ਉਹਨਾਂ ਨੇ ਆਪਣਾ ਮੈਗਜ਼ੀਨ ਵੀ ਮੈਨੂੰ ਲਾ ਦਿੱਤਾ, ਤੇ ਉਹਨਾਂ ਨੇ ਮੈਨੂੰ ਕਿਤਾਬਾਂ ਪੜ੍ਹਨ ਦਿੱਤੀਆਂ। ਮੈਂ ਗਾਰਗੀ ਸਾਹਿਬ ਨੂੰ, ਅੰਮ੍ਰਿਤਾ ਜੀ ਨੂੰ, ਕੁਲਵੰਤ ਸਿੰਘ ਵਿਰਕ ਹੋਣਾ ਨੂੰ ਜੀ, ਜਿੰਨੇ ਵੀ ਮੇਰੇ ਮੈਂ ਸਮਝਦਾ ਵਾਰਤਕ ਚੰਗੇ ਨਾਂ ਸੀ। ਤੇ ਜਦੋਂ ਤੁਸੀਂ ਪੜ੍ਹਦੇ ਹੋ ਤੁਹਾਡੀ ਵੋਕੈਬਲਰੀ 'ਚ ਖੁਦ ਬ ਖੁਦ ਵਾਧਾ ਹੁੰਦਾ ਜੀ ਜੀ। ਤੋ ਉਦੋਂ ਤੋਂ ਇਹ ਕੰਮ ਸ਼ੁਰੂ ਹੋਇਆ, ਬਸ ਇੱਟ ਨਾਲ ਇੱਟ ਜੁੜਦੀ ਰਹੀ। ਤੇ ਮੇਰੇ ਮਿੱਤਰ ਨੇ ਜੋਗਿੰਦਰ ਕਲਸੀ ਹੋਣੀ ਜੀ, ਉਹਨਾਂ ਨੇ ਟੈਲੀਵਿਜ਼ਨ ਪ੍ਰੋਡਕਸ਼ਨ ਦਾ ਕੋਰਸ ਕੀਤਾ। ਤਾਂ ਉਹਨਾਂ ਨੇ ਉਦੋਂ ਮੇਰੇ ਵਾਕਫ ਸੀ, ਦੋਸਤ ਨਹੀਂ ਸੀ ਜੀ। ਉਹਨਾਂ ਨੇ ਮੈਨੂੰ ਕਿਹਾ ਕਿ ਮੈਂ ਤੁਹਾਨੂੰ ਮਿਲਣਾ ਚਾਹੁੰਦਾ। ਮੈਂ ਦੱਸੋ? ਕਹਿੰਦਾ ਜੀ TV ਸ਼ੁਰੂ ਕਰਨਾ, ਵੀ ਤੁਸੀਂ ਮੇਰੇ ਨਾਲ ਆ ਜਾਓ। ਤਾਂ ਅਸੀਂ ਦੋਵਾਂ ਨੇ ਵਿਸਾਖੀ ਵਾਲੇ ਦਿਨ 1981 ਨੂੰ ਟੈਲੀਵਿਜ਼ਨ ਸ਼ੁਰੂ ਕੀਤਾ ਸੀ, ਰੇਡੀਓ ਤੋਂ ਪਹਿਲਾਂ ਹੀ ਕਰਦੇ ਸੀ। ਤੇ ਉਹਦੇ ਨਾਲ ਫਿਰ ਮੈਂ TV ਹੋ ਗਿਆ। ਪਹਿਲਾਂ ਤਾਂ ਉਹ ਕਾਲ ਕਰਦੇ ਨੇ ਵੀ ਹਰ ਮਾਧਿਅਮ ਦੀ ਆਪਣੀ ਇੱਕ ਰਵਾਨਗੀ, ਇੱਕ ਵੀ ਸੈਟਅਪ ਹੈ। ਤਾਂ ਉਹ ਵੀ ਹੌਲੀ ਹੌਲੀ ਸਿੱਖ ਲਿਆ। ਤੇ ਮੈਨੂੰ ਪੜ੍ਹਨ ਦਾ ਬਹੁਤ ਸ਼ੌਕ ਹੈ ਤੇ ਸਿੱਖਣ ਦਾ ਬਹੁਤ ਸ਼ੌਕ ਹੈ। ਤੇ ਜੇ ਮੈਨੂੰ ਕੋਈ ਲਫ਼ਜ਼ ਨਹੀਂ ਸਮਝ ਆਉਂਦਾ, ਮੈਂ ਡਿਕਸ਼ਨਰੀ 'ਚ ਵੇਖ ਲੈਂਦਾ। ਤੇ ਮੇਰੀ ਖੁਸ਼ਕਿਸਮਤੀ ਕਿ ਜੋ ਮੈਂ ਬੋਲਿਆ ਲੋਕਾਂ ਨੂੰ ਪਸੰਦ ਆਇਆ ਜੀ। ਤੇ ਹੁਣ ਤੇ ਦੇਖੋ ਵਾਵਾ ਸਾਲ 76 ਤੋਂ ਹੁਣ ਤਾਂ ਕਿੰਨੇ ਸਾਲ ਹੋ ਗਏ। ਸੋ ਜਦੋਂ ਪੰਜਾਬੀ ਮੀਡੀਆ ਦੀ ਮੁੱਢ ਵੱਜਦਾ, ਕੈਨੇਡਾ ਦੇ ਵਿੱਚ ਗੱਲ ਕਰਦੇ ਹਾਂ, ਕੈਨੇਡੀਅਨ ਪੰਜਾਬੀ ਮੀਡੀਆ ਦੀ ਗੱਲ ਕਰਦੇ ਹਾਂ, ਇਹ ਮੁੱਢ ਜਿਹੜਾ ਵੱਜਿਆ ਤੁਹਾਡੇ ਤੋਂ ਪਹਿਲਾਂ? ਤਾਂ ਸਾਡੇ ਤੋਂ ਪਹਿਲਾਂ ਲਾਲੀ ਵਿਜ ਹੁੰਦੇ ਸੀ। ਲਾਲੀ ਵਿਜ ਤੋਂ ਪਹਿਲਾਂ ਜਾਫਰੀ ਸਾਹਿਬ ਹੋਏ ਨੇ ਜੀ, ਜਿਹੜੇ ਹਿੰਦੀ ਦਾ ਪ੍ਰੋਗਰਾਮ ਕਰਦੇ ਹੁੰਦੇ ਸੀ ਚਿੰਨ ਰੇਡੀਓ ਤੋਂ ਜੀ। ਫਿਰ ਉਹ CJMR ਤੇ ਚਲੇ ਗਏ, ਤੇ ਅਸੀਂ CJMR ਤੇ ਸ਼ੁਰੂ ਹੋਏ ਸੀ ਜੀ। ਤੇ ਜਾਫਰੀ ਸਾਹਿਬ ਹਿੰਦੀ ਪ੍ਰੋਗਰਾਮ, ਇੱਕ ਲਾਲੀ ਵਿੱਚ ਹੋਏ ਨੇ, ਉਹ ਚਿੰਨ ਤੋਂ ਸੰਡੇ ਰਾਤ ਨੂੰ ਪ੍ਰੋਗਰਾਮ ਕਰਦੇ, 3-4 ਘੰਟੇ ਦਾ ਬੜਾ ਪਪੂਲਰ ਪ੍ਰੋਗਰਾਮ ਹੁੰਦਾ ਸੀ। ਇੱਕ ਸੀ ਅਸ਼ੋਕ ਪ੍ਰਹਾਰ ਸਾਹਿਬ, ਉਹ ਮਧੂਬਨ ਨਾਂ ਦਾ ਪ੍ਰੋਗਰਾਮ ਕਰਦੇ ਹੁੰਦੇ ਸੀ, ਔਰ ਬੜਾ ਪ੍ਰੋਫੈਸ਼ਨਲ ਲੈਵਲ ਦਾ ਪ੍ਰੋਗਰਾਮ ਸੀ। ਜਿਹੜੇ ਉਹਨਾਂ ਦੇ ਅਨਾਊਂਸਰ ਸੀ ਨਾ, ਉਹ ਵੀ ਬੈਸਟ ਬਾਕਮਾਲ, ਤੇ ਉਹਨਾਂ ਨੂੰ ਜਾਚ ਵੀ ਸੀ ਜੀ। ਉਹ ਆਪ ਨਹੀਂ ਸੀ ਬੋਲਦੇ, ਪਰ ਉਹ ਬੇਸਿਕਲੀ ਹੀ ਵਾਜ਼ ਇਲੈਕਟ੍ਰੀਕਲ ਇੰਜੀਨੀਅਰ। ਪਰ ਉਹਨਾਂ ਦਾ ਜਿਹੜਾ ਬੰਦੇ ਕੰਮ ਕਰਦੇ, ਇੱਕ ਬੀਬੀ ਸੀ ਤੇ ਇੱਕ ਪ੍ਰਦੀਪ ਨਾਂ ਦਾ ਆਦਮੀ ਸੀ, ਜੈ ਕਿਚਲੂ ਨਾਂ ਦੀ ਬ੍ਰੌਡਕਾਸਟਰ ਸੀ। ਉਹ ਇੰਡੀਆ 'ਚ ਪ੍ਰੋਫੈਸ਼ਨਲ ਰਹੇ ਸੀ ਜੀ। ਤੇ ਜਦੋਂ ਬੋਲਦੇ ਸੀ ਨੈਚੁਰਲੀ ਉਹਦੇ ਮੂੰਹ 'ਚ ਫੁੱਲ ਕਰਦੇ ਸੀ। ਉਹ ਮੇਰੇ ਲਈ ਉਹ ਵੀ ਇੱਕ ਕਿਸਮ ਦਾ ਨਵਾਂ ਐਕਸਪੀਰੀਅੰਸ ਸੀ ਜੀ। ਤੇ ਹੌਲੀ ਹੌਲੀ ਬਸ ਜਦੋਂ ਕਹਿੰਦਾ ਪੱਟੇ ਤੇ ਚੜ੍ਹ ਗਏ, ਫਿਰ ਹੌਲੀ ਹੌਲੀ ਆਪੇ
ਪੜ੍ਹਨ ਦੀ ਆਦਤ ਪਾਈ, ਸਿੱਖਣ ਦੀ ਆਦਤ ਪਾਈ। ਜੇ ਕਿਸੇ ਨੇ ਟੋਕਿਆ, ਗਲਤ ਬੋਲਿਆ ਤੇ ਉਹ ਸੋਚਿਆ ਵੀ ਹਾਂ ਮੈਂ ਗਲਤ ਸੀ, ਅਗਲੀ ਵਾਰੀ ਨਹੀਂ ਗਲਤੀ ਕਰਨੀ। ਬਿਲਕੁਲ। ਹੁਣ ਕੋਈ ਕੰਮ ਕਰੋ ਆਪੇ ਆ ਜਾਂਦਾ। ਹੌਲੀ ਹੌਲੀ ਸ਼ਬਦਾਵਲੀ ਜਿਹੜੀ ਤੁਹਾਡੀ ਬਣਦੀ ਗਈ। ਸੋ ਜੇ ਸ਼ਾਰਦਾ ਸਾਹਿਬ ਦੀ ਗੱਲ ਕਰ ਰਹੇ ਹੋ, ਪੰਜਾਬੀ ਜਿਹੜਾ ਰੇਡੀਓ ਹੈ ਉਹਨਾਂ ਦਾ ਵੀ ਵਿੱਚ ਨਾਮ। ਉਹ ਜੀ ਸ਼ਾਰਦਾ ਸਾਹਿਬ ਸਭ ਤੋਂ ਸੀਨੀਅਰ ਨੇ ਜੀ। ਮੈਂ ਬੜੇ ਸਤਿਕਾਰਯੋਗ ਮੇਰੇ ਫਿਰ ਦੋਸਤ ਨੇ, ਮੇਰਾ ਉੱਠਣ ਬਹਿਣ ਉਹਨਾਂ ਦੇ ਨਾਲ ਹੈ। ਉਹ ਗੀਤ ਹੁਲਾਰੇ ਪ੍ਰੋਗਰਾਮ ਉਹਨਾਂ ਨੇ ਸ਼ੁਰੂ ਕੀਤਾ ਸੀ, ਜਿਹੜਾ ਕਿ ਬਾਅਦ 'ਚ ਫਿਰ ਅਸੀਂ ਵਿਜ਼ਨਸ ਆਫ ਪੰਜਾਬ, ਉਹ ਸੀ ਪੰਜਾਬ ਦੀ ਆਵਾਜ਼ ਜੀ, ਉਹ ਅਸੀਂ ਸ਼ੁਰੂ ਕੀਤਾ। ਸੋ ਉਸ ਦੌਰ ਤੋਂ ਲੈ ਕੇ ਹੁਣ ਇਸ ਦੌਰ ਤੱਕ ਜੇ ਝਾਤ ਮਾਰੀਏ ਪੰਜਾਬੀ ਮੀਡੀਆ ਦੀ ਅੱਜ ਕੱਲ, ਹੁਣ ਤਾਂ ਜੇ ਸਤਿ ਸ੍ਰੀ ਅਕਾਲ ਬੋਲੇ ਕਹਿੰਦਾ ਜੀ ਮੈਂ ਰੇਡੀਓ ਕਰਦਾ। ਠੀਕ ਹੈ। ਇੱਥੇ ਬਹੁਤਾਤ ਹੋ ਗਈ ਆ, ਮੈਨੂੰ ਦੁੱਖ ਨਾ ਕਹਿਣਾ ਪੈਂਦਾ, ਕੁਆਲਿਟੀ ਵਧੀ ਨਹੀਂ, ਕੁਆਂਟੀਟੀ ਵਧੀ। ਹਾਂ ਕੁਆਂਟੀਟੀ ਬਹੁਤ ਹੋ ਗਈ। ਹੁਣ ਤਾਂ ਜਿਹੜਾ ਦੇਖਦਾ, ਹੁਣ ਤਾਂ ਜਾਂਦੇ ਆ ਜਿਹੜੇ IPTV ਚੱਲਦੇ ਨੇ, ਸਾਰੇ ਬ੍ਰੌਡਕਾਸਟਰ ਨੇ ਜੀ। ਹਰ ਬੰਦੇ ਦੀ ਜਿੱਦਾਂ ਫੁੱਲ ਦੀ ਆਪਣੀ ਮਹਿਕ ਹੁੰਦੀ ਹੈ, ਮੈਂ ਕਿਸੇ ਨੂੰ ਨਿੰਦਦਾ ਨਹੀਂ, ਨਾ ਮੈਂ ਇਸ ਕੰਮ ਲਈ ਇੱਥੇ ਆਇਆ, ਉਹਨਾਂ ਦੇ ਆਪਣੇ ਰੰਗ ਨੇ। ਪਰ ਜੇ ਕੋਈ ਕਹੇ ਵੀ ਸਿੱਖਣ ਦਾ ਮਾਦਾ ਬਹੁਤ ਲੋਕਾਂ 'ਚ ਘੱਟ ਹੈ, ਬਿਲਕੁਲ, ਪੜ੍ਹਨ ਦਾ ਮਾਦਾ ਬਿਲਕੁਲ ਹੈ ਨਹੀਂ ਜੀ। ਜੋ ਤੁਹਾਡੇ ਅੰਦਰ ਜਾਂ ਨਾ ਕੁਝ ਹੋਵੇ, ਫਿਰ ਉਹ ਤੋਂ 2-4 ਗੱਲਾਂ ਤੋਂ ਬਾਅਦ ਖਾਲੀਪਨ ਨਜ਼ਰ ਆ ਜਾਂਦਾ। ਬਿਲਕੁਲ ਬੜੀ ਗੱਲ ਮੈਂ ਵੇਖੀ ਆ ਸਾਡੇ ਬ੍ਰੌਡਕਾਸਟਿੰਗ 'ਚ, 70-80% ਬੰਦਿਆਂ ਦਾ ਉਚਾਰਨ ਸ਼ੁੱਧ ਨਹੀਂ। ਸਮਝੇਂਗੇ? ਛੋਟੇ ਛੋਟੇ ਲਫ਼ਜ਼ ਨੇ, ਜ਼ਿੰਦਗੀ, ਸਾਰੇ ਜ਼ਿੰਦਗੀ ਕਹਿ ਕੇ ਸਾਰ ਲੈਂਦੇ, ਜੱਜੇ ਪੈਰ ਬਿੰਦੀ ਨਹੀਂ ਲਾ ਜੀ ਨਾ। ਜੇ ਕਿਸੇ ਨੂੰ ਕਹੇ ਯਾਰ ਇੰਜੀਨੀਅਰ ਜਾਂਦਾ, ਫਿਰ ਜਿਹੜਾ ਜੱਜਾ ਉਹ ਸਾਰੇ ਬਿੰਦੀ ਘੜੋੜ ਦਿੰਦਾ। ਜੱਜੇ ਪੈਰ ਬਿੰਦੀ ਦੀ ਗੱਲ ਕਰਦੇ ਆ, ਫਿਰ ਆਪਾਂ ਸੱਸੇ ਪੈਰ ਬਿੰਦੀ ਦੀ ਗੱਲ ਕਰਦੇ ਆ, ਹਨਾ। ਮਤਲਬ ਜਿਹੜਾ ਛੱਛਾ ਆ ਉਹ ਵੱਖਰਾ ਸ਼ਬਦ ਹੈ, ਸੱਸੇ ਪੈਰ ਬਿੰਦੀ ਸ਼ਾਹ ਵੱਖਰਾ ਜੀ। ਇੱਕ ਹੋਰ ਜਿਹੜਾ ਆਪਾਂ ਬੇਸਿਕਲੀ ਆਪਾਂ ਸੁਣਦੇ, ਚਲੋ ਇਹ ਆਪਾਂ ਸ਼ਬਦਾਂ ਦੀ ਫਿਰ ਥੋੜਾ ਜਿਹਾ ਚਰਚਾ, ਸਿਰਫ 1 ਮਿੰਟ ਲੈਣਾ, ਕਿ ਜਦੋਂ ਆਪਾਂ ਕਹਿੰਦੇ ਆ ਕੋਈ ਸੁਣਦੇ ਆ ਆਪਾਂ ਵੀ ਗਜ਼ਲ ਉਹਦੇ ਪੈਰ ਵੀ ਬਿੰਦੀ, ਗਜ਼ਲ ਕਹਿੰਦੇ ਆ, ਗਜ਼ਲ ਕਹਿੰਦੇ ਆ। ਜਿਹੜਾ ਤੁਹਾਡੇ ਗਾਉਣ ਵਾਲੇ ਜ਼ੁਲਫਾਂ ਕਹਿੰਦੇ, ਜ਼ੁਲਫਾਂ ਨਹੀਂ ਕਹਿੰਦੇ, ਜ਼ੁਲਫਾਂ ਹੁੰਦੀਆਂ ਨੇ ਨਾ। ਕੀ ਉਹ ਮੁੰਡਾ ਜਿਹੜਾ ਫਨੀ ਜੇ ਬਾਲ ਹੁੰਦੇ ਆ, ਜੈਸੀ ਵੀ ਜੀ, ਮੈਂ ਉਹਨੂੰ ਕਿਹਾ ਕਾਕਾ, ਉਹ ਅੱਛਾ ਜੀ, ਕਹਿੰਦਾ ਮੈਨੂੰ ਚੇਤਾ ਹੀ, ਅੱਛਾ ਮਿਰਜ਼ਾ ਸਾਰੀ ਉਮਰ ਅਸੀਂ ਸੁਣਦੇ ਹਾਂ, ਮਿਰਜ਼ਾ, ਔਰ ਬੜਾ ਨਾਮਵਰ ਇੱਕ ਗਾਇਕ ਆ, ਉਹਨੇ ਮਿਰਜ਼ੇ ਨੂੰ ਮਿਰਜ਼ਾ ਕਿਹਾ। ਤੇ ਮੈਂ ਉਹਨੂੰ ਪਟਿਆਲੇ ਫੋਨ ਕੀਤਾ, ਮੈਂ ਕਿਹਾ ਯਾਰ ਤੂੰ MA ਲਾ ਪੜਿਆ, ਤੈਨੂੰ ਜੱਜੇ ਦੇ ਪੈਰ 'ਚ ਬਿੰਦੀ ਨਹੀਂ ਸੁਣਾਉਣੀ। ਅੱਛਾ, ਫਿਰ ਜਦ ਤੁਸੀਂ ਕਹੋ, ਬਹੁਤ ਘੱਟ ਲੋਕ ਨੇ ਕਿ ਆਪਣੀ ਗਲਤੀ ਨੂੰ ਸਵੀਕਾਰ ਕਰਕੇ ਸੁਧਰਨ ਦਾ ਯਤਨ ਕਰਦੇ। ਤੇ ਮੈਂ ਅੱਜ ਕੱਲ੍ਹ ਡਰਦਾ ਕਿਸੇ ਨੂੰ ਕਹਿੰਦਾ ਨਹੀਂ, ਅਗਲਾ ਕਹਿੰਦਾ ਯਾਰ ਇਹ ਬਾਹਲਾ ਨਾਟੀ ਖਾਂ। ਉਹਨੇ ਹੁੰਦਾ ਨਾ ਵੀ ਐਵੇਂ ਈਗੋ ਟ੍ਰਿਪ ਤੇ ਹੋਏਗਾ, ਮੈਨੂੰ ਕੋਈ ਈਗੋ ਟ੍ਰਿਪ ਨਹੀਂ। ਇੱਕ ਮੇਰੇ ਸ਼ਾਗਿਰਦ ਹੁੰਦਾ ਸੀ ਅਵਤਾਰ ਰਖੜਾ ਜੀ, ਤੇ ਉਹ ਮੈਂ ਉਹਨੂੰ ਖਬਰਾਂ ਪੜ੍ਹਨ ਰੱਖਿਆ ਰੇਡੀਓ ਤੇ ਉਹ 3-4 ਮਹੀਨਿਆਂ ਬਾਅਦ ਉਹਦੇ ਘਰ ਦੇ ਕਹਿੰਦੇ ਤੂੰ ਕਿਵੇਂ ਦਾ ਬੋਲਣ ਲੱਗ ਗਿਆ। ਉਹ ਮੋਗੇ ਦਾ ਅੱਛਾ, ਉਹ ਮੋਗੇ ਸਾਈਡ ਤੋਂ ਸੀ ਜੀ। ਤੇ ਉਹ ਮੈਨੂੰ ਦੱਸਿਆ ਉਹਨੇ, ਮੈਨੂੰ ਚੰਗਾ ਲੱਗਾ ਕਿ ਉਹਦਾ ਉਚਾਰਨ ਸ਼ੁੱਧ ਸੀ ਤੇ ਘਰ ਦੇ ਕਹਿਣੇ, ਮਤਲਬ ਦੇਖੋ ਤੁਹਾਡੇ ਅੰਦਰ ਜੇ ਵਲਵਲਾ ਹੈ ਨਾ ਸਿੱਖਣ ਦਾ, ਜੀ ਜੀ, ਤੁਸੀਂ ਕਿਸੇ ਉਮਰ 'ਚ ਵੀ ਸਿੱਖਦੇ। ਮਹਾਤਮਾ ਗਾਂਧੀ ਬਿਰਧ ਹੋ ਕੇ ਵੀ ਕੁਛ ਨਾ ਕੁਛ ਨਵਾਂ ਸਿੱਖਦੇ ਸੀ ਜੀ ਜੀ। ਮੈਂ ਹੁਣ ਵੀ ਪੜ੍ਹਦਾ, ਹੁਣ ਵੀ ਸਿੱਖਦਾ। ਮੇਰੇ ਘਰ ਘੱਟ ਤੋਂ ਘੱਟ 500-700 ਕਿਤਾਬ ਹੋਣੀ ਹੈ। ਮੇਰੇ ਘਰ ਕੁਰਾਨ ਸ਼ਰੀਫ ਵੀ ਗੁਰਮੁਖੀ 'ਚ ਹੈ, ਮੇਰੇ ਘਰ ਬਾਈਬਲ ਵੀ ਹੈ ਜੀ। ਗੁਰੂ ਗ੍ਰੰਥ ਸਾਹਿਬ ਤਾਂ ਮੈਂ 10ਵੀਂ 'ਚ ਅਖੰਡ ਪਾਠੀ ਸੀ। ਵਾਹ ਵਾਹ, ਮੈਂ ਪਾਠ ਕਰ ਲੈਂਦਾ ਤੇ ਮੈਨੂੰ ਕੋਈ ਸੰਸ਼ਾਰ ਨਹੀਂ। ਜੇ ਮੈਨੂੰ ਇਹ ਆ ਵੀ ਜਿਹੜਾ ਅਗਲਾ ਆ ਕੋਈ ਹੋਰ ਵੱਖਰਾ ਕਲਚਰ ਹੈ, ਜੇ ਮੈਨੂੰ ਉਹਦਾ ਗਿਆਨ ਹੋ ਜਾਊਗਾ ਤਾਂ ਕੀ ਮਾੜੀ ਗੱਲ ਹੈ। ਬਿਲਕੁਲ। ਮੈਂ ਬਾਈਬਲ ਮੈਨੂੰ ਪੜ੍ਹਾਉਣ ਆਉਂਦੀ ਸੀ, ਇੱਕ ਲੇਡੀ ਇੰਗਲੈਂਡ 'ਚ ਰਹਿੰਦਾ ਸੀ, ਮੈਂ ਬੜਾ ਸਿੱਖਿਆ ਜੀ। ਪਰ ਜਦੋਂ ਤੁਸੀਂ ਨਾ ਕਦੀ ਕਿਸੇ ਨੂੰ ਸਵਾਲ ਕਰਦੇ ਹੋ ਵੀ ਇਹ ਕਿਵੇਂ ਹੋ ਸਕਦਾ, ਹੁਣ ਮਸਲਨ ਮੈਂ ਕਹਿੰਦਾ ਵੀ ਜਦੋਂ ਈਸਾ ਮਸੀਹ ਦਾ ਪਿਓ ਸੀ ਜੋਸਫ ਜੀ, ਤੇ ਫਿਰ ਉਹ ਵਰਜਨ ਮੈਰੀ ਕਿੱਦਾਂ ਹੋ ਗਈ? ਕੀ ਈਸਾ ਮਸੀਹ ਦੀ ਅਹਿਮੀਅਤ ਘਟ ਜਾਂਦੀ ਹੈ ਜੇ ਉਹ ਕਿਸੇ ਔਰਤ ਦੇ ਢਿੱਡੋਂ ਪੈਦਾ ਹੋ ਜਾਵੇ ਤਾਂ ਉਹਦਾ ਬਾਪ ਵੀ ਹੋਵੇ? ਬਿਲਕੁਲ ਬਿਲਕੁਲ ਸਹੀ, ਸਮਝੇ ਕਿ ਨਹੀਂ? ਬਿਲਕੁਲ ਸਹੀ। ਅਸੀਂ ਕਰਾਮਾਤਾਂ ਦੇ ਸੁਣਨੀਆਂ ਕਰਨੀਆਂ, ਜਿਹੜਾ ਹਾਂ ਇੰਝ ਹੋ ਗਿਆ। ਮੈਂ ਤੁਹਾਨੂੰ ਇੱਕ ਬੜੀ ਜਿੰਦਾ ਦਿਲ ਮਿਸਾਲ ਦਿੰਦਾ, ਸ਼ਾਇਦ ਦਰਸ਼ਕਾਂ ਨੂੰ ਚੰਗੀ ਨਾ ਵੀ ਲੱਗੇ ਜੀ। ਪੰਜਾ ਸਾਹਿਬ ਜਿਹੜਾ ਹੈਗਾ, ਉਹਦੇ ਸਾਨੂੰ ਸਾਰੇ ਬਚਪਨ ਤੋਂ ਆਪਾਂ ਸਾਰੇ ਪੜ੍ਹਦੇ ਆ, ਗੁਰੂ ਸਾਹਿਬ ਨੇ ਪੱਥਰ ਸਿੱਟਿਆ, ਉਹਨਾਂ ਨੇ ਹੱਥ ਲਾ ਕੇ ਰੋਕ ਲਿਆ ਜੀ। ਅਸਲੀਅਤ ਇਹ ਆ, ਮੈਂ ਉਹ ਜਗ੍ਹਾ ਜਾ ਕੇ ਵੀ ਵੇਖ ਲਿਆ। ਉਹ ਇੱਕ ਗਾਮਾ ਨਾਂ ਦਾ ਬੰਦਾ ਜਿਹਨੇ ਕੁਰੀਦ ਕੇ ਬਣਾਇਆ, ਤੇ ਬਾਬੇ ਨਾਨਕ ਦੀ ਅਫਵਾਹ ਉਡਾਈ ਹੈ ਨੰਜੂ ਨਾਂ ਦੇ ਸਾਧ ਦੀ। ਇਹ ਮਹਾਰਾਜਾ ਰਣਜੀਤ ਸਿੰਘ ਮੇਰੇ ਇੱਕ ਸਿੰਬਲ ਆਇਆ ਸੀ ਕਿ ਇਸ ਜਗ੍ਹਾ ਮਹਾਰਾਜ ਹੋ ਕੇ ਗਏ।
ਤੇ ਜਿਹੜੀ ਉਹ ਜਾਦੂਗਰੀ ਵਾਲੀ ਹੈ ਨਾ, ਪੱਥਰ ਨੂੰ ਪੰਜਾ ਲਾਣਾ, ਜੀ ਜਿਹੜਾ ਬੰਦਾ ਗੁਰੂ ਮਹਾਰਾਜ ਨੇ ਸਾਨੂੰ ਇਹਨਾਂ ਕਰਾਮਾਤਾਂ ਤੋਂ ਜਾਂ ਵਹਿਮਾਂ ਤੋਂ ਕੱਢਿਆ, ਵਰਜਿਆ, ਜਦੋਂ ਬਾਬਾ ਨਾਨਕ ਸਾਨੂੰ ਮਨਾ ਕਰਦਾ ਤਾਂ ਸਾਡੇ ਮਨ 'ਚ ਗਲਤਫਹਿਮੀਆਂ ਕਿਉਂ ਆਉਂਦੀਆਂ? ਬਿਲਕੁਲ ਸੋਚਣੇ ਦੀ ਗੱਲ ਹੈ। ਜਦ ਮੈਂ ਉੱਥੇ ਆਪਣੇ ਅੱਖੀਂ ਦੇਖਿਆ, ਜੀ ਉਹ ਇੱਕ ਇਨਸਾਨ ਦਾ ਪੰਜਾ ਨਹੀਂ, ਉਹ ਤਾਂ ਵੱਡਾ ਸਾਈਜ਼। ਬਾਬਾ ਨਾਨਕ ਉਹ 10 ਫੁੱਟ 25 ਫੁੱਟ ਲੰਮਾ ਥੋੜੀ ਸੀ। ਬਿਲਕੁਲ। ਤੇ ਫਿਰ ਮੈਂ ਉਹਦੇ ਤੇ ਸਰਚ ਕੀਤੀ ਤੇ ਮੈਨੂੰ ਪਤਾ ਲੱਗਾ ਕਿ ਜੋ ਵੀ ਹੋਇਆ, ਕੋਈ ਉਹਦੇ 'ਚ ਬਾਬੇ ਨਾਨਕ ਦਾ ਕੱਦ ਛੋਟਾ ਨਹੀਂ। ਮਹਾਰਾਜ ਨੂੰ ਪਾਕਿਸਤਾਨ 'ਚ ਵੀ ਸਤਿਕਾਰ ਕਰਦੇ ਨੇ ਉਹ ਲੋਕ। ਜੀ ਜੀ। ਉਹਨੂੰ ਬਾਬਾ ਨਾਨਕ, ਮੈਂ ਇੱਕ ਵਾਰੀ ਨਨਕਾਣਾ ਸਾਹਿਬ ਗਿਆ ਤੇ ਇੱਕ ਕਪਲ ਸੀ, ਉਹ ਇੱਕ ਨਿੱਕੇ ਜਿਹੇ ਬੱਚੇ ਨੂੰ ਲੈ ਕੇ ਆਏ ਮੱਥਾ ਟਿਕਾਣ ਬਾਬਾ ਜੀ ਦੇ। ਜੀ। ਤੇ ਮੈਂ ਕਿਹਾ ਤੁਸੀਂ, ਕਹਿੰਦੇ ਜੀ ਅਸੀਂ ਬਾਬਾ ਜੀ ਦੇ ਦਰਬਾਰ ਆਏ। ਉਹ ਸਾਡੇ ਬਾਬਾ ਨਾਨਕ ਨੂੰ ਜਿੱਦਾਂ ਨਾ ਬਾਬਾ ਫਰੀਦ ਨੇ ਜਾਂ ਸ਼ਾਹ ਹੁਸੈਨ ਨੇ, ਉਹ ਇਸ ਤਰ੍ਹਾਂ ਇੱਕ ਸੂਫੀ ਸੰਤ ਮੰਨਦੇ, ਪੀਰ ਮੰਨਦੇ। ਹਾਂ, ਅਸਲੀਅਤ ਹੈ ਕਿ ਬਾਬਾ ਜੀ ਸਹੀ ਸੰਤ ਸੀਗੇ। ਥੋੜਾ ਜਿਹਾ ਵਿਸ਼ੇ ਤੋਂ ਗੱਲ ਆਪਾਂ ਫਿਰ ਆਈਏ, ਮੀਡੀਆ ਦੀ ਗੱਲ ਕਰ ਰਹੇ ਸੀ। ਮੀਡੀਆ 'ਚ ਲੈ ਚੱਲੋ ਜੀ। ਕਿਉਂਕਿ ਅੱਜ ਸਾਡਾ, ਕਿਉਂਕਿ ਮੈਂ ਉਹੀ ਕਹਿੰਦਾ ਨਾ, ਤੁਹਾਡੇ ਕੋਲੇ ਖਜ਼ਾਨਾ ਭਰਿਆ ਪਿਆ, ਔਰ ਜਿੰਨੇ ਵਾਰੀ ਮਰਜ਼ੀ ਤੁਹਾਡੇ ਨਾਲ ਪ੍ਰੋਗਰਾਮ ਕਰੀ ਜਾਵਾਂ, ਹਰ ਵਾਰੀ ਤਰੋ ਤਾਜ਼ਾ ਔਰ ਬਿਲਕੁਲ ਤਰੀਨ ਜਿਹੜੀਆਂ ਚੀਜ਼ਾਂ ਨਿਕਲ ਬੁੜੇ ਹੋ ਜਾਂਦਾ ਨਾ, ਫਿਰ ਬਸ ਗੱਲਾਂ ਹੀ ਪੱਲੇ ਰਹਿ ਜਾਂਦੀਆਂ। ਗੱਲ ਨਹੀਂ, ਤੁਹਾਡੇ ਕੋਲੇ ਬਹੁਤ ਕੁਝ ਹੈ। ਚਲੋ ਦੂਜੀ ਗੱਲ, ਮੀਡੀਆ ਦੀ ਅੱਜ ਜੋ ਸ਼ਨਾਖਤ ਹੈ ਔਰ ਜੋ ਇਹ ਅਕਸ ਬਣਿਆ ਹੋਇਆ, ਅਖੌਤੀ ਮੀਡੀਆ ਵੀ ਕਹਾਉਣ ਲੱਗ ਗਿਆ ਅੱਜ ਕੱਲ੍ਹ। ਤੇ ਮੈਂ ਸਿਰਫ ਇਸ ਚੌਖਟੇ ਦੇ ਵਿੱਚ ਰਹਿ ਕੇ ਗੱਲ ਕਰਦਾ, ਇਸ ਸੰਦਰਭ 'ਚ ਰਹਿ ਕੇ ਗੱਲ ਕਰਦਾ ਕਿ ਕੈਨੇਡੀਅਨ ਪੰਜਾਬੀ ਮੀਡੀਆ, ਖਾਸ ਕਰਕੇ ਮੈਂ GTA ਵਾਈਡ ਗੱਲ ਕਰਾਂ, ਅੱਜ ਜੋ ਪਛਾਣ ਬਣੀ ਹੋਈ ਹੈ, ਜੋ ਅਕਸ ਸਾਡਾ ਬਣਿਆ ਹੋਇਆ, ਉਹਦੇ ਬਾਰੇ ਤੁਸੀਂ ਕੀ ਜਾਣਦੇ ਹੋ? ਔਰ ਤੁਸੀਂ ਕੁਝ ਉਹਦੇ ਬਾਰੇ ਟਿੱਪਣੀ ਕੀ ਕਰ? ਮੇਰੀ ਟਿੱਪਣੀ ਕੋਈ ਖਾਸ ਨਹੀਂ, ਮੈਨੂੰ ਬਹੁਤਾਤ ਚੰਗੀ ਲੱਗੀ ਆ। ਬਹੁਤ ਅੱਛੇ ਬੱਚੇ ਨੇ ਤੁਹਾਡੇ ਵਰਗੇ ਹੋਣਹਾਰ ਜਿਹੜੇ ਚੰਗੇ ਕੰਮ ਕਰਦੇ ਨੇ, ਮੈਨੂੰ ਸ਼ਰਧਾ ਨਾਲ ਸੁਣਦਾ। ਪਰ ਜਦ ਧੂਕੜੀਸੀ ਜਿਹੀ ਕਰਨ ਲੱਗ ਪੈਂਦੇ, ਫਿਰ ਮਨ ਥੋੜਾ ਜਿਹਾ ਕਹਿੰਦਾ ਯਾਰ ਹੋਮਵਰਕ ਨਹੀਂ ਕੀਤਾ ਕਿਸੇ ਨੇ। ਜੇ ਤੁਸੀਂ ਕਰਨਾ ਹੀ ਆ, ਕਰੋ, ਹੋਮਵਰਕ ਕਰਕੇ ਆਓ। ਜਿਹੜਾ ਕੰਮ ਕਰਨਾ ਉਹ ਹੁਣ ਮੈਂ TV ਪ੍ਰੋਗਰਾਮ ਕਰਦਾ, ਮੈਨੂੰ 2 ਦਿਨ ਪਹਿਲਾਂ ਪਤਾ ਹੁੰਦਾ ਮੈਂ ਪਰਸੋਂ ਨੂੰ ਕੀ ਬੋਲਣਾ। ਜੀ। ਕਿਉਂ? ਮੈਂ ਉਹ ਬੜੀ ਟੌਰ ਨਾ ਜਾਵਾਂ ਤਾਂ ਉੱਥੇ ਬੋਲਣ ਲੱਗਾ ਉੱਕੀ ਜਾਵਾਂ, ਤਾਂ ਮੇਰਾ ਜਿਹੜਾ ਬੰਦਾ, ਮੇਰਾ ਐਡੀਟਰ ਹੈ, ਉਹ ਕੀ ਸੋਚੇਗਾ? ਉਹਨੇ ਤਾਂ ਇਹੀ ਸੋਚਣਾ ਵੀ ਉੱਚਾ ਲੰਮਾ ਗੱਭਰੂ ਦੇ ਪੱਲੇ ਠਿੱਕਰੀਆਂ। ਜਿਹੜਾ ਮੈਂ ਪ੍ਰੋਗਰਾਮ ਹੈ, ਮੈਂ 1.5 ਘੰਟੇ ਸਾਰਾ ਜੋੜ ਜਾੜ ਕੇ ਬਾਹਰ ਨਿਕਲਿਆ। ਵਾਹ ਵਾਹ। ਕੋਈ ਮਾੜੀ ਗੱਲ ਨਹੀਂ ਜੀ। ਮੇਰੀ ਜਿਹੜੀ ਪਰਵਰਿਸ਼ ਇੰਗਲੈਂਡ 'ਚ ਹੋਈ ਆ, ਉੱਥੇ ਮੈਂ ਡਿਸਪਲਿਨ ਸਿੱਖਿਆ। ਵਾਹ ਜੀ। ਮੈਂ ਇੰਗਲੈਂਡ 'ਚ ਇੱਕ ਗੋਰਿਆਂ ਦੇ ਗਰੁੱਪ ਨਾਲ ਜਾਂਦਾ ਸੀ। ਜੇ ਪ੍ਰੋਗਰਾਮ 8 ਵਜੇ ਨਾ, ਉਹਨਾਂ ਨੇ 4-5 ਵਜੇ ਜਾ ਕੇ ਆਪਣੀ ਸੈਟਿੰਗ ਕਰਨੀ, ਸਾਊਂਡ ਬੈਲੈਂਸ ਕਰਕੇ। ਜੇ 8 ਵਜਦੇ ਸੀ ਜੀ, ਤਾਂ ਸਟੇਜ ਤੇ ਗਾਣ ਲੱਗ ਪੈਂਦੇ ਸੀ। ਤੁਸੀਂ ਟੋਰਾਂਟੋ 'ਚ ਰਹਿੰਦੇ ਨੇ ਕਿੰਨੇ ਸਾਲ ਹੋ ਗਏ? ਮੈਨੂੰ ਇੱਥੇ 7 ਸਾਲ ਹੋ ਗਏ। ਹਾਂ, 7 ਸਾਲ। 7 ਸਾਲ, ਓਕੇ ਜੀ। ਤੁਸੀਂ ਅੱਜ ਤਾਂ ਇੰਡੀਅਨ ਪ੍ਰੋਗਰਾਮ, ਪੰਜਾਬੀ ਪ੍ਰੋਗਰਾਮ ਖਾਸ ਕਰ, ਕਦੀ ਸਮੇਂ ਸਿਰ ਸ਼ੁਰੂ ਹੁੰਦਾ ਵੇਖਿਆ? ਬਹੁਤ ਘੱਟ ਹੈ। ਨਹੀਂ ਘੱਟ ਕੀ, ਇੱਕ ਦੱਸੋ ਕਿਹੜਾ ਸ਼ੁਰੂ ਹੁੰਦਾ? ਇੱਕ ਵੀ ਨਹੀਂ ਹੁੰਦਾ। ਕਾਰਨ ਆਲਸ। ਮੈਂ ਸਰਤਾਜ ਦੇ ਵੀ ਸ਼ੋਅ ਕੀਤੇ, ਮੈਂ ਜਗਜੀਤ ਸਿੰਘ ਉਹਨਾਂ ਨੂੰ ਵੀ ਇੰਟਰੋਡਿਊਸ ਕੀਤਾ, ਮੈਂ ਨੂਰਾਂ ਸਿਸਟਰ ਵੀ ਕੀਤਾ, ਮੈਂ ਸੁਰਿੰਦਰ ਕੌਰ ਦੇ ਵੀ ਸ਼ੋਅ ਕੀਤੇ ਨੇ ਜੀ। ਮੇਰਾ ਅੱਜ ਤਾਈਂ ਇੱਕ ਪ੍ਰੋਗਰਾਮ 5 ਮਿੰਟ ਲੇਟ ਹੋਇਆ ਸੀ। ਮੈਂ ਕਦੀ ਲੇਟ ਨਹੀਂ, ਮੈਂ ਤਾਂ ਪੜਦਾ ਚੱਕ ਦਿੰਦਾ। ਮੇਰਾ 8 ਵਜੇ ਪ੍ਰੋਗਰਾਮ ਸ਼ੁਰੂ ਕਰਨਾ ਜੀ, ਮੈਂ ਦੁਪਹਿਰ ਨੂੰ 12-1 ਵਜੇ ਉੱਥੇ ਥੀਏਟਰ 'ਚ ਪਹੁੰਚਿਆ ਹੁੰਦਾ। ਉਹਦੀ ਡੈਕੋਰੇਸ਼ਨ ਕਿੱਦਾਂ ਕਰਨੀ ਆ, 2-2.5 ਘੰਟੇ 'ਚ ਉਹ ਦੱਸ ਦਿੰਦੇ ਲੇਡੀ ਨੂੰ ਇੱਥੇ ਫੁੱਲ ਲਾ ਦਿਓ ਜਾਂ ਚਾਦਰਾਂ, ਜੋ ਵੀ ਕਰਦੇ ਨੇ ਉਹ ਜਿਹੜੀ ਨਹੀਂ ਆ ਵਿਆਹਾਂ ਦੇ ਕਰਦੇ ਨੇ ਡੈਕੋਰੇਸ਼ਨ। ਹਾਂ, ਡੈਕੋਰੇਸ਼ਨ ਉਹ ਸੱਦੇ ਨੇ, ਐਨ ਵਧੀਆ ਸਟੇਜ ਬਣ ਗਈ। ਤੇ ਫਿਰ ਮੇਰੇ ਕੋਲ ਲਿਸਟ ਬਣੀ ਆ, ਕਿਹੜੇ ਬੰਦੇ ਨੂੰ ਕਿਹੜਾ ਮਾਈਕ੍ਰੋਫੋਨ ਚਾਹੀਦਾ ਜੀ ਜੀ। ਮੈਂ ਦਾਅਵੇ ਨਾਲ ਕਹਿੰਦਾ, ਕੈਨੇਡਾ 'ਚ ਇੱਕ ਵੀ ਪ੍ਰਮੋਟਰ ਨਹੀਂ ਹੋਏਗਾ ਜਿਹੜਾ ਕਿ ਇੰਨੀ ਐਫਰਟ ਕਰਦਾ ਕਿ ਮੈਂ ਦੱਸਾਂ ਕਿਹੜੇ, ਕਿਉਂਕਿ ਮੈਨੂੰ ਟੈਕਨੀਕਲੀ ਇੱਕ ਮੇਰਾ ਦੋਸਤ ਹੈ ਬਬਲੀ, ਹਾਂਜੀ ਜੀ, ਮੈਂ ਉਹ ਮੇਰਾ ਸਾਊਂਡ ਕਰਦਾ ਸੀ, ਉਹਨੇ ਮੈਨੂੰ ਲਿਖ ਕੇ ਦੇ ਦਿੱਤਾ ਵੀ ਇੰਨੇ ਮਾਈਕ੍ਰੋਫੋਨ, ਇੰਨੇ ਸਟੈਂਡ ਆ। ਜੇ ਮੈਂ ਵੈਨਕੂਵਰ ਸ਼ੋਅ ਕਰਨ ਗਿਆ ਤਾਂ ਉਹਨਾਂ ਨੂੰ 2 ਹਫ਼ਤੇ ਪਹਿਲਾਂ ਪਤਾ ਬੰਦੇ ਦੀ ਕੀ ਡਿਮਾਂਡ ਹੈ ਜੀ। ਜਿਹੜਾ ਸਰਤਾਜ ਸੀ ਉਹ ਗੱਬੇ ਬਹਿੰਦਾ ਸੀ, ਉਹਦਾ ਥੋੜਾ ਇੰਨਾ ਕੁ ਉੱਚਾ ਸੀ ਮੁੰਡਿਆਂ ਨਾਲ ਜੀ। ਤੇ ਮੈਂ ਉਹਦਾ ਨਕਸ਼ਾ ਆਪਣੇ ਪਾਪਾ ਜੀ ਤੋਂ ਬਣਵਾ ਲਿਆ ਸੀ, ਮੇਰੇ ਫਾਦਰ ਡਰਾਇੰਗ ਮਾਸਟਰ ਸੀ। ਤੇ ਉਹਦੀ ਕਿੰਨੇ ਫੁੱਟ ਕਿੰਨੇ ਇੰਚ ਇੱਧਰ ਨੂੰ ਤੇ ਇੰਨੇ ਦਾ ਜੀ। ਤੇ ਮੈਂ ਉਹਨਾਂ ਨੂੰ ਫੈਕਸ ਕਰ ਦਿੰਦਾ ਸੀ ਜਾਂ ਈਮੇਲ ਤਾਂ ਮੇਰੀ ਉਹ ਸਟੇਜ ਪਹਿਲਾਂ ਹੀ ਬਣਾਉਣ ਲੱਗੇ ਹੁੰਦੇ ਸੀ। ਵਾਹ ਵਾਹ। ਗੋਰਿਆਂ 'ਚ ਡਿਸਪਲਿਨ ਹੈ, ਜੇ ਅਸੀਂ ਰਹਿ ਕੇ ਉਹਨਾਂ ਤੋਂ ਸਿੱਖ ਸਕਦੇ ਹਾਂ, ਕਿਉਂ ਨਾ ਸਿੱਖੋ। ਅਨੁਸ਼ਾਸਨ ਦੀ ਕਮੀ ਤੁਸੀਂ ਸਮਝਦੇ ਹੋ? ਔਰ ਦੂਜੀ ਇੱਕ ਗੱਲ ਹੋਰ ਜਿਹੜੀ ਇਕਬਾਲ ਜੀ, ਮੀਡੀਆ ਦੇ ਵਿੱਚ ਖਾਸ ਕਰਕੇ ਤੁਸੀਂ ਦੱਸਿਆ ਕਿ ਵੀ ਕੁਝ ਚੰਗਾ ਮਾੜਾ ਸਭ ਸਾਰੇ ਸਮਿਆਂ ਦੇ ਵਿੱਚ ਚੱਲਦਾ ਹੀ ਆ ਰਿਹਾ।
ਅੱਜ ਦੀ ਡੇਟ ਦੇ ਵਿੱਚ, ਅੱਜ ਦੀ ਜੇ ਮੈਂ ਗੱਲ ਕਰਾਂ ਤਾਂ ਮੀਡੀਆ ਦੇ ਵਿੱਚ ਚਾਪਲੂਸੀਪੁਣਾ ਜਿਹੜਾ ਉਹ ਕਾਫੀ ਵਧਿਆ ਹੋਇਆ, ਇਹਦਾ ਕੀ ਤੁਹਾਡਾ ਕੋਈ ਖਿਆਲ? ਮੈਂ ਸੱਚੀ ਦੱਸਾਂ, ਮੈਂ ਅੱਜ ਕੱਲ ਅਵੋਇਡ ਕਰਦਾ ਦੇਖਣਾ। ਮੈਂ ਥਿੰਦ ਸਾਹਿਬ ਨੇ ਵੈਨਕੂਵਰ ਤੋਂ, ਉਹਨਾਂ ਨੂੰ ਬਹੁਤ ਸਤਿਕਾਰ ਕਰਦਾ, ਮੇਰੇ ਦੋਸਤ ਵੀ ਨੇ ਜੀ। ਪਰ ਜੇ ਦੋਸਤ ਨਾ ਵੀ ਹੁੰਦੇ, ਮੈਂ ਉਹਨਾਂ ਦੀ ਬੋਲਣਾ ਮੈਨੂੰ ਬਹੁਤ ਪਸੰਦ ਹੈ। ਜੋ ਇੰਟਰਵਿਊ ਕਰਦੇ ਨੇ ਤਾਂ ਬੋਲਣ ਵਾਲੇ ਨੂੰ ਵਕਤ ਦਿੰਦੇ ਨੇ ਜੀ। ਕਈ ਮੈਂ ਇੰਟਰਵਿਊ ਕਰਦੇ ਨੇ, ਉਹ ਸਵਾਲ ਵੀ ਆਪੇ ਕਰ ਲੈਂਦੇ, ਜਵਾਬ ਵੀ ਆਪੇ ਭਾਲ ਲੈਂਦੇ। ਹੁਣ ਤੁਸੀਂ ਮੇਰੇ ਤੇ ਤਾਂ ਪਤਾ ਨਹੀਂ ਲਾ ਰਹੇ? ਨਹੀਂ। ਤੁਸੀਂ ਕਿਸੇ ਮਹਿਮਾਨ ਨੂੰ ਗੱਲ ਕਰਨ ਲਈ ਸੱਦਿਆ ਜੀ, ਤੇ ਜਿਹੜੀ ਗੱਲ ਉਹ ਤੋਂ ਸੁਣਨੀ ਚਾਹੁੰਦੇ ਹੋ ਉਹਨੂੰ ਲੀਡ ਦੇ ਦਿਓ, ਆਪੇ ਤੁਹਾਨੂੰ ਦੱਸ ਦੇਗਾ। ਬਿਲਕੁਲ ਠੀਕ। ਹਾਂਜੀ। ਤੇ ਮੈਂ ਸਮਝਦਾ ਕਿ ਹਰ ਖੇਤਰ 'ਚ ਬੰਦੇ ਨੂੰ ਟ੍ਰੇਨਿੰਗ ਲੈ ਲੈਣੀ ਚਾਹੀਦੀ, ਕੋਈ ਹਰਜ ਨਹੀਂ ਜੀ। ਕੋਈ ਸਿਆਣਾ ਬੰਦਾ ਉਹਦੇ ਕੋਲ ਜਾ ਕੇ ਸਿੱਖ ਲਓ। ਤੇ ਬਾਕੀ ਪੜ੍ਹਨ ਦਾ ਸ਼ੌਕ ਨਾਲ ਤੁਹਾਡੀ ਵੋਕੈਬਲਰੀ 'ਚ ਵਾਧਾ ਹੁੰਦਾ ਜੀ। ਜਿਹੜੇ ਸ਼ਬਦ ਜੋੜ ਨੇ ਕਿਸ ਤਰ੍ਹਾਂ। ਮਾਫ ਕਰਨਾ, ਮਾਈਂਡ ਨਾ ਕਰਿਓ, ਇੱਕ ਕਾਲ ਲੈ ਲਈਏ ਫਿਰ ਆਪਾਂ ਅੱਗੇ ਚੱਲਦੇ ਹਾਂ ਜੀ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਪ੍ਰੋਗਰਾਮ ਦੇਖ ਰਹੀ ਸੀ ਜੀ ਜੀ। ਮੈਨੂੰ ਬਹੁਤ ਵਧੀਆ ਲੱਗਿਆ ਇਕਬਾਲ ਸਰ ਨੂੰ ਦੇਖ ਕੇ ਟੀਵੀ ਤੇ ਜੀ, ਸ਼ੁਕਰੀਆ। ਜੋ ਇਹਨਾਂ ਨੇ ਗੱਲ ਕੀਤੀ ਹੈ ਪ੍ਰੋਗਰਾਮ ਪ੍ਰੈਜੈਂਟੇਸ਼ਨ ਦੀ, ਪ੍ਰੈਪਰੇਸ਼ਨ ਦੀ, ਮੈਂ ਐਕਚੁਅਲੀ ਇਹ ਦੇਖਿਆ ਜਦੋਂ ਆਈ ਵਾਸ ਇਨ ਕੈਲਗਰੀ। ਮੈਂ ਸਤਿੰਦਰ ਸਰਤਾਜ ਦਾ ਸ਼ੋਅ ਦੇਖਿਆ ਸੀਗਾ ਜੀ ਜੀ। ਤੇ ਉੱਥੇ ਅਸੀਂ ਇਹ ਸੋਚਿਆ ਸੀ ਕਿ ਸ਼ੋਅ ਤਾਂ ਲੇਟ ਹੀ ਸ਼ੁਰੂ ਹੁੰਦੇ ਆ, ਪਰ ਉਹ ਔਨ ਟਾਈਮ ਸ਼ੁਰੂ ਹੋ ਗਿਆ ਸੀ। ਅਸੀਂ ਹਾਫ ਐਨ ਆਵਰ ਦਾ ਮਿਸ ਕੀਤਾ ਸੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਮੈਂ ਬਹੁਤ ਫੈਨ ਆ ਸਰ ਦੀ। ਮੈਂ ਛੇਤੀ ਕਿਤੇ ਤਾਂ ਪ੍ਰੈਜ਼ੈਂਟਰ ਲਈ ਕਾਲ ਨਹੀਂ ਕਰਦੀ ਹੁੰਦੀ, ਬਟ ਹੀ ਇਜ਼ ਰੀਲੀ ਗੁੱਡ। ਥੈਂਕ ਯੂ। ਕਹਿੰਦੇ ਟਾਈਮ ਸਿਰ ਸ਼ੁਰੂ ਹੋ ਗਿਆ ਜੀ ਜੀ। ਬਹੁਤ ਬਹੁਤ ਸ਼ੁਕਰੀਆ ਤੁਹਾਡਾ ਫੀਡਬੈਕ ਦੇਣ ਦੇ ਲਈ। ਤੁਹਾਨੂੰ ਪਤਾ ਤੁਸੀਂ 8 ਵਜੇ ਸ਼ੋਅ ਕਰਨਾ, ਸਹੀ ਹੈ? ਤੂੰ ਮੈਂ 7:30 ਵਜੇ ਉਹਦੇ ਫਲਾਇਰ ਤੇ ਲਿਖਿਆ ਹੁੰਦਾ ਜੀ। ਜਦ ਮੇਰੇ ਜਿਹੜੇ ਸਾਜੀ ਨੇ ਉਹ 5, 5:30 ਵਜੇ ਪਹੁੰਚ ਜਾਂਦੇ ਨੇ। ਤਬਲੇ ਵਾਲੇ, ਵਾਜੇ ਵਾਲੇ, ਉਹ ਜਿਹੜੀ ਪੋਜੀਸ਼ਨ ਆ ਉਹ ਬਹਿ ਕੇ ਫਿਰ ਉਹ ਸਾਊਂਡ ਆ ਚੈੱਕ ਦਿੰਦੇ ਨੇ। ਉਹ ਅੱਛਾ ਇਹਨੂੰ ਉੱਚਾ ਕਰ ਦਿਓ, ਨੀਵਾਂ ਕਰ ਦਿਓ, ਜੋ ਵੀ ਹੈ। ਤੇ ਜਦੋਂ 6 ਵਜਦੇ ਸੀ, ਸਰਤਾਜ ਸਟੂਡੀਓ ਉੱਥੇ ਥੀਏਟਰ 'ਚ ਆ ਜਾਂਦਾ ਜੀ। ਉਹਨੇ ਆਪਣੀ ਜਗ੍ਹਾ ਤੇ ਬਹਿ ਕੇ ਉਹਨੇ ਆਵਾਜ਼ ਲਾਣੀ, ਉਹਨੇ ਇਹ 'ਚ ਰਿਵਰਬ ਪਾ ਦਿਓ, ਜੋ ਵੀ ਹੈ। ਵੀਲ ਗੋ ਅੰਟਿਲ 6:30। 6:30 'ਚ ਉਹਨੇ ਗਾਣਾ ਸਾਰੇ ਸਾਜੀਆਂ ਨੇ ਵਜਾਣਾ। ਮੈਂ ਕਿਹਾ ਵੀ ਕਾਕਾ ਠੀਕ ਹੈ? ਉਹਨੇ ਕਿਹਾ ਅੰਕਲ ਠੀਕ ਹੈ। ਮੇਨ ਸਵਿਚ ਬੰਦ ਕੀਤਾ, ਜਾਓ ਕੱਪੜੇ ਬਦਲੋ, ਚਾਹ ਪਾਣੀ ਪੀਓ। ਫਿਰ ਅਸੀਂ ਸਟੇਜ ਤੇ 7:30 ਵਜੇ ਅਰਦਾਸ ਤੇ ਨਾਲੇ ਦਰਵਾਜ਼ੇ ਖੋਲ ਦਿੰਦੇ ਵਾਹ ਲੋਕੀ ਜੀ। ਇੱਕ ਵਾਰੀ ਸਾਡੇ ਇੱਥੇ ਮੈਂਬਰ ਪਾਰਲੀਮੈਂਟ ਸੀ, ਉਹਨਾਂ ਨੇ ਮੈਨੂੰ ਕਿਹਾ ਕਿ ਮਾਲ ਸਾਹਿਬ ਤੁਸੀਂ ਮੈਨੂੰ ਕਦੀ ਸੱਦਿਆ ਨਹੀਂ। ਮੇਰਾ ਨਿੱਜੀ ਵਿਚਾਰ ਹੈ ਕਿ ਲੋਕੀ ਸੁਰਿੰਦਰ ਕੌਰ ਨੂੰ ਜਾਂ ਕਿਸੇ ਆਰਟਿਸਟ ਨੂੰ ਗਾਣਾ ਸੁਣਨ ਆਏ ਨੇ, ਪੈਸੇ ਦਿੱਤੇ ਨੇ, ਉਹ ਪੋਲੀਟੀਕਲ ਭਾਸ਼ਣਾਂ 'ਚ ਇੰਟਰਸਟ ਨਹੀਂ ਜੀ, ਮੇਰੀ ਸਮਝ ਕਹਿੰਦੀ। ਜੀ ਜੀ। ਤੇ ਪਰ ਫਿਰ ਵੀ ਕਿਉਂਕਿ ਮੈਂ ਇੱਥੇ ਰਹਿਣਾ, ਮੈਂ ਕਹਿੰਦੀ ਤੁਸੀਂ ਆ ਜਾਓ। ਮੇਰੀ ਇੱਕੋ ਬੇਨਤੀ ਆ, ਤੁਸੀਂ 8 ਵਜਣ 'ਚ 5 ਮਿੰਟ ਤੇ ਆਇਓ, ਮੇਰੇ ਕੋਲ ਹੋਇਓ, ਮੈਂ ਤੁਹਾਨੂੰ 10 ਮਿੰਟਾਂ 'ਚ ਫਾਰ ਕਰਦਾ, ਫਿਰ ਜਿੱਥੇ ਮਰਜ਼ੀ ਟੁਰ ਜਾਓ। ਕਹਿੰਦੇ ਠੀਕ ਹੈ ਜੀ। 8 ਵਜ ਗਏ, ਕੋਈ ਬੰਦਾ ਨਹੀਂ। 8 ਵਜ ਗਏ 5 ਮਿੰਟ ਹੋ ਗਏ, ਕੋਈ ਬੰਦਾ ਨਹੀਂ। ਮੈਂ ਸਾਡੀ ਨੀਤਾ ਬਲਵਿੰਦਰ, ਸਾਡਾ ਮੇਰੀ MC ਹੁੰਦੀ, ਮੈਂ ਕਿਹਾ ਜਾ ਬੇਟੇ ਚੜ੍ਹ ਜਾ। ਉਹਨੇ ਇੰਟਰੋਡਿਊਸ ਕੀਤਾ, ਸਰਤਾਜ ਆ ਗਿਆ। ਉਹਨੇ ਆਪਣਾ ਗਾਣਾ ਸ਼ੁਰੂ ਕਰ, ਸਾਈਂ ਦਾ ਜੋ ਵੀ ਹੈ। 8:25 ਤੇ ਮੈਂਬਰ ਪਾਰਲੀਮੈਂਟ ਅੰਦਰ ਵੜ ਰਹੇ ਨੇ ਤੇ ਮੈਨੂੰ ਕਹਿੰਦੇ ਜੀ ਉਹ ਫਲਾਣੇ ਸਾਹਿਬ ਆਏ ਨੇ। ਮੈਂ ਕਿਹਾ ਏਦਾਂ ਕਰੋ, ਉਹਨਾਂ ਨੂੰ ਫਰੰਟ ਰੋ ਦੀਆਂ ਸੀਟਾਂ ਖਾਲੀ ਰੱਖਿਓ ਤੇ ਬਿਠਾ ਦਿਓ। ਤੇ ਉਹ ਬਿਠਾਲ ਦਿੱਤੇ ਜੀ। ਘੰਟੇ ਕੁ ਬਾਅਦ ਉਹਨਾਂ ਨੇ ਬੰਦਾ ਭੇਜਿਆ ਵੀ ਮੇਰੀ ਵਾਰੀ ਕਦੋਂ ਆਣੀ। ਮੈਂ ਕਿਹਾ ਜੀ ਤੁਹਾਡੀ ਵਾਰੀ 11 ਵਜੇ ਆਣੀ, ਜਦ ਮੁੰਡੇ ਨੇ ਖਤਮ ਕਰਨਾ ਜੀ। ਮੈਂ ਕੋਈ ਸ਼ੇਖੀ ਨਹੀਂ ਮਾਰਦਾ, ਡੋਂਟ ਗੈਟ ਮੀ ਰੋਂਗ ਜੀ। ਜਿਹੜਾ ਮੈਂ ਸਮਝਦਾ, ਜਿਹੜੇ ਬੰਦੇ ਮੇਰੇ ਸਾਹਮਣੇ ਬੈਠੇ ਆ, ਜਿਨ੍ਹਾਂ ਨੇ ਪੈਸੇ ਦਿੱਤੇ 10, 20, 50, ਚਾਹੇ $2 ਦਿੱਤੇ, ਉਹਨਾਂ ਦਾ ਹੱਕ ਪੂਰਾ ਹੋਣਾ ਚਾਹੀਦਾ। ਬਿਲਕੁਲ ਸਹੀ ਹੈ। ਤੋ ਇਹ ਮੈਂ ਵੈਨਕੂਵਰ ਜਾਂਦਾ, ਉੱਥੇ ਕੁਈਨਜ਼ ਥੀਏਟਰ, ਐਲਿਜ਼ਬeth ਥੀਏਟਰ ਜੀ, ਮੈਂ ਉਹਨਾਂ ਨੂੰ ਸਾਰਾ ਸਮਾਨ ਭੇਜਿਆ ਜੋ ਮੈਂ ਕਿਹਾ ਤਿਆਰ। ਉੱਥੇ ਵੀ ਸਿਸਟਮ, ਮੈਂ ਕੈਨੇਡਾ 'ਚ 6 ਸ਼ੋਅ ਕਰਨੇ ਸੀ, ਮੈਂ 18 ਸ਼ੋਅ ਕੀਤੇ ਨੇ, 17 ਸੋਲਡ ਆਊਟ ਸੀ। ਬਹੁਤ ਅੱਛਾ। ਮੈਂ ਵੈਨਕੂਵਰ ਉਹਦਾ ਸ਼ੋਅ ਵੇਚਦਾ ਸੀ, ਕੋਈ ਲੈ ਕੇ ਰਾਜੀ ਨਹੀਂ। ਜਗਜੀਤ ਸਿੰਘ ਜਦੋਂ ਮੈਂ ਪਹਿਲੀ ਵਾਰੀ ਲਾਇਆ 78 'ਚ ਜੀ, ਤੇ ਲੋਕੀ ਮੇਰਾ ਮਜ਼ਾਕ ਉਡਾ ਰਹੇ, ਇਹਨੂੰ ਕੌਣ ਸੁਣੂਗਾ ਸਰਦਾਰ ਨੂੰ। ਸੀਰੀਅਸਲੀ। ਅੱਛਾ, ਉਦੋਂ ਪੱਗ ਬੰਨ੍ਹਦੇ ਸੀ? ਨਹੀਂ, ਮੋਨਾ ਸੀ। ਅੱਛਾ। ਚਿਤਰਾ ਸਿੰਘ ਆਏ ਨਾਲ, ਉਹਨਾਂ ਦੇ ਤਬਲੇ, ਹੋਰ ਕੋਈ ਨਹੀਂ ਸੀ। ਅਸੀਂ ਇੱਥੇ ਇੱਕ ਸਕੂਲ ਹੈ, ਡੌਨ ਬਾਸਕੋ ਸਕੂਲ ਹੈ ਇਜ਼ਲਿੰਗਟਨ ਤੇ, ਉੱਥੇ ਸ਼ੋਅ ਕੀਤਾ ਤੇ ਮੇਰੇ ਕੋਲ $8 ਟਿਕਟ ਸੀ ਕਿ $7, ਬੜਾ ਛੋਟਾ ਜਿਹਾ ਟਿਕਟ ਰੱਖਿਆ ਤੇ ਮਰ ਕੇ 400 ਬੰਦਾ ਆਇਆ ਸੀ ਜੀ। ਜਗਜੀਤ ਸਿੰਘ ਦੀ ਫਿਰ ਮਹਿਫਲਾਂ ਕਰਾਈਆਂ, ਇੱਧਰ ਉੱਧਰ ਗੱਲ ਕੀ।
ਉਹ ਟੋਰਾਂਟੋ ਤੋਂ ਬਾਅਦ ਮੌਂਟਰੀਅਲ ਸ਼ੋਅ ਕਰਨ ਗਏ, 92 ਬੰਦੇ ਥੀਏਟਰ 'ਚ ਉਹਨੂੰ ਦੇਖਣ ਆਏ ਸੀ। ਵਾਹ ਵਾਹ। ਤੇ ਉੱਥੇ ਜਗਜੀਤ ਸਿੰਘ ਨੂੰ ਲੋਕੀ ਟੁੱਟ ਕੇ ਪੈਂਦੇ ਸੀ, ਟਿਕਟਾਂ ਨਹੀਂ ਸੀ ਲੱਭਦੀਆਂ। ਗੁਣੀ ਲੋਕ ਆਪਣੇ ਭਾਰਤ 'ਚ ਬਹੁਤ ਨੇ, ਸਿਰਫ ਮਾਫ ਕਰਨਾ ਤੁਹਾਡੀ ਗੱਲ ਕੱਟ ਰਿਹਾ, ਪਰ ਗੁਣਾਂ ਨੂੰ ਚਮਕਾਉਣਾ ਜਾਂ ਕਹਿੰਦੇ ਨੇ ਜੌਹਰੀ ਨੂੰ ਪਤਾ ਹੁੰਦਾ ਹੀਰਾ ਕਿੱਥੇ ਆ। ਔਰ ਤੁਸੀਂ ਜਦੋਂ ਆਪਾਂ ਜਗਜੀਤ ਸਿੰਘ ਜੀ ਦੀ ਗੱਲ ਕਰੀਏ, ਫਿਰ ਗੁਰਦਾਸ ਮਾਨ ਹੋਣਾ ਦੀ ਗੱਲ ਕਰੀਏ, ਉਹਨਾਂ ਦਾ ਵੀ ਪਹਿਲਾ ਸ਼ੋਅ ਮੈਂ ਹੀ ਕੀਤਾ, ਸਰਤਾਜ ਹੋਣਾ ਦੀ ਗੱਲ ਕਰੀਏ, ਨੂਰਾ ਸਿਸਟਰ ਵੀ ਮੈਨੂੰ ਲੱਗਦਾ ਤੁਸੀਂ ਇੰਟਰੋਡਿਊਸ ਕਰਵਾਇਆ। ਔਰ ਇੰਨੇ ਇਹ ਜਿਹੜੇ ਇਸ ਤਰ੍ਹਾਂ ਦੇ ਹੀਰੇ ਨਿਕਲੇ ਆ ਤੇ ਉਹ ਫੋਰਐਵਰ ਬਣ ਗਏ ਆ। ਤੇ ਇਹ ਮੈਨੂੰ ਇਹ ਵੀ ਸੁਣਨਾ ਮਿਲਿਆ, ਔਰ ਇਹ ਕੋਈ ਅਤਕਥਨੀ ਨਹੀਂ ਹੋਵੇਗੀ ਕਿ ਇਹ ਕਹਿੰਦੇ ਵੀ ਜੇ ਮਾਹਲ ਸਾਹਿਬ ਦਾ ਜੇ ਥਾਪੜਾ ਮਿਲ ਜੇ ਨਾ ਤੇ ਬੰਦਾ ਕਹਿੰਦੇ ਵੀ ਅੰਬਰੀਸ਼ ਜਿਹੜਾ ਸ਼ੂ ਲੈਂਦਾ। ਉਹ ਐਸੀ ਗੱਲ ਨਹੀਂ, ਗੱਲ ਇਹ ਆ ਕਿ ਪਹਿਲਾਂ ਜਿਹੜਾ ਬੰਦਾ ਮੈਂ ਚੁਣਦਾ ਉਹ ਚੁਣਦਾ ਜਿਹ 'ਚ ਵੱਖਰੀ ਗੱਲ ਹੋਵੇ। ਮੈਨੂੰ ਸੁਰ ਗਿਆਨ ਨਹੀਂ ਸੀ ਜੀ। ਜਗਜੀਤ ਸਿੰਘ ਦੀ ਮਿਹਰਬਾਨੀ ਨਾਲ ਉਹਨੇ ਇੱਕ ਬੰਦਾ ਸੀ ਜਿਹਦਾ ਮੈਂ ਰਿਕਾਰਡ ਬਣਾਉਣੀ ਜਾਂਦਾ ਸੀ, ਮੈਨੂੰ ਕਹਿੰਦਾ ਤੂੰ ਰਿਕਾਰਡ ਕਿਉਂ ਬਣਾਉਂਦਾ? ਮੈਂ ਕਿਹਾ ਮੇਰਾ ਆਈ ਲਵ ਹੈ, ਮੇਰਾ ਫਰੈਂਡ ਹੈ। ਕਹਿੰਦਾ ਬੰਦਾ ਬਸੁਰਾ, ਐਵੇਂ ਨਾ ਪੈਸੇ ਪੱਟ, ਤੇਰੇ ਟੱਬਰ ਨੂੰ ਲੋੜ ਹੈ। ਅੱਛਾ, ਮੈਂ ਕਿਹਾ ਉਹ ਕੀ ਹੁੰਦਾ? ਹਮ ਸੱਚ ਦੱਸ, ਮਤਲਬ ਬੇਸੁਰਾ। ਹਾਂ, ਮਤਲਬ ਫਿਰ ਮੈਂ ਰਿਕਾਰਡ ਬਣਾਉਣੇ ਬੰਦ ਕਰ ਲਏ। ਫਿਰ ਮੈਂ ਟਾਵੇਂ ਬਣਾਏ ਨੇ, ਮੈਂ ਕੋਈ 30-35 ਟਾਈਟਲ ਬਣਾਏ। ਸਾਡੇ ਵੇਲੇ ਕਸੈਟ ਨਹੀਂ ਸੀ ਹੁੰਦੇ, ਪਲਾਸਟਿਕ ਦੇ ਵਾਈਨਲ ਦੇ ਰੈਕਡ ਜਿਹੜੇ ਇਹ ਹੁੰਦੇ ਸੀ। ਉਹ ਤੋਂ ਪਹਿਲਾਂ ਤਵੇ ਹੁੰਦੇ ਸੀ, ਤਵਿਆਂ ਦੇ ਯੁੱਗ ਤੋਂ ਆ ਪਲਾਸਟਿਕ ਸ਼ੁਰੂ ਹੋਈ ਸੀ ਜੀ। ਤੋ ਬੜੀ ਸੀਮਾ ਕਿੰਨੇ ਇੱਥੇ ਦੁਕਾਨ ਨਹੀਂ ਸੀ ਰਿਕਾਰਡਾਂ ਦੀ। ਫਿਰ ਜਰਾੜ ਸਟਰੀਟ ਤੇ ਇੱਕ ਖੁੱਲੀ ਜੀ। ਫਿਰ ਜਿਹੜੇ ਸਾਡੇ ਯਾਰ ਬੇਲੀ ਸੀ, ਭੋਗਲ ਸਾਹਿਬ ਮੇਰੇ ਦੋਸਤ ਹੁੰਦੇ ਸੀ, ਉਹਨਾਂ ਕੋਲ ਕਾਫੀ ਕਲੈਕਸ਼ਨ ਸੀ ਤੇ ਮੈਂ ਜਾ ਕੇ ਉਹਨਾਂ ਦੇ ਰਿਕਾਰਡ 5-7 ਚੁੱਕ ਲਿਆਣੇ ਜੀ। ਦੋਸਤ ਸੀ, ਮਿਹਰਬਾਨ ਸੀ। ਤੇ ਉਦੋਂ ਬੜਾ ਤੰਗ ਸੀ। ਕਸੈਟ ਤਾਂ ਬਾਅਦ 'ਚ ਆਈ ਹੈ, ਆ ਸੀਡੀਆਂ ਤਾਂ ਕੱਲ੍ਹ ਦੀ ਗੱਲ ਹੈ ਜੀ। ਤੇ ਬੜਾ ਅੱਛਾ, ਪਰ ਇੱਕ ਜ਼ਰੂਰ ਸੀ, ਮੇਰਾ ਪ੍ਰੋਗਰਾਮ 4:30 ਤੋਂ 5:30 CJMR ਰੇਡੀਓ ਤੋਂ ਹੁੰਦਾ ਸੀ ਜੀ ਜੀ। ਜੇ ਤੁਸੀਂ ਛਿੱਕ ਵੀ ਮਾਰੀ ਆ ਤਾਂ ਲੋਕੀ ਦੱਸਦੇ ਭਾਜੀ ਤੁਸੀਂ ਅੱਜ ਛਿੱਕ ਮਾਰੀ ਸੀ। ਅੱਛਾ, ਇੰਨਾ ਧਿਆਨ ਨਾਲ ਸੁਣਦੇ। ਹਾਂ, ਗੁਰਦੁਆਰਿਓਂ ਨਿਕਲ ਕੇ ਉਦੋਂ ਹੈ ਹੀ ਹੋਰ ਪੰਜਾਬੀ ਪ੍ਰੋਗਰਾਮ ਨਹੀਂ ਸੀ। ਅੱਛਾ, ਇੱਕ ਵਾਰੀ ਵਾਸ਼ਿੰਗਟਨ ਗਿਆ ਤੇ ਮੇਰੇ ਉੱਥੇ ਇੱਕ ਦੋਸਤ ਸੀ, ਕਹਿੰਦੇ ਯਾਰ ਤੂੰ ਉੱਥੇ ਰਹਿਣਾ, ਮੇਰਾ ਇੱਕ ਦੋਸਤ ਹੁੰਦਾ ਸੀ ਬੰਗਾਲੀ ਮਹੱਲੇ 'ਚ, ਫਲਾਨਾ ਉਹਦਾ ਨਾਂ ਸੀ, ਪਤਾ ਕਰੀ। ਮੈਨੂੰ ਪਤਾ ਉਹ ਕੈਨੇਡਾ 'ਚ ਹੈ। ਮੈਂ ਕਿਹਾ ਜੇ ਟੋਰਾਂਟੋ ਹੈ ਫਿਰ ਤਾਂ ਲੱਭ ਜਾਏਗਾ। ਤੋ ਜਦੋਂ ਮੈਂ ਇੱਥੇ ਪਰਤ ਕੇ ਆਇਆ ਤਾਂ ਮੈਂ ਰੇਡੀਓ 'ਤੇ ਅਨਾਉਂਸ ਕੀਤਾ ਕਿ ਫਲਾਨੇ ਨਾਂ ਦਾ ਬੰਦਾ ਜਿਹੜਾ ਬੰਗਾਲੀ ਮੁਹੱਲਾ ਅੰਬਾਲੇ ਦਾ ਸੀ, ਕੋਈ ਉਹਦੇ ਵੇਅਰ ਅਬਾਊਟ ਪਤਾ ਹੋਵੇ ਤਾਂ ਮੈਨੂੰ ਪਲੀਜ਼ ਕਾਲ ਮੀ। ਹਾਲੇ ਮੈਂ ਰੱਖਿਆ ਹੀ ਫੋਨ ਘੰਟੀ ਵਿੱਚ, ਭਾਜੀ ਉਹ 246 ਨੰਬਰ ਟੈਕਸੀ ਚਲਾਉਂਦਾ। ਅੱਛਾ, ਇੰਨੀ ਸ਼ਿੱਦਤ ਨਾਲ ਲੋਕੀ ਸੁਣਦੇ। ਵਾਹ, ਕੀ ਬਾਤ ਹੈ। ਸੋ ਇਕਬਾਲ ਜੀ, ਇੱਕ ਸਮਾਂ ਹੋ ਚੱਲਿਆ ਇੱਕ ਬ੍ਰੇਕ ਦਾ। ਬ੍ਰੇਕ ਤੋਂ ਬਾਅਦ ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਪਰਤਦੇ ਹਾਂ, ਔਰ ਗੱਲਾਂ ਬਹੁਤ ਨੇ। ਔਰ ਮੈਂ ਦਰਸ਼ਕਾਂ ਨੂੰ ਦੱਸ ਦੇਵਾਂ ਕਿ ਇਹ ਪਹਿਲੀ ਸ਼ਖਸੀਅਤ ਹੈ ਜਿਨ੍ਹਾਂ ਨੇ ਰਿਕਾਰਡ ਤਿਆਰ ਕਰਨੇ ਸ਼ੁਰੂ ਕੀਤੇ ਕੈਨੇਡਾ ਦੇ ਵਿੱਚ, ਔਰ ਹੋਰ ਬਹੁਤ ਸਾਰੀਆਂ ਗੱਲਾਂ ਜਿਨ੍ਹਾਂ ਦੇ ਵਿੱਚੋਂ ਪਹਿਲੇ ਹੀ ਹੈ। ਤੇ ਹੋਰ ਆਪਾਂ ਬ੍ਰੇਕ ਤੋਂ ਬਾਅਦ ਫਿਰ ਇਹਨਾਂ ਦੇ ਨਾਲ ਹੋਰ ਚਰਚਾ ਕਰਦੇ ਹਾਂ। ਛੋਟੀ ਜਿਹੀ ਬ੍ਰੇਕ ਤੋਂ ਬਾਅਦ ਜਲਦ ਪਰਤਦੇ ਹਾਂ। ਸ਼ੁਕਰੀਆ। ਕਿ ਤੁਸੀਂ ਵੀ ਲੱਭ ਰਹੇ ਹੋ ਪ੍ਰਾਪਰਟੀ, ਤਾਂ ਅੱਜ ਹੀ ਸੰਪਰਕ ਕਰੋ ਸੁਨੀਲ ਗਰਗ ਨੂੰ, ਜੋ ਕਿ ਵਿਨੀਪੈਗ ਮੈਨੀਟੋਬਾ ਵਿੱਚ ਬਾਇਰਸ ਤੇ ਸੈਲਰਸ ਨਾਲ ਹਰ ਪ੍ਰਾਈਸ ਪੁਆਇੰਟ ਤੇ ਕਰਦੇ ਨੇ ਕੰਮ। ਚਾਹੇ ਬਾਇਰਸ ਲਈ ਮਲਟੀਪਲ ਆਫਰ ਸਿਚੁਏਸ਼ਨ ਹੋਵੇ ਜਾਂ ਸੈਲਰਸ ਲਈ ਵਧੀਆ ਮੁੱਲ ਤੇ ਗੱਲਬਾਤ ਕਰਨਾ, ਸੁਨੀਲ ਗਰਗ ਪ੍ਰੋਵਾਈਡ ਕਰਵਾਉਂਦੇ ਨੇ ਕਲਾਇੰਟਸ ਨੂੰ ਹਰ ਸਿਚੁਏਸ਼ਨ ਵਿੱਚ ਫਾਇਦੇਮੰਦ ਡੀਲ, ਸਿੰਪਲੀਫਾਈਡ ਪ੍ਰੋਸੈਸ ਐਂਡ ਹੈਸਲ ਫ੍ਰੀ ਐਕਸਪੀਰੀਅੰਸ। ਇਹੀ ਚੀਜ਼ ਬਣਾਉਂਦੀ ਹੈ ਸੁਨੀਲ ਗਰਗ ਨੂੰ ਬਾਕੀਆਂ ਨਾਲੋਂ ਵੱਖ। ਫੁੱਲ MLS ਲਿਸਟਿੰਗਸ, strong online presence, open houses until sold, negotiable commission, property कोई भी होवे, residential building, commercial spaces, hotels, gas stations, motels and many more। अपनी ड्रीम प्रॉपर्टी लैन लई आज ही संपर्क करो सुनील गर्ग नू 2042920177 ते। ਸਤਿ ਸ਼੍ਰੀ ਅਕਾਲ ਜੀ, ਮੈਂ ਬਲਜੀਤ ਮੰਡ ਕੋਲਡਵੈਲ ਬੈਂਕਰ ਸਨ ਰਿਐਲਟੀ ਨਾਲ ਕੰਮ ਕਰਦਾ ਹੈਗਾ। ਜੇ ਤੁਹਾਡਾ ਕੋਈ ਵੀ ਪ੍ਰਾਪਰਟੀ ਲੈਣ ਦਾ ਹੈ ਇਰਾਦਾ ਤੇ ਅਸੀਂ ਤੁਹਾਨੂੰ ਲੈ ਕੇ ਦੇਾਂਗੇ, ਇਹ ਹੈ ਸਾਡਾ ਵਾਅਦਾ। ਵਧੀਆ ਤੇ ਭਰੋਸੇਯੋਗ ਸੇਵਾਵਾਂ ਲੈਣ ਵਾਸਤੇ ਡੂ ਕੰਟੈਕਟ ਵਿਦ ਮੀ 4169037171। ਮੈਂ ਬਲਜੀਤ ਮੰਡ ਕੋਲਡਵੈਲ ਬੈਂਕਰ ਸਨ ਰਿਐਲਟੀ ਨਾਲ ਕੰਮ ਕਰਦਾ ਹਾਂ। ਸਤਿ ਸ਼੍ਰੀ ਅਕਾਲ ਜੀ। इंडियन कज़ीन दा स्वाद हुण कैनेडा च? जी हाँ, इंडियन कज़ीन दा स्वाद मिलेगा विनीपेग मैनीटोबा दे सिर्फ ते सिर्फ क्ले ओवन ईस्ट इंडियन रेस्टोरेंट दे विच। ਉਹ ਵੀ
भी किसी एक जगह नहीं, बल्कि क्ले ओवन ईस्ट इंडियन रेस्टोरेंट सर्व्स यू ऑन 3 locations. For memorable food and exceptional value, you can contact us at. You can also mail us at. ਹੁਣ ਤੁਹਾਡੇ ਸੁਪਨਿਆਂ ਦਾ ਘਰ ਖਰੀਦਣਾ ਤੇ ਪ੍ਰਾਪਰਟੀ ਨੂੰ ਵੇਚਣਾ ਹੋਇਆ ਹੋਰ ਵੀ ਸੁਖਾਲਾ, ਕਿਉਂਕਿ ਹੁਣ ਹਰਪ੍ਰੀਤ ਰੱਖਰਾ ਸ਼ੁਰੂ ਤੋਂ ਲੈ ਕੇ ਅੰਤ ਤੱਕ ਦੇਣਗੇ ਤੁਹਾਡਾ ਸਾਥ। ਹਰਪ੍ਰੀਤ ਰੱਖਰਾ ਦਿਵਾਉਣਗੇ ਤੁਹਾਡੀ ਪ੍ਰਾਪਰਟੀ ਤੇ ਬੈਸਟ ਅਤੇ ਫਾਇਦੇਮੰਦ ਟ੍ਰੀਟ। ਅੱਜ ਹੀ ਆਪਣਾ ਨਵਾਂ ਘਰ ਪ੍ਰੀ ਕੰਸਟਰਕਸ਼ਨ ਸਾਈਟ ਜਾਂ ਕੰਡੋਜ਼ ਬੁੱਕ ਕਰਾਉਣ ਲਈ ਕਾਲ ਕਰੋ ਹਰਪ੍ਰੀਤ ਰੱਖੜਾ ਨੂੰ 6477205454 ਤੇ 647 720 5454 ਤੇ। ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ ਤੇ ਤੁਸੀਂ ਦੇਖ ਰਹੇ ਹੋ ਵਿਜ਼ਨ ਪ੍ਰਾਈਮ ਟਾਈਮ ਸ਼ੋ। ਸੋਮਵਾਰ ਤੋਂ ਲੈ ਕੇ ਵੀਰਵਾਰ ਤੱਕ ਅਸੀਂ ਇਸ ਪ੍ਰੋਗਰਾਮ ਨੂੰ ਤੁਹਾਡੀ ਸੇਵਾ 'ਚ ਹਾਜ਼ਰ ਕਰਦੇ ਹਾਂ। 7 ਤੋਂ 8 ਇਸ ਦਾ ਸਮਾਂ ਹੁੰਦਾ ਹੈ ਔਰ ਕੋਸ਼ਿਸ਼ ਇਹੀ ਹੁੰਦੀ ਹੈ ਕਿ ਨਵੀਆਂ ਸ਼ਖਸੀਅਤਾਂ ਔਰ ਨਵੇਂ ਵਿਸ਼ੇ ਦੇ ਨਾਲ ਤੁਹਾਡਾ ਜਿਹੜੀ ਸਾਂਝ ਪਵਾਈ ਜਾਵੇ ਤਾਂ ਕਿ ਜਾਗਰੂਕਤਾ ਫੈਲ ਸਕੇ ਜਾਂ ਅਜਿਹੀ ਸ਼ਖਸੀਅਤ ਨੂੰ ਤੁਹਾਡੇ ਰੂਬਰੂ ਕੀਤਾ ਜਾਵੇ ਜਿਹਦਾ ਯੋਗਦਾਨ ਕੋਈ ਸਮਾਜ ਦੇ ਵਿੱਚ ਹੋਇਆ ਹੋਵੇ, ਚਾਹੇ ਪੰਜਾਬੀ ਕਮਿਊਨਿਟੀ ਦੀ ਗੱਲ ਕਰੀਏ, ਚਾਹੇ ਕਿਸੇ ਵੀ ਸੇਵਾ ਦੇ ਤੌਰ ਤੇ ਕਰ ਰਿਹਾ, ਉਹਨਾਂ ਅਜਿਹੀਆਂ ਸ਼ਖਸੀਅਤਾਂ ਨੂੰ ਤੁਹਾਡੇ ਰੂਬਰੂ ਕਰਦੇ ਹਾਂ। ਅਗਰ ਕਿਸੇ ਕਿਸਮ ਦਾ ਸਵਾਲ ਜਾਂ ਤੁਸੀਂ ਸੁਝਾਅ ਕੋਈ ਦੇਣਾ ਚਾਹੁੰਦੇ ਆ ਜਾਂ ਤੁਸੀਂ ਕੋਈ ਫੀਡਬੈਕ ਵੀ ਦੇਣਾ ਚਾਹੁੰਦੇ ਆ ਕਿ ਅਸੀਂ ਹੋਰ ਕਿਸ ਤਰੀਕੇ ਦੇ ਨਾਲ ਇਸ ਪ੍ਰੋਗਰਾਮ ਨੂੰ ਨਿਖਾਰ ਸਕਦੇ ਹਾਂ, ਤਾਂ ਪ੍ਰੋਗਰਾਮ ਦੇ ਦੌਰਾਨ ਜਿਹੜਾ ਨੰਬਰ ਥੱਲੇ ਚੱਲ ਰਿਹਾ ਉਹ ਤੁਸੀਂ ਦੇਖ ਰਹੇ ਹੋ, ਫਲੈਸ਼ ਹੋ ਰਿਹਾ ਟੀਵੀ ਦੇ ਥੱਲੇ, ਉਹਦੇ ਉੱਪਰ ਕਾਲ ਕਰਕੇ ਤੁਸੀਂ ਸਾਨੂੰ ਸੁਝਾਅ ਵੀ ਦੇ ਸਕਦੇ ਹੋ ਔਰ ਆਪਣਾ ਕੋਈ ਸਵਾਲ ਜਾਂ ਕੋਈ ਹੋਰ ਜਾਣਕਾਰੀ ਜਿਹੜੀ ਹੈ ਤੁਸੀਂ ਉਹ ਵੀ ਸਾਂਝੀ ਕਰ ਸਕਦੇ ਹੋ। ਅੱਜ ਅਸੀਂ ਸਟੂਡੀਓ ਦੇ ਵਿੱਚ ਗੱਲ ਕਰ ਰਹੇ ਹਾਂ ਇਕਬਾਲ ਮਾਹਲ ਜੀ ਦੇ ਨਾਲ ਔਰ ਇਹ ਕਿਸੇ ਵੀ ਜਿਹੜੀ ਤਾਰੀਫ ਦੇ ਮੁਹਤਾਜ ਨਹੀਂ ਹੈ ਔਰ ਬਹੁਤ ਸਾਰੀ ਗੱਲਾਂ ਇਹਨਾਂ ਦੇ ਨਾਲ ਜੁੜੀਆਂ ਹੋਈਆਂ। ਮੈਂ ਜਿਵੇਂ ਬ੍ਰੇਕ ਤੋਂ ਪਹਿਲਾਂ ਵੀ ਇਹ ਗੱਲ ਕੀਤੀ ਸੀ ਕਿ ਹਰੇਕ ਚੀਜ਼ ਦੇ ਵਿੱਚ ਪਹਿਲੇ ਹੀ ਨੇ, ਚਾਹੇ ਉਹ ਬ੍ਰੌਡਕਾਸਟਿੰਗ ਦੀ ਗੱਲ ਕਰੀਏ, ਮੀਡੀਆਕਾਰ ਦੇ ਤੌਰ ਤੇ ਗੱਲ ਕਰੀਏ, ਫਿਰ ਤੀਜੇ ਨੰਬਰ ਤੇ ਜਿਹੜਾ ਇਹਨਾਂ ਦੇ ਜਿਹੜੇ ਰਿਕਾਰਡ ਬਣਾਏ ਨੇ ਉਹ ਵੀ ਕੈਨੇਡਾ ਦੇ ਵਿੱਚ ਪਹਿਲੇ ਭਾਰਤੀ ਨੇ ਜਿਨ੍ਹਾਂ ਨੇ ਰਿਕਾਰਡ ਤੋਂ ਭਾਵ ਜਿਹੜੇ CD ਕੈਸਟ, ਫਿਰ ਉਸ ਤੋਂ ਬਾਅਦ ਅੱਜ ਕੱਲ੍ਹ ਪੈਨ ਡਰਾਈਵ ਦਾ ਦੌਰ ਆਇਆ, ਉਦੋਂ ਪਹਿਲਾਂ ਦੀ ਗੱਲ ਕਰਦੇ ਜਦੋਂ ਇਹ ਗਾਣੇ ਜਾਂ ਮਨੋਰੰਜਨ ਦਾ ਸਾਧਨ ਹੁੰਦਾ ਸੀ, ਰਿਕਾਰਡ ਹੁੰਦੇ ਸੀ, ਉਹ ਇਹਨਾਂ ਨੇ ਬਣਾਉਣੇ ਸ਼ੁਰੂ ਕੀਤੇ। ਉਹ ਵੀ ਕੈਨੇਡਾ ਦੇ ਵਿੱਚ ਪਹਿਲੇ ਭਾਰਤੀ ਇਕਬਾਲ ਮਾਹਲ ਉਹਨਾਂ ਦੇ ਨਾਮ ਦੇ ਇਹ ਸਿਰਾ ਜਾਂਦਾ। ਸੋ ਇੱਕ ਵਾਰੀ ਫਿਰ ਤੋਂ ਤੁਹਾਡਾ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ। ਸੋ ਇਕਬਾਲ ਜੀ, ਹਾਂਜੀ, ਜਦੋਂ ਬ੍ਰੇਕ ਤੋਂ ਪਹਿਲਾਂ ਆਪਾਂ ਗੱਲ ਕਰ ਰਹੇ ਸੀ ਕਿ ਤੁਸੀਂ ਬਹੁਤ ਸਾਰੇ ਜਿਹੜੇ ਕਲਾਕਾਰ ਹੈ ਉਹਨਾਂ ਨੂੰ ਤੁਸੀਂ ਇੱਥੇ ਪੇਸ਼ ਕੀਤਾ, ਪ੍ਰੈਜ਼ੈਂਟ ਕੀਤਾ, ਤਾਂ ਉਹਨਾਂ ਦੀ ਜਿਹੜੀ ਹੈ ਇੱਕ ਬੱਲੇ ਹੋਈ ਹੈ ਔਰ ਹੁਣ ਤੱਕ ਹੋ ਰਹੀ ਹੈ। ਸੋ ਇਹ ਮੈਂ ਪੁੱਛਣਾ ਚਾਹੁੰਦਾ, ਇਹ ਵੀ ਜਿੱਦਾਂ ਕਹਿੰਦੇ ਅੰਨੇ ਦੇ ਪੈਰ ਹੇਠਾਂ ਬਟੇਰੇ ਵਾਲੀ ਗੱਲ ਸੀ। ਮੇਰੇ ਜਿੱਦਾਂ ਮੈਂ ਭਰਿਆਰ ਸਾਹਿਬ ਦਾ ਜ਼ਿਕਰ ਕੀਤਾ ਸੀ ਤੁਹਾਡੇ ਨਾਲ ਜੀ ਕਿ ਉਹਨਾਂ ਨੇ ਆਸਾ ਸਿੰਘ ਮਸਤਾਨਾ ਤੇ ਪੁਸ਼ਪਾਂਸ ਨੂੰ 77 'ਚ ਇੱਥੇ ਲਿਆਂਦਾ ਸੀ ਤੇ ਉਹਨਾਂ ਨੇ ਉਧਰ ਡਾਊਨ ਵੈਲੀ ਵਾਲਾ ਮਿੰਕਲਰ ਆਡੀਟੋਰੀਅਮ ਸੀ, ਉੱਥੇ ਸ਼ੋਅ ਕੀਤਾ ਜੀ। ਉੱਥੇ 1060 ਸੀਟਾਂ ਨੇ, ਮੇਰੇ ਕੋਲ 500 ਬੰਦਾ ਮਰ ਕੇ ਆਇਆ ਸੀ। ਆਪਾਂ ਨਾ ਇਸ ਗੱਲ ਨੂੰ ਹਜੇ ਸ਼ੁਰੂ ਹੀ ਹੋਈ ਹੈ, ਮੈਂ ਤੁਹਾਨੂੰ ਵਿੱਚ ਇੰਟਰਪਟ ਕਰ ਰਿਹਾ, ਕਾਲ ਲੈ ਲਈਏ ਤੇ ਉਸ ਤੋਂ ਬਾਅਦ ਆਪਾਂ ਚਰਚਾ ਕਰਦੇ ਹਾਂ। ਬਿਲਕੁਲ ਜੀ, ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਜੀ ਤੁਹਾਡਾ ਪ੍ਰੋਗਰਾਮ ਦੇ ਵਿੱਚ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤਾਂ ਪਹਿਲਾਂ ਤਾਂ ਬਹੁਤ ਬਹੁਤ ਮੁਬਾਰਕਾਂ ਜੀ, ਜਿਸ ਦਾ ਬਹੁਤ ਹੀ ਇੱਕ ਨਾਮਵਰ ਸ਼ਖਸੀਅਤ ਨੂੰ ਲੈ ਕੇ ਆਏ ਆ ਜੀ। ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਦੌਰ ਹੈ, ਬਸ ਮੇਰਾ ਤਾਂ ਇੱਕ ਹੀ ਸਵਾਲ ਸੀਗਾ ਇਕਬਾਲ ਜੀ ਨੂੰ ਜੀ। ਵੈਸੇ ਚਲੋ ਹੁੰਦੀਆਂ ਰਹਿੰਦੀਆਂ ਗੱਲਾਂ, ਕਿਉਂਕਿ ਇਹਨਾਂ ਦੇ ਮੂੰਹ ਚੋਂ ਸੁਣ ਕੇ ਸਾਨੂੰ ਬਹੁਤ ਚੰਗਾ ਲੱਗੂਗਾ ਕਿ ਤੁਸੀਂ ਜਿਵੇਂ ਪੁਰਾਣੀ ਗਾਇਕੀ ਦੀ ਗੱਲ ਕਰਦੇ ਆ, ਹਾਂਜੀ, ਵੀ ਪੁਰਾਣੀ ਗਾਇਕੀ ਕਿੰਨੀ ਵਧੀਆ ਸ਼ਬਦਾਂ ਦੀ ਗੱਲ ਕਰਦੇ ਹਨਾ ਜੀ, ਤੇ ਥੋੜਾ ਜਿਹਾ ਇਹਦੇ ਵਿੱਚ ਵੀ ਚਾਨਣਾ ਪਾਓ ਕਿ ਜਿਹੜੀ ਅੱਜ ਕੱਲ੍ਹ ਦੀ ਗਾਇਕੀ ਹੈ, ਜਿਹੜੀ ਇਸ ਟਾਈਮ ਚੱਲ ਰਹੀ ਹੈ, ਹਾਂਜੀ, ਤੇ ਉਸ ਗਾਇਕੀ ਦੇ ਵਿੱਚ ਤੁਸੀਂ ਤਾਂ ਬਹੁਤ ਨਜ਼ਾਰੇ ਲੁੱਟੇ ਆ ਉਸ ਟਾਈਮ, ਹਾਂਜੀ ਹਾਂਜੀ, ਤੇ ਸਾਨੂੰ ਵੀ ਉਸ ਚੀਜ਼ ਬਾਰੇ ਜਾਣਨਾ ਪਾਓ, ਕਿੰਨਾ ਕੁ ਫਰਕ ਹੈ ਇਹਦੇ ਵਿੱਚ। ਦਰਅਸਲ ਜੀ ਬਹੁਤ ਸਾਲ ਹੋਏ, ਇੱਕ ਗਾਣਾ AS ਕੰਗ ਨੇ ਬਣਾਇਆ ਸੀ, ਉਹ ਗਾਣਾ ਸੀ ਗਿੱਧਿਆਂ ਦੀ ਰਾਣੀ ਯਾਨੀ ਗਿੱਧੇ ਵਿੱਚ ਆ। ਉਹ ਤੋਂ ਪਹਿਲਾਂ ਜਦ ਪਾਰਟੀਆਂ ਵੀ ਹੁੰਦੀਆਂ ਸੀ, ਲੋਕੀ ਬੈਠ ਕੇ ਆਨੰਦ ਮਾਣਦੇ ਸੀ, ਦਾਰੂ ਪੀਂਦੇ ਸੀ, ਜੋ ਵੀ ਸੀ, ਉਸ ਗੀਤ ਨਾਲ ਲੋਕੀ ਖਲੋ ਕੇ ਨੱਚਣ ਲੱਗ ਪਏ ਜੀ। ਉੱਥੋਂ ਜਿਉਂ ਪਰੰਪਰਾ ਸ਼ੁਰੂ ਹੋਈ ਹਾਂਜੀ ਜੀ, ਵੀ ਹਰ ਬੰਦੇ ਨੇ ਨੱਚਣੇ ਦੇ ਗਾਣਿਆਂ ਦੇ ਦੌਰ ਚੱਲਿਆ। ਹੁਣ ਜਿਹੜਾ ਰੈਪ ਮਿਊਜ਼ਿਕ ਆ, ਇਹ ਭਾਰਤੀ ਮਿਊਜ਼ਿਕ ਨਹੀਂ,
ਇਹ ਜਿਹੜੇ ਅਮਰੀਕਨ ਕਾਲੇ ਨੇ ਨਾ, ਉਹਨਾਂ ਦਾ ਬਲੈਕ ਅਮਰੀਕਨ ਦਾ ਮਿਊਜ਼ਿਕ ਹੈ। ਇਹ ਉਹ ਲੋਕ ਸੀ ਜਿਹੜੇ ਸਲੇਵ ਸੀ, ਉਹ ਅਫਰੀਕਾ ਤੋਂ ਫੜ ਕੇ ਲਿਆ ਕੇ ਜਿੱਦਾਂ ਪਸ਼ੂ ਵੇਚੀ ਦੇ ਇਦਾਂ ਵਿਕਦੇ ਹੁੰਦੇ ਸੀ ਇੱਥੇ ਜੀ ਜੀ, ਅੱਜ ਤੋਂ 300 ਸਾਲ ਪਹਿਲਾਂ। ਤੇ ਉਹਨਾਂ ਦੇ ਕੋਲ ਨਾ ਕੋਈ ਸਾਜ਼ ਹੁੰਦਾ ਸੀ, ਇੱਕ ਰਿਦਮ ਹੁੰਦੀ ਸੀ ਜੀ, ਤੇ ਉਹਦੇ ਵਿੱਚ ਆਪਣੇ ਉਹ ਜਿਹੜਾ ਅੰਤਰੀ ਭਾਵਨਾ ਹੁੰਦੀਆਂ ਸੀ ਉਹਨੂੰ ਪ੍ਰਗਟ ਕਰਦੇ ਸੀ, ਫਰਸਟ੍ਰੇਸ਼ਨ ਨੂੰ ਕੱਢਦੇ ਸੀ। ਹਾਂ, ਹੁਣ ਉਹਦੇ ਚ ਮੈਨੂੰ ਪੰਜਾਬੀਅਤ ਨਜ਼ਰ ਨਹੀਂ ਆਉਂਦੀ। ਹੁਣ ਲੋਕੀ, ਮੇਰੇ ਘਰ ਇੱਕ ਬੰਦਾ ਆਇਆ ਸੀ ਪਿੱਛੇ ਜੇ, ਉਹ ਚਾਰਜ ਵੀ ਹੋਇਆ, ਸਿੱਧੂ ਮੂਸੇਵਾਲਾ। ਉਹ ਬੈਠਾ ਰਿਹਾ, ਮੈਨੂੰ ਜਾਣ ਵੇਲੇ ਮੈਂ ਕਿਹਾ ਤੁਸੀਂ ਕੀ ਕਰਦੇ ਹੋ? ਇਹ 2 ਸਾਲ ਪੁਰਾਣੀ ਗੱਲ ਹੈ ਜੀ। ਤੇ ਉਹ ਮੈਨੂੰ ਕਹਿੰਦਾ ਜੀ ਮੈਂ ਗਾਉਂਦਾ, ਤੁਸੀਂ ਮੈਨੂੰ ਸੁਣਿਆ ਨਹੀਂ? ਮੈਂ ਕਿਹਾ ਮੈਂ ਨਹੀਂ ਸੁਣਿਆ। ਕੀ ਨਾਂ ਤੁਹਾਡਾ? ਉਹਨੇ ਨਾਂ ਦੱਸਿਆ। ਤੇ ਉਹ ਚਾਹ ਪਾਣੀ ਪੀ ਕੇ ਜਦ ਚਲੇ ਗਿਆ, ਮੈਨੂੰ ਬੜਾ ਚਾਅ ਪਿਆ, ਦੇਖੋ ਅੱਜ ਨਵਾਂ ਮੁੰਡਾ ਮੇਰੇ ਘਰ ਆਇਆ। ਤੇ ਮੈਂ ਕੰਪਿਊਟਰ ਤੇ ਜਾ ਕੇ ਲੱਭਣ ਲੱਗ ਪਿਆ, ਉਹ ਬਰਕ ਦੂਣੀ ਦੇਖਿਆ ਤੇ ਮੈਨੂੰ ਪਚਿਆ ਨਹੀਂ। ਦੇਖੋ ਜੀ, ਮਾਰਕੀਟ 'ਚ ਜੋ ਆਉਂਦਾ ਜੀ, ਉਹ ਬਹੁਤਾ ਉਹਦੇ ਜੋ ਗਲਤ ਹੋ ਰਿਹਾ ਉਹਦੇ ਜ਼ਿੰਮੇਵਾਰ ਅਸੀਂ ਜੀ, ਜਿਹੜੀ ਵੱਡੀ ਪੀੜ੍ਹੀ ਹੈ। ਕਿਉਂਕਿ ਜਦੋਂ ਨਾ ਬੰਦਾ 40-45 ਟੱਪ ਜਾਂਦਾ, ਉਹ ਰਿਕਾਰਡ ਨਹੀਂ ਲੈਂਦਾ, ਉਹ ਕਿਤਾਬਾਂ ਖਰੀਦਣੀਆਂ ਹੀ ਬੰਦ ਕਰ ਦਿੰਦਾ। ਇਹ ਜਿਹੜਾ ਮਿਊਜ਼ਿਕ ਹੈ, ਇਹ ਨੌਜਵਾਨ ਪੀੜ੍ਹੀ ਨੇ ਨੱਚਣ ਲਈ ਜਾਂ ਸੁਣਨ ਲਈ ਹੁੰਦਾ ਜੀ, ਤੇ ਉਹ ਵੀ ਦਿਸ਼ਾਹੀਨ ਨੇ, ਤੇ ਜੋ ਉਹ ਬਾਹਰ ਸੁਣਦੇ ਨੇ ਉਹੀ ਕਰਦੇ ਨੇ ਜੀ। ਤਾਂ ਮੈਂ ਇਸ ਬਾਰੇ ਬੜਾ ਖੁਸ਼ ਨਹੀਂ, ਪਰ ਮੇਰੇ ਹੱਥ ਵਸ ਕੁਛ ਨਹੀਂ, ਮੈਂ ਕਹਿ ਵੀ ਕੀ ਸਕਦਾ ਨਹੀਂ। ਪਰ ਇਹਦੇ ਨਾਲ ਨਾ ਇੱਕ ਹੋਰ ਸਵਾਲ ਜੁੜਿਆ, ਉਹ ਜ਼ਿਹਨ ਚ ਆਇਆ ਕਿ ਇਹ ਜਿਹੜਾ ਜਿਵੇਂ ਇਹਨਾਂ ਨੇ ਗੱਲ ਕੀਤੀ ਵੀ ਅੱਜ ਦਾ ਮਿਊਜ਼ਿਕ ਜਾਂ ਅੱਜ ਦੇ ਸੰਗੀਤ ਦੀ ਗੱਲ ਕਰਦੇ ਆ, ਉਹੀ ਸੰਗੀਤ ਦੀ ਰੈਪ ਸੰਗੀਤ ਹੀ ਹੈ। ਪਰ ਜਿਹੜੇ ਤੁਸੀਂ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਨਾ, ਜਿਹੜਾ ਤੁਹਾਡੇ ਘਰ ਵੀ ਆਇਆ ਸੀ, ਮੈਨੂੰ ਪਤਾ ਨਹੀਂ ਸੀ ਗਵਈਆ। ਹਾਂ, ਤਾਂ ਸਿੱਧੂ ਮੂਸੇਵਾਲਾ ਜਾਂ ਹੋਰ ਇਸ ਤਰ੍ਹਾਂ ਦੇ ਬਹੁਤ ਸਾਰੇ ਕਲਾਕਾਰ ਨੇ ਜਿਨ੍ਹਾਂ ਨੇ ਹਥਿਆਰਾਂ ਨੂੰ, ਨਸ਼ਿਆਂ ਨੂੰ ਜਾਂ ਅਜਿਹੀਆਂ ਚੀਜ਼ਾਂ ਨੂੰ ਪ੍ਰਮੋਟ ਕੀਤਾ ਜਿਹਨੂੰ ਦੇਖ ਕੇ, ਜਿਸ ਨੂੰ ਦੇਖ ਕੇ ਬੱਚਿਆਂ ਦੇ ਪ੍ਰਭਾਵ ਮਾੜਾ ਇਸ ਲਈ ਪੈਂਦਾ ਹੈ ਕਿਉਂਕਿ ਉਹ ਇੱਕ ਰੋਲ ਮਾਡਲ ਸਮਝਦੇ ਆ ਉਸ ਨੂੰ, ਔਰ ਜੋ ਕਰੇਗਾ, ਜੇ ਉਹਨੇ ਬੰਦੂਕ ਚੱਕ ਲਈ ਤਾਂ ਬੱਚੇ ਵੀ ਚੱਕਦੇ ਆ। ਅੱਛਾ, ਹੁਣ ਇਹ ਤੁਹਾਡੇ ਨਾਲ ਮੈਂ ਸਹਿਮਤ ਹਾਂ। ਅਫਸੋਸ ਇਹ ਆ ਕਿ ਜਿਹੜੇ ਤੁਹਾਡੇ ਵਰਗੇ ਜਾਂ ਤੁਸੀਂ ਤਾਂ ਸਾਡੇ ਬੱਚਿਆਂ ਵਰਗੇ ਹੋ ਜਾਂ ਮੇਰੀ ਪੀੜ੍ਹੀ ਦੇ ਲੋਕ ਨੇ, ਉਹ ਜਗਜੀਤ ਸਿੰਘ ਦੀਆਂ ਗਜ਼ਲਾਂ ਤੱਕ ਸੀਮਤ ਨੇ ਜੀ। ਕੋਈ ਮੈਂ ਬੜੇ ਰਿਕਾਰਡ ਬਣਾਏ, ਮੈਂ ਰਮਤਾ ਜੀ ਦਾ ਰਿਕਾਰਡ ਬਣਾਇਆ ਰਮਤਾ ਕੈਨੇਡਾ 'ਚ, ਮੇਰਾ 7-8 ਹਜ਼ਾਰ ਡਾਲਰ ਲੱਗਾ, ਮਰ ਕੇ 200 ਰਿਕਾਰਡ ਨਹੀਂ ਵਿਕਿਆ, ਬੜਾ ਨਿਰਾਸ਼ਾ ਹੋਈ। ਫਿਰ ਤੁਸੀਂ ਕਹਿੰਦੇ ਹੈਲ ਵਿਦ ਇਟ, ਕਿਉਂਕਿ ਲੋਕੀ ਜਿਹੜੇ ਬਣਾਉਂਦੇ ਨੇ ਪੈਸੇ ਬਣਾਉਣ ਨੂੰ, ਮੈਂ ਤਾਂ ਪੈਸੇ ਬਣਾਉਣ ਨੂੰ, ਮੈਂ ਤਾਂ ਗਵਾਉਂਦਾ ਸੀ ਜੀ। ਮੇਰੇ ਮਾਪਿਆਂ ਨੇ, ਇੱਥੋਂ ਤੱਕ ਮੇਰੇ ਬੱਚਿਆਂ ਨੇ ਮੈਨੂੰ ਤਾੜਿਆ ਕਿ ਡੈਡੀ ਜਦੋਂ ਅਸੀਂ ਪੜ੍ਹਦੇ ਸੀ ਤੂੰ ਜਗਜੀਤ ਸਿੰਘ ਨਾਲ ਦੌੜਾ ਫਿਰਦਾ ਸੀ। ਔਰ ਮਾੜੀ ਗੱਲ ਇਹ ਵੀ ਆ, ਮੈਨੂੰ ਦੱਸਦਿਆਂ ਕੋਈ ਸ਼ਰਮ ਨਹੀਂ, ਕਿ ਮੈਂ ਕਦੀ ਕਿਸੇ ਤੋਂ ਪੈਸਾ ਨਹੀਂ ਲਿਆ, ਮੈਂ ਫ੍ਰੀ ਫੰਡ 'ਚ ਕੰਮ ਕਰਦਾ ਸੀ। ਜਗਜੀਤ ਸਿੰਘ ਨੂੰ ਮੈਂ 3 ਸਾਲ ਪ੍ਰਮੋਟ ਕੀਤਾ, ਮੈਂ ਉਹ ਤੋਂ 5 ਆਪਣੇ ਅਕਾਊਂਟ 'ਚ ਨਹੀਂ ਪਾਈ, ਘਰ ਰੱਖਿਆ, ਰੋਟੀਆਂ ਖਿਲਾਈਆਂ, ਦੌੜ ਭੱਜ ਕੀਤੀ, ਕੰਮ ਤੋਂ ਵੀ ਛੁੱਟੀਆਂ ਮਾਰੀਆਂ ਜੀ। ਤੁਸੀਂ ਸਮਝੇ ਕਿ ਨਹੀਂ? ਜੀ ਜੀ। ਅੱਛਾ, ਅਫਸੋਸ ਇਹ ਆ ਕਿ ਜਦੋਂ ਕੋਈ ਆਰਟਿਸਟ, ਉਹਦਾ ਧੇਲਾ ਮੁੱਲ ਨਹੀਂ, ਉਹ ਤੁਹਾਡੀ ਹਰ ਗੱਲ ਮੰਨਣ ਨੂੰ ਤਿਆਰ ਨੇ, ਪਰ ਜਦੋਂ ਮਾੜਾ ਜਿਹਾ ਨਾਂ ਬਣ ਜਾਂਦਾ ਨਾ, ਉਹ ਸਮਝਦੇ ਨੇ ਵੀ ਉਹ ਖੁਦਾ ਨੇ, ਤੁਸੀਂ ਕੁਝ ਵੀ ਨਹੀਂ। ਮੇਰੇ ਨਾਲ 1-2-3 ਚਾਂਸ ਹੋਏ ਨੇ, ਹੁਣ ਮੈਂ ਕੰਮੇ ਛੱਡ ਦਿੱਤਾ। ਹੁਣ ਤੁਸੀਂ ਜਿਹੜਾ ਜਿਵੇਂ ਤੁਸੀਂ ਪ੍ਰਮੋਟ ਕਰਦੇ ਸੀ ਜਾਂ ਐਜ਼ ਅ ਪ੍ਰਮੋਟਰ ਨਹੀਂ ਕਰਦੇ? 12 ਤੋਂ ਬਾਅਦ ਨੂਰਾਂ ਸਿਸਟਰ ਤੋਂ ਬਾਅਦ, ਬੈਡ ਐਕਸਪੀਰੀਅੰਸ ਤੋਂ ਬਾਅਦ ਮੈਂ ਛੱਡ ਦਿੱਤਾ। ਤੇ ਬੈਡ ਐਕਸਪੀਰੀਅੰਸ ਵੀ ਥੋੜੇ ਜਿਹੇ ਦੱਸ ਦਿਓ ਤਾਂ ਬੜੇ। ਦਰਅਸਲ ਜਦੋਂ ਤੁਹਾਡਾ ਕੋਈ ਮੁੱਲ ਨਹੀਂ, ਚਾਹੇ ਤੁਸੀਂ ਇੱਥੇ ਲੋਕਲ ਕਲਾਕਾਰ ਹੋ ਜੀ, ਚਾਹੇ ਤੁਸੀਂ ਇੰਡੀਆ ਤੋਂ ਆਉਂਦੇ ਹੋ, ਜਾਂ ਤੁਹਾਡਾ ਨਾਂ ਨਹੀਂ, ਸਰਤਾਜ ਨੂੰ ਕੋਈ 10,000 ਰੁਪਏ ਨਹੀਂ ਸੀ ਦਿੰਦਾ ਪ੍ਰੋਗਰਾਮ ਦੇ ਜੀ ਜੀ। ਜਦ ਇੱਥੋਂ ਗਿਆ ਲੱਖ ਰੁਪਈਆ, ਜਗਜੀਤ ਸਿੰਘ ਮੇਰੇ ਸਾਹਮਣੇ 10,000 ਰੁਪਏ 'ਚ ਗਾ ਕੇ ਆਇਆ ਸੀ ਰੀਨਾ ਰਾਏ ਦੇ ਘਰ, ਮੈਂ ਉਹਦੇ ਨਾਲ ਗਿਆ ਸੀ ਜੀ। 10,000 ਮੇਰੇ ਸਾਹਮਣੇ ਉਹਨੇ ਲਿਫਾਫਾ ਫੜਾਇਆ। ਜਦੋਂ ਇੱਥੋਂ ਗਿਆ ਉਹ ਵੀ ਸਿੱਧਾ ਲੱਖ ਤੇ। ਵਾਹ ਵਾਹ। ਨੂਰਾਂ ਸਿਸਟਰ ਅੱਜ ਕਿੱਥੇ ਨੇ? ਨੂਰਾਂ ਸਿਸਟਰ ਵੀ ਬਾਲੀਵੁੱਡ ਦੇ ਵਿੱਚ ਵੀ ਚੰਗਾ ਨਾਮਾ ਨਾ ਖੱਟਿਆ ਉਹਨਾਂ ਨੇ। ਉਹ ਸਿਰਫ ਐਕਸਪੋਜ਼ਰ ਦੀ ਗੱਲ ਹੈ। ਤੇ ਤੁਹਾਡੇ ਗੱਲ, ਮੈਨੂੰ ਸਰਤਾਜ ਨੇ ਕਦੀ ਵਿਸ਼ ਕੀਤਾ ਕਿ ਹੈਪੀ ਨਿਊ ਈਅਰ ਜਾਂ ਮੈਰੀ ਕ੍ਰਿਸਮਸ ਜਾਂ ਦੀਵਾਲੀ ਦੀਆਂ ਮੁਬਾਰਕਾਂ? ਨੂੰ ਮੈਂ ਇੱਕ ਵਾਰੀ ਘਰ ਵੀ ਗਿਆ, ਉਹ ਕਹਿੰਦੇ ਸੁੱਤਾ ਪਿਆ, ਦਿਨ ਦੇ 11 ਵਜੇ ਹੋ ਸੀ, ਕਿਸੇ ਨੇ ਇਹ ਨਹੀਂ ਕਿਹਾ ਵੀ ਮਾਲ ਸਾਹਿਬ ਆਇਆ ਸੀ, ਠਾਲ ਦਿੰਦੇ ਬੱਚਾ ਹੈ। ਮੈਂ ਕਿਹਾ ਕੋਈ ਨਾ, ਅੱਜ ਨਹੀਂ, ਮੈਂ ਕੱਲ ਆ ਜਾਵਾਂਗਾ। ਦੂਏ ਦਿਨ ਮੈਂ 11 ਵਜੇ ਗਿਆ, ਉਹ ਫਿਰ ਸੁੱਤਾ ਪਿਆ ਸੀ, ਮੈਂ ਮੁੜ ਕੇ ਗਿਆ ਹੀ ਨਹੀਂ। ਸੋ ਇਹ ਦੁੱਖ ਵੀ ਹੁੰਦਾ ਇਸ ਚੀਜ਼ ਦਾ। ਹਾਂ, ਨਹੀਂ, ਉਹ ਪਤਾ ਕੀ ਫਿਰ ਇਸੇ ਕਰਕੇ ਤੁਸੀਂ ਦਿਲ ਛੱਡ ਦਿੰਦੇ ਹੋ। ਜਦੋਂ ਕੋਈ ਤੁਸੀਂ ਰਿਕਾਰਡ ਬਣਾਉਂਦੇ ਹੋ ਜੀ, ਤੇ ਜਿਹੜੇ ਸਟੂਡੀਓ ਦੇ ਬਿੱਲ ਨੇ ਜਾਂ ਮਿਊਜ਼ੀਸ਼ੀਅਨਾਂ ਦੇ ਬਿੱਲ ਨੇ, ਉਹ ਤੁਸੀਂ ਧੜਾ ਧੜ ਦਿੰਦੇ ਹੋ। ਮੈਂ ਤੁਹਾਨੂੰ ਮਿਸਾਲ ਦਿੰਦਾ ਜੀ।
ਮੈਂ ਇੱਕ ਰਿਕਾਰਡ ਬਣਾਇਆ, ਦਰਦ ਕਹਾਣੀ ਰਾਤਾਂ ਦੀ। ਚੰਗਾ ਰਿਕਾਰਡ ਸੀ, ਸਾਹਿਤਕ ਸੀ, ਸੁਰਜੀਤ ਰਾਮਪੁਰੀ ਦੀਆਂ ਰਚਨਾਵਾਂ ਸੀ ਜੀ, ਜਗਜੀਤ ਜ਼ੀਰਵੇ ਨੇ ਗਾਇਆ, ਡੋਲੀ ਨੇ ਗਾਇਆ। ਤੇ ਜਦ ਮੇਰਾ ਉੱਥੇ ਸਿਰਫ ਸਟੂਡੀਓ ਦਾ ਖਰਚਾ 60,000 ਰੁਪਏ ਸੀ ਜੀ, ਤੇ ਮੈਂ ਕਿਹਾ ਯਾਰ ਇਹ ਤਾਂ ਪੰਗਾ ਹੋ ਗਿਆ, ਕਿੱਦਾਂ ਪੂਰੇ ਕਰੂੰ ਮੈਂ, ਰਿਕਾਰਡ ਬਣਾ ਕੇ ਹੋਰ ਖਰਚੂ। ਤਾਂ ਮੈਂ ਕਿਸੇ ਜਿਹੜੇ ਰਿਕਾਰਡ ਬਣਾਉਂਦੇ ਸੀ ਉਹਨਾਂ ਨੂੰ ਕਿਹਾ ਯਾਰ ਤੁਸੀਂ ਕੱਢ ਲਓ। ਤੇ ਉਹ ਕਹਿੰਦਾ ਕੋਈ ਨਾ ਜੀ ਅਸੀਂ ਕੱਢ ਲੈਂਦੇ। ਅੰਦਰ ਗਿਆ, ਉਹਨੇ ਮੈਨੂੰ $600 ਦਾ ਚੈੱਕ ਲਿਖ ਕੇ ਫੜਾਤਾ। ਕਿ ਯਾਰ ਮੇਰੇ ਤਾਂ 60,000 ਉਦੋਂ 30 ਦਾ ਭਾਅ ਸੀ, ਮੈਂ $2,000 ਲੱਗਾ। ਅੱਛਾ। ਉਹ ਕਹਿੰਦਾ ਜੀ ਇਹ ਵੀ ਤਾਂ ਦੇ ਰਹੇ ਕਿ ਤੁਸੀਂ ਇਕਬਾਲ ਮਾਲ ਹੋ। ਅੱਛਾ, ਮੈਂ ਇਹ ਵੀ ਨਹੀਂ ਸੀ, ਇਹ ਵੀ ਨਹੀਂ ਦੇਣੇ ਸੀ। ਉਹ ਤੋਂ ਬਾਅਦ ਮੈਂ ਕੰਨਾਂ ਨੂੰ ਹੱਥ ਲਾਇਆ, ਵਾਈ ਵੁੱਡ ਆਈ ਵੇਸਟ ਮਾਈ ਮਨੀ। ਕਿਉਂਕਿ ਜਦੋਂ ਤੁਸੀਂ ਰਿਕਾਰਡ ਬਣਾਉਂਦੇ ਹੋ ਤੇ ਤੁਹਾਡੇ ਜਿੱਦਾਂ ਮੈਂ ਕਿਹਾ ਫਟਾਫਟ ਪੈਸੇ ਲੱਗਦੇ ਨੇ ਤੇ ਆਉਂਦੇ ਨਹੀਂ, ਤੇ ਘਰ ਆਟਾ ਵੀ ਚਾਹੀਦਾ। ਮੇਰੀ ਇੱਕੋ ਗੱਲੋਂ ਬੜੀ ਖੁਸ਼ਕਿਸਮਤੀ ਰਹੀ ਆ ਕਿ ਮੇਰੀ ਨੌਕਰੀ ਬਹੁਤ ਚੰਗੀ ਸੀ। ਮੈਨੂੰ ਐਂਡ ਤਾਈਂ ਮੈਂ 43 ਸਾਲ ਨਿਰੰਤਰ ਕੈਨੇਡਾ 'ਚ ਕੰਮ ਕੀਤਾ, ਇੱਕ ਦਿਨ ਵੀ ਅਨਐਮਪਲੋਇਡ ਨਹੀਂ। ਵਾਹ। ਆਲਰੇਡੀ ਮੇਰੀ ਸਕਿੱਲ ਸੀ ਜਿਹੜੀ ਮੇਰੀ ਫੀਲਡ ਦੀ, ਉਹਦੇ ਨਾਲ ਮੈਂ ਕੰਫਰਟੇਬਲ, ਮੈਨੂੰ ਪੈਨਸ਼ਨਾਂ ਲੱਗੀਆਂ, ਆਮ ਹੈਪੀ। ਜਿਹੜਾ ਪੰਜਾਬੀ 'ਚ ਮੈਂ ਬੜਾ ਰੂਟ ਜਿਹੀ ਗੱਲ ਹੈ, ਜਿਹੜਾ ਸੱਪ ਕੱਢਣਾ ਸੀ ਕੱਢ ਲਿਆ, ਹੁਣ ਨਵਾਂ ਕੋ ਉੱਠੇ ਉਹ ਕਰਕੇ ਵੇਖ ਲਵੇ। ਹੁਣ ਲੋਕੀ ਸ਼ੋਅ ਲਿਆਉਂਦੇ ਨੇ, ਕਰਦੇ ਨੇ, ਧੰਨਵਾਦ। ਮੈਨੂੰ ਕੋਈ ਕਿਸੇ ਨਾਲ ਗਿਲਾ ਨਹੀਂ ਜੀ। ਸੋ ਪਹਿਲੇ ਪ੍ਰਮੋਟਰ ਦੇ ਤੌਰ ਤੇ ਵੀ ਇਹ ਵੀ ਸੁਣਨ ਨੂੰ ਮਿਲਿਆ ਕਿ ਪਹਿਲੇ ਪ੍ਰਮੋਟਰ ਦੇ ਤੌਰ ਤੇ ਵੀ ਤੁਸੀਂ ਇੱਥੇ ਇੱਕ ਆਪਣਾ ਨਾਮ ਬਣਾਇਆ। ਨਾਮ ਜੇ ਤੁਸੀਂ ਕੰਮ ਕਰੋ ਨਾ ਤਾਂ ਨਾਮ ਆਪੇ ਬਣਦਾ ਜੀ। ਉਹ ਕਿਸੇ ਨੇ ਕਿਹਾ ਵੀ ਸ਼ੋਹਰਤ ਕਿੱਦਾਂ ਆ, ਉਹ ਕਹਿੰਦਾ ਵੀ ਮੈਨੂੰ ਇਹ ਨਹੀਂ ਪਤਾ, ਜਾਂ ਮੈਂ ਤੁਰਦਾ ਆਪੇ ਮਗਰ ਆ ਜਾਂਦੀ। ਵਾਹ ਵਾਹ ਵਾਹ, ਬਹੁਤ ਅੱਛਾ। ਜੇ ਤੁਹਾਡੇ ਕੰਮ 'ਚ ਜਾਨ ਹੋਵੇ ਨਾ, ਪੀਪਲ ਹੁਣ ਅੱਜ ਕੱਲ੍ਹ ਜਿੱਦਾਂ ਮੈਂ ਤੁਹਾਨੂੰ ਪਹਿਲਾਂ ਵੀ ਦੱਸਿਆ ਕਿ ਅੱਜ ਕੱਲ੍ਹ ਟੀਵੀ ਆ ਜਾਂਦੇ ਆ, IPL ਟੀਵੀ ਚੱਲੇ ਨੇ, ਹਰ ਬੰਦਾ ਆਪਣਾ ਆਪਣੇ ਚੈਨਲ ਖੋਲੀ ਬੈਠਾ ਜੀ। ਬਹੁਤਾਤ ਹੋ ਗਈ ਆ, ਕਿਸ ਮੁੰਡੇ ਅੱਛਾ ਬੋਲਦੇ ਨੇ, ਉਹ ਖੁਸ਼ੀ ਦੀ ਗੱਲ ਹੈ ਕਿ ਹਿੰਦੁਸਤਾਨ ਦੀਆਂ ਖਬਰਾਂ ਤੁਸੀਂ ਉੱਥੇ ਵਾਪਰਦੀਆਂ 5 ਮਿੰਟਾਂ ਬਾਅਦ ਇੱਥੇ ਪਤਾ ਲੱਗ ਜਾਂਦਾ। ਚੰਗਾ ਬਿਲਕੁਲ, ਪਰ ਠੀਕ ਹੈ, ਅਸੀਂ ਆਪਣੇ ਤੰਗੀ 'ਚ ਗੁਜ਼ਾਰਾ ਕੀਤਾ। ਸੋ ਗੁਰਦਾਸ ਮਾਨ ਹੋਣਾ ਦਾ ਜਦੋਂ ਤੁਸੀਂ ਪਹਿਲੀ ਵਾਰੀ ਇੱਥੇ ਤੁਸੀਂ ਉਹਨਾਂ ਨੂੰ ਲੈ ਕੇ ਆਏ, ਮੈਂ ਉਹ 82 'ਚ ਕੀਤਾ ਸੀ। 82 ਦੇ ਵਿੱਚ। ਸੋ 82 ਦੇ ਵਿੱਚ ਤੁਸੀਂ ਜਦੋਂ ਇੱਥੇ ਤੁਸੀਂ ਉਹਨਾਂ ਨੂੰ ਲੈ ਕੇ ਆਏ ਜੀ, ਗੁਰਦਾਸ ਮਾਨ ਹੋ ਗਿਆ, ਸਰਤਾਜ ਦੀ ਗੱਲ ਕੀਤੀ ਹੈ, ਫਿਰ ਇਹ ਤਾਂ 9 ਚ ਲੈਂਦਾ ਨੂਰਾ ਸਿਸਟਰ। ਮੇਰਾ ਸਵਾਲ ਇਹ ਹੈ ਕਿ ਵੀ ਜਿਹੜੇ ਤੁਹਾਨੂੰ ਇਹ ਬੈਡ ਐਕਸਪੀਰੀਅੰਸ ਹੋਏ ਆ, ਤਜਰਬੇ ਮਾੜੇ ਰਹੇ, ਉਹਨਾਂ ਦੇ ਵਿੱਚੋਂ ਗੁਰਦਾਸ ਸਾਹਿਬ ਦਾ ਵੀ ਨਾਮ ਆਉਂਦਾ ਹੈ? ਹਾਂਜੀ। ਅੱਛਾ। ਹਾਂਜੀ। ਉਹ ਫਿਰ ਸਾਰੇ ਕੋਠੇ ਤੇ ਚੜ ਜਾਂਦੇ ਨਾ, ਹੇਠਾਂ ਨਹੀਂ ਹੁੰਦੇ। ਗੁਰਦਾਸ ਮੇਰੇ ਘਰੇ ਰਿਹਾ, ਜਦੋਂ ਤੇ ਕੇਸ ਬਣਿਆ ਤਾਂ ਵੀ ਮੇਰੇ ਘਰ 2 ਹਫ਼ਤੇ ਰਿਹਾ। ਉਹਦੀਆਂ ਟਿਕਟਾਂ ਪਾੜ ਦਿੱਤੀਆਂ, ਨਵੀਆਂ ਟਿਕਟਾਂ ਵੀ ਇਸ਼ੂ ਕਰਾਈਆਂ। ਅੱਛਾ ਅੱਛਾ। ਉਹਨੂੰ ਹਵਾਈ ਜਹਾਜ਼ ਵੀ ਚੜਾਇਆ ਕਿਉਂਕਿ ਲੰਡਨ ਸ਼ੋਅ ਕਰਨੇ ਸੀ। ਬੰਦੇ 'ਚ ਇੰਨੀ ਕਰਟਸੀ ਨਹੀਂ ਕਿ ਪਿੱਛੇ ਮੁੜ ਕੇ ਕਹਿ ਦੇਵੇ ਮਾਲ ਸਾਹਿਬ ਥੈਂਕ ਯੂ। 10 ਬੰਦਿਆਂ ਨੂੰ 2 ਹਫ਼ਤੇ ਘਰ ਰੋਟੀਆਂ ਖਿਲਾਈਆਂ, ਦਾਰੂ ਪਿਲਾਈ, ਆਏ ਗਏ ਨੂੰ ਵੀ, ਤੇ ਉਹਨੂੰ ਟਿਕਟਾਂ ਵੀ ਕਰਾਈਆਂ। ਮੈਂ ਇਹਦੇ ਬਾਰੇ ਗੱਲ ਕਰਦਾ, ਕਲਾ ਕੀ ਹੈ? ਜ਼ਿੰਦਗੀ ਦੇ ਦੀਦਿਆਂ ਦਾ ਨੂਰ ਹੈ। ਵਾਹ। ਕਲਾ ਜਲਵਾ ਕਵੀ ਮੂਸਾ ਜ਼ਿੰਦਗੀ ਕੋ ਤੂਰ ਹੈ, ਪਰ ਕਲਾ ਨੇ ਜ਼ਿੰਦਗੀ ਦੀ ਜਾਨ ਬਣਨਾ ਹੈ ਅਜੇ, ਆਹ ਕਲਾਕਾਰਾਂ ਨੇ ਤਾਂ ਇਨਸਾਨ ਬਣਨਾ ਹੈ। ਬਹੁਤ ਅੱਛਾ, ਬਹੁਤ ਅੱਛਾ। ਇੱਕ ਹੋਰ ਇਹਦੇ ਨਾਲ ਹੀ ਮੈਂ ਵੀ ਤੁਹਾਨੂੰ ਦੱਸਦਾ ਜੋ ਲਾਈਨਾਂ ਮੈਨੂੰ ਤੁਹਾਡੀਆਂ ਗੱਲ ਇਹ ਸੁਣ ਕੇ ਆਈ ਕਿ ਯਾਰੋ ਕਲਾ ਦੀ ਆਬਰੂ ਨਿਲਾਮ ਕਿਉਂ ਨਾ ਹੋਵੇ, ਵਪਾਰ ਕਰਨ ਵਾਲੇ ਜਦ ਫਨਕਾਰ ਹੋ ਗਏ ਨੇ। ਹੁਣ ਇਹ ਜਦੋਂ ਜਿਹੜਾ ਵਪਾਰੀ ਕਰਨ ਵਾਲਾ ਬੰਦਾ ਜੇ ਉਹ ਫਨਕਾਰ ਜਾਂ ਕਲਾਕਾਰ ਬਣ ਜੂਗਾ ਤਾਂ ਫਿਰ ਉਹ ਨਿਲਾਮ ਹੀ ਹੋਣਾ। ਕਿਸੇ ਕੰਮ 'ਚ ਵੀ ਐਕਸੈਪਸ਼ਨਸ ਹੈ ਨੇ। ਮੈਂ ਤੁਹਾਨੂੰ ਇੱਕ ਬੰਦੇ ਦੀ ਨਾਂ ਹੁਣੇ ਦਿੰਦਾ ਜੀ, ਉਹਦਾ ਨਾਂ ਹੈਗਾ ਹਰਭਜਨ ਮਾਨ। ਉਹ 7ਵੀਂ 8ਵੀਂ ਸੀ ਜਦ ਦਾ ਮੇਰੇ ਘਰ ਆਉਂਦਾ ਜੀ। ਉਹਦੀ ਜਿਹੜੀ ਪਹਿਲੀ ਰਿਕਾਰਡਿੰਗ ਹੈ ਨਾ, ਉਹ ਵੀ ਮੇਰੇ ਕਰਕੇ ਹੋਈ ਸੀ। ਮੇਰੀ ਚਿੱਠੀ ਉਹ ਆਪ ਕਹਿੰਦਾ ਸਟੇਜ ਤੇ ਵੀ ਮੇਰੀ ਚਿੱਠੀ ਤੁਹਾਡੇ ਘਰ ਹੋਈ ਸੀ। ਫਿਰ ਜਦੋਂ ਚਰਨਜੀਤ ਹੂਜਾ ਨੇ ਉਹਦੀ ਬਾਂਹ ਫੜਾਈ 1 ਜੁਲਾਈ 1989, ਉਹ ਰਾਤ ਦਾ ਮੈਨੂੰ ਅੱਜ ਵੀ ਯਾਦ ਆ। ਮੇਰਾ ਜਨਮ ਦਿਨ ਹੈ 1 ਜੁਲਾਈ ਨੂੰ। ਅੱਛਾ। ਤੇ ਮੈਂ ਥੋੜਾ ਜਿਹਾ ਖਾਧੀ ਪੀਤੀ ਸੀ, ਤੇ ਮੈਂ ਚਰਨਜੀਤ ਹੋਰਾਂ ਨੇ ਕਿਹਾ ਵੀਰੇ ਆਹ ਮੁੰਡਾ ਮੇਰਾ, ਇਹਨੂੰ ਇਹਦੀ ਹੈਲਪ ਕਰਨੀ। ਉਹ ਕਹਿੰਦਾ ਕੋਈ ਨਾ ਮਾਲ ਸਾਹਿਬ ਭੇਜ ਦਿਓ। ਮੈਂ ਹੁਣ ਵੀ ਚਰਨਜੀਤ ਕੋ ਰਹਿ ਕੇ ਆਇਆ, ਮੇਰਾ ਦੋਸਤ ਹੈ। ਅੱਛਾ। ਹਰਭਜਨ ਦੀ ਚਿੱਠੀ ਇੰਨੀ ਚਿੱਠੀ ਆਇਆ, ਉਹ ਤੋਂ ਬਾਅਦ ਉਹਨੂੰ ਪਿੱਛੇ ਮੁੜ ਕੇ ਨਹੀਂ ਦੇਖਿਆ। ਹਰਭਜਨ ਮਾਨ ਪਹਿਲਾ ਆਰਟਿਸਟ ਹੈ ਇੱਥੋਂ ਜਾ ਕੇ ਜਿਹੜਾ ਇੰਡੀਆ 'ਚ ਪੱਕੇ ਡੇਰੇ ਲਾ ਲੈ। ਉਹਦੀ ਅੱਜ ਵੀ ਮਾਰਕੀਟ ਹੈ। ਉਹ ਅੱਜ ਤੱਕ ਇਹ ਨਹੀਂ ਭੁੱਲਿਆ ਕਿ ਮੈਂ ਉਹਦੀ ਜ਼ਿੰਦਗੀ 'ਚ ਕੀ ਆ। ਮੇਰੀ ਹੁਣ ਬੇਟੀ ਦਾ 6 ਮਹੀਨੇ ਹੋਏ, ਵਿਆਹ ਸੀ ਨਵੰਬਰ 'ਚ ਜੀ, ਤੇ ਉਹਨੂੰ ਦੱਸ ਦਿੱਤਾ ਵੀ ਕਾਕੇ ਵਿਆਹ ਹੋਣਾ ਸੀ, ਉਹਨੂੰ ਕਾਕਾ ਕਹਿੰਦੇ। ਉਹਦੇ 2 ਪ੍ਰੋਗਰਾਮ ਕੈਂਸਲ ਕਰਕੇ ਉਹ ਇੱਥੇ ਆਇਆ। ਹੁਣ ਉਹ ਇਕੋਨਮੀ ਕਲਾਸ ਨਹੀਂ ਟਰੈਵਲ ਕਰਦਾ, ਉਹ ਵੱਡੀ ਕਲਾਸ ਟਰੈਵਲ ਕਰਦਾ ਜੀ। ਉਹ 2-4 ਲੱਖ 1.5-2 ਲੱਖ ਤੋਂ ਵੱਧ ਲੱਗਾ ਹੋਏਗਾ ਉਹਦਾ ਆਉਣ ਲਈ।
ਉਹ 2 ਦਿਨ ਰਹਿ ਕੇ ਜਦੋਂ ਆਨੰਦ ਕਾਰਜ ਹੋ ਗਏ ਜੀ ਕਹਿੰਦਾ ਵੀਰ ਜੀ ਮੈਂ ਹੁਣ ਜਾਣਾ। ਮੈਂ ਕੀ ਹੋਇਆ ਕਾਕੇ? ਕਹਿੰਦਾ ਮੇਰਾ ਕੱਲ ਨੂੰ ਪ੍ਰੋਗਰਾਮ ਹੈ ਸੁਲਤਾਨਪੁਰ ਲੋਧੀ, ਵਾਹ ਤੇ ਅੱਜ ਮੈਂ ਰਾਤ ਨੂੰ ਚੜ ਜਾਣਾ, ਸਵੇਰੇ ਪਹੁੰਚ ਜਾਣਾ ਤੇ ਰਾਤ ਨੂੰ ਉੱਥੇ ਪ੍ਰੋਗਰਾਮ ਹੈ। ਅੱਜ ਵੀ ਉਹਦੇ ਦਰਵਾਜ਼ੇ ਮੇਰੇ ਲਈ ਖੁੱਲੇ ਨੇ। ਉਹਨੂੰ ਪੂਛ ਨਹੀਂ ਲੱਗੀ। ਉਹ ਮੈਂ ਨਹੀਂ ਕਹਿੰਦਾ ਹਰਭਜਨ ਮਾਨ ਬਹੁਤ ਬਲੰਬਰੀ ਕਲਾਕਾਰ ਹੈ, ਪਰ ਉਹਨੇ ਬਾਪੂ ਪਾਰਸ ਤੋਂ ਇਹ ਗੁਣ ਸਿੱਖਿਆ ਕਿ ਗਵਈਏ ਤੋਂ ਤੁਸੀਂ 2 ਘੰਟੇ ਹੋ ਸਕਦੇ ਸਟੇਜ ਤੇ ਜੀ ਸਾਰੀ ਦਿਹਾੜੀ 'ਚ, ਬਾਕੀ ਟਾਈਮ ਤੁਸੀਂ ਕੀ ਹੋ। ਇੱਕ ਚੰਗੇ ਇਨਸਾਨ ਬਣਨਾ। ਉਹਨੇ ਗੁਰਮੰਤਰ ਆਪਣੇ ਉਸਤਾਦ ਤੋਂ ਲਿਆ। ਉਹਦੇ ਗ੍ਰੈਂਡਫਾਦਰ ਸੀ ਉਹਦੀ ਘਰ ਵਾਲੀ ਦੇ, ਜੀ ਬੜੇ ਨੇਕ ਬੰਦੇ ਸੀ। ਮੇਰੇ ਤੇ ਵੀ ਉਹਨਾਂ ਦਾ ਬੜਾ ਮਿਹਰ ਰਹੀ ਆ ਬਾਪੂ ਪਾਰਸ ਦੀ। ਜੀ ਸੋ ਜਦੋਂ ਤੁਹਾਡੀਆਂ ਇਹ ਕੀਮਤਾਂ ਹੋ ਜਾਂਦੀਆਂ ਕਿ ਪੈਸੇ ਨਾਲੋਂ ਪਹਿਲਾਂ ਇਨਸਾਨ ਨੇ, ਬਿਲਕੁਲ ਜੀ, ਉਹ ਹਰਭਜਨ ਮਾਨ ਹੈ। ਕੱਲਾ ਇੱਕ ਬੰਦੇ ਦੀ ਮੈਂ ਸਹੁੰ ਖਾ ਕੇ ਕਹਿ ਸਕਦਾ ਵੀ ਉਹ ਨਹੀਂ ਭੁੱਲਿਆ ਕਿ ਮੈਂ ਉਹਦੀ ਜ਼ਿੰਦਗੀ ਦਾ ਹਿੱਸਾ ਹਾਂ। ਸੋ ਇੱਕ ਗੱਲ ਹੋਰ ਆਪਣਾ ਇਕਬਾਲ ਜੀ, ਜਦੋਂ ਤੁਸੀਂ ਜਿੰਨੇ ਵੀ ਤੁਹਾਡੇ ਐਕਸਪੀਰੀਅੰਸ ਰਹੇ ਨੇ ਜਾਂ ਕਿਉਂਕਿ ਮੈਨੂੰ ਵੀ ਮੌਕਾ ਮਿਲਿਆ ਜਦੋਂ ਸਰਤਾਜ ਹੋਣਾ ਨੂੰ ਤੁਸੀਂ ਇੱਥੇ ਲਾਂਚ ਕਰਨਾ ਸੀ ਇੱਥੇ, ਤਾਂ ਉਦੋਂ ਤੁਹਾਡੀ ਬੇਸਮੈਂਟ ਦੇ ਥੱਲੇ ਸਾਰੇ ਉਹਨਾਂ ਦੇ ਸੰਜੀਂਦੇ ਜਿਹੜੇ ਆਪਣੇ ਸਾਰੇ ਹਾਂਜੀ ਘਰੇ ਰਹਿੰਦੇ ਸੀ। ਔਰ ਜਦੋਂ ਸਰਤਾਜ ਹੋਣਾ ਨੂੰ ਪਹਿਲੀ ਵਾਰੀ ਮਿਲਿਆ ਉਦੋਂ ਇੱਕ ਵੀਰੇ ਦੇ ਤੌਰ ਤੇ ਵੀ ਬਾਈ ਜੀ ਮੇਰਾ ਸ਼ੋਅ ਆ ਤੁਸੀਂ ਦੇਖਣ ਆਇਓ, ਜੋ ਪ੍ਰੋਗਰਾਮ ਹੈ ਸਾਡਾ ਸ਼ੋਅ ਹੈ ਨਾ। ਤਾਂ ਜਦੋਂ ਪ੍ਰੋਗਰਾਮ ਕਰਨ ਤੋਂ ਬਾਅਦ ਕੈਨੇਡਾ ਤੋਂ ਭਾਰਤ ਜਾਂਦੇ ਆ, ਭਾਰਤ ਤੋਂ ਬਾਅਦ ਫਿਰ ਇੱਥੇ, ਤਾਂ ਫਿਰ ਉਹਨਾਂ ਦੀ ਇੱਕ ਚਿਹਰਾ ਮੋਹਰਾ ਹੈ ਉਹ ਬਿਲਕੁਲ ਹੀ ਡਿਫਰੈਂਟ ਚੇਂਜ ਹੋ ਜਾਂਦਾ, ਜਿਹਨੂੰ ਪੰਜਾਬੀ ਕਹਿੰਦੇ ਹਵਾ ਬਦਲ ਜਾਂਦੀ ਜੀ ਬਿਲਕੁਲ। ਉਹ ਜਿਹੜਾ ਕਹਿੰਦਾ ਖੁਦਾ ਜਬ ਹੁਸਨ ਦੇਤਾ ਹੈ ਨਜ਼ਾਕਤ ਆ ਹੀ ਜਾਤੀ ਹੈ ਜੀ। ਜਦੋਂ 4 ਪੈਸੇ ਜਿਹੜਾ ਬੰਦੇ ਨੂੰ 10,000 ਨਹੀਂ ਤੇ ਉਹਨੂੰ ਲੱਖ ਮਿਲਦਾ, ਉਹ ਤੁਹਾਨੂੰ ਕਿਸੇ ਗੱਲ ਨਹੀਂ ਮਿਲ ਕੇ ਆਉਂਦਾ। ਜੀ ਜੀ ਜੀ, ਮੈਂ ਬਾਦਰ ਨਹੀਂ ਕਰਦਾ, ਮੈਂ ਕਿਸੇ ਨਾਲ ਗਿਲਾ ਸ਼ਿਕਵਾ ਵੀ ਨਹੀਂ ਕਰਦਾ। ਸੋ ਇੱਕ ਬ੍ਰੇਕ ਲੈ ਲਈਏ, ਬ੍ਰੇਕ ਤੋਂ ਬਾਅਦ ਆਪਾਂ ਫਿਰ ਦੁਬਾਰਾ ਕਰਦੇ ਹਾਂ। ਸ਼ੁਕਰੀਆ। ਬੇਲਸ਼ਵੁੱਡ ਹੋਂਡਾ ਵਿਨੀਪੈਗ ਤੁਹਾਡੇ ਲਈ ਲੈ ਕੇ ਆ ਰਹੇ ਨੇ ਕਈ ਵੱਡੇ ਬ੍ਰਾਂਡਸ ਦੇ ਨਵੇਂ ਵਹੀਕਲ। ਵਿਨੀਪੈਗ ਸਾਡੀ ਨੰਬਰ 1 ਦੀ ਡੀਲਰਸ਼ਿਪ ਹੈ। ਸਾਡੇ ਕੋਲ ਹੋਂਡਾ ਟੋਇਟਾ ਤੋਂ ਇਲਾਵਾ BMW ਆਡੀ ਵਰਗੇ ਬ੍ਰਾਂਡ ਵੀ ਨੇ। ਸੋਨੀਆ ਮਾਨ ਨਾਲ ਸੰਪਰਕ ਕਰੋ, ਉਹ ਤੁਹਾਨੂੰ ਦੇਣਗੇ ਰਾਏ ਕਿ ਕੀ ਹੈ ਤੁਹਾਡੇ ਲਈ ਸਹੀ। ਸਾਨੂੰ ਆ ਕੇ ਮਿਲੋ 1401 ਰੀਜਨ ਤੇ, ਅਸੀਂ ਤੁਹਾਨੂੰ ਬੈਸਟ ਡੀਲ ਦਵਾਂਗੇ। ਨਿਊ ਐਂਡ ਯੂਜ਼ਡ ਗੱਡੀਜ਼, ਹਿਊਜ ਇਨਵੈਂਟਰੀ। ਵਧੇਰੇ ਜਾਣਕਾਰੀ ਲਈ ਸੰਪਰਕ ਕਰੋ Preet TV wall mounting and networking. ਬ੍ਰੇਕ ਤੋਂ ਬਾਅਦ ਫਿਰ ਤੋਂ ਤੁਹਾਡਾ ਸਵਾਗਤ ਹੈ। ਮਾਫ ਕਰਨਾ, ਸਾਨੂੰ ਇੱਕ ਐਮਰਜੈਂਸੀ ਬ੍ਰੇਕ ਲੈਣੀ ਪਈ। ਉਹਦਾ ਕਾਰਨ ਇਹ ਸੀ ਕਿ ਥੋੜੀ ਜੀ ਤਕਨੀਕੀ ਖਰਾਬੀ ਸੀ, ਜਿਹਦੇ ਕਰਕੇ ਆਵਾਜ਼ ਜਿਹੜੀ ਆ ਬ੍ਰੇਕ ਹੋਣ ਲੱਗ ਗਈ ਸੀ। ਨਾਲ ਦੀ ਨਾਲ ਸਾਨੂੰ ਮੈਸੇਜ ਕਾਲ ਆਉਣੀ ਸ਼ੁਰੂ ਹੋ ਜਾਂਦੀ ਹੈ ਕਿ ਤੁਹਾਡਾ ਪ੍ਰੋਗਰਾਮ ਤਾਂ ਸਹੀ ਚੱਲ ਰਿਹਾ ਲੇਕਿਨ ਆਵਾਜ਼ ਨਹੀਂ ਆ ਰਹੀ। ਉਹਦੇ ਕਰਕੇ ਅਸੀਂ ਮਾਫੀ ਚਾਹੁੰਦੇ ਹਾਂ, ਖਿਮਾ ਦੀ ਜਾ ਚੱਕਾਂਗੇ। ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸਾਰੀਆਂ ਹੀ ਖਰਾਬੀਆਂ ਜੋ ਵੀ ਹੈ ਉਹ ਅਸੀਂ ਜਲਦੀ ਇਹਨੂੰ ਫਿਕਸ ਕਰਾਂਗੇ। ਔਰ ਜੇ ਤੁਸੀਂ ਵੀ ਚਾਹੁੰਦੇ ਹੋ ਕਿ ਹੋਰ ਇਸ ਨੂੰ ਅਸੀਂ ਪ੍ਰੋਗਰਾਮ ਨੂੰ ਇਸ ਟੀਵੀ ਦੇ ਥਰੂ ਚੱਲਣ ਵਾਲੇ ਪ੍ਰੋਗਰਾਮਸ ਨੂੰ ਹੋਰ ਅਸੀਂ ਵਧੀਆ ਨਿਖਾਰ ਸਕੀਏ, ਤਾਂ ਵੀ ਤੁਸੀਂ ਸਾਨੂੰ ਫੀਡਬੈਕ ਦਿਆ ਕਰੋ। ਸੋ ਸਟੂਡੀਓ ਦੇ ਵਿੱਚ ਇਕਬਾਲ ਮਾਹਲ ਜੀ ਦੇ ਨਾਲ ਗੱਲਬਾਤ ਚੱਲ ਰਹੀ ਹੈ। ਸੋ ਤੁਹਾਡਾ ਫਿਰ ਤੋਂ ਸਵਾਗਤ ਹੈ ਜੀ। ਥੈਂਕ ਯੂ ਜੀ, ਮਿਹਰਬਾਨੀ। ਆਪਾਂ ਗੱਲ ਕਰ ਰਹੇ ਸੀ ਕਿ ਬੰਦੇ ਦੀ ਹਵਾ ਬਦਲ ਜਾਂਦੀ ਹੈ ਔਰ ਇਹ ਦੁਨੀਆ ਦੀ ਰਵਾਇਤ ਹੈ ਜੀ। ਪਹਿਲਾਂ ਚੁੱਭਦਾ ਸੀ, ਹੁਣ ਕੁਝ ਨਹੀਂ ਚੁੱਭਦਾ। ਤੇ ਸਮਝ ਗਏ ਨਹੀਂ ਜੀ। ਮਾਲੀ ਦਾ ਕੰਮ ਫਲ ਫੁੱਲ ਲਾਣਾ ਤੇ ਬਾਕੀ ਮਾਲਕ ਦਾ ਕੰਮ। ਇਹ ਜਿਹੜੀ ਰਵਾਇਤ ਹੈ ਨਾ, ਇਹ ਚੁੱਭਦੀ ਹੈ। ਤੁਸੀਂ ਬੱਚਿਆਂ ਵਾਂਗੂ, ਮੇਰੇ ਜਿਹੜੇ ਸਜੰਦੇ ਜਦ ਵੀ ਇੰਡੀਆ ਤੋਂ ਆਉਂਦੇ ਨੇ, ਮੈਂ ਉਹਨਾਂ ਨਾਲ ਬਹਿ ਕੇ ਰੋਟੀ ਖਾਂਦਾ। ਜਿਹੜੀ ਮੈਂ ਸਬਜ਼ੀ ਖਾਂਦਾ ਉਹ ਮੈਂ ਨੌਕਰਾਂ ਵਾਂਗੂ ਨਹੀਂ ਰੱਖਿਆ ਜੀ। ਉਹ ਮੈਨੂੰ ਮੁੰਡੇ ਅੱਜ ਵੀ ਯਾਦ ਕਰਦੇ ਨੇ, ਚਾਹੇ ਉਹ ਜਗਜੀਤ ਸਿੰਘ ਦੇ ਸਾਜੀ ਸੀ, ਚਾਹੇ ਸਰਤਾਜ ਦੇ ਸਾਜੀ ਨੇ, ਚਾਹੇ ਜੋਗਾ ਸਿਸਟਰ ਦੇ ਜਿਹੜੇ ਤਬਲੇ ਵਾਲੇ ਸੀ, ਬੰਸਰੀ ਵਾਲੇ, ਤੇ ਦੇਰ ਇਨ ਟੱਚ ਵਿਦ ਮੀ। ਸੋ ਥੋੜਾ ਜਿਹਾ ਹੁਣ ਆਪਾਂ ਜਿਵੇਂ 2-3 ਜਿਹੜੇ ਤੁਹਾਡੇ 4 ਜਿਵੇਂ ਇੱਕ ਪਹਿਲੂ ਨੇ, 4 ਐਸਪੈਕਟ ਨੇ, ਉਹਨਾਂ ਤੇ ਆਪਾਂ ਗੱਲ ਕਰ ਰਹੇ ਹਾਂ। ਇੱਕ ਜਿਹੜਾ ਜੇ
ਉਸ ਪਹਿਲੂ ਤੇ ਆਪਾਂ ਨਾ ਉਹਨੂੰ ਛੂਵਾਂਗੇ ਤਾਂ ਸ਼ਾਇਦ ਇਹ ਵੀ ਕੋਈ ਨਹੀਂ ਜਿਹੜਾ ਮਰਜ਼ੀ ਛੋ ਲਓ, ਮੈਂ ਆਇਆ ਇਸ ਕੰਮ ਲੇਖਣੀ ਦੀ ਗੱਲ ਕਰਦਾ ਮੈਂ, ਲੇਖਣੀ ਦੀ। ਕਿਉਂਕਿ ਐਜ਼ ਏ ਲੇਖਕ ਵੀ ਤੁਹਾਡਾ ਇੱਕ ਚੰਗਾ ਨਾਮ ਬਣਿਆ ਹੋਇਆ। ਥੈਂਕ ਯੂ। ਔਰ ਦੂਜੀ ਗੱਲ ਇਹ ਹੈ ਕਿ ਵੀ ਤੁਹਾਡੀਆਂ ਜਿਹੜੀਆਂ ਕਵਿਤਾਵਾਂ ਨੇ ਔਰ ਇੱਕ ਡੌਗੀ, ਕਵਿਤਾਵਾਂ ਜਿਹੜੀਆਂ ਨੇ ਉਹ ਮੈਂ ਕਦੀ ਛਾਪੀਆਂ ਨਹੀਂ, ਮੈਨੂੰ ਆਪਣਾ ਮਿਆਰ ਪਤਾ ਕਿੱਡਾ ਕੁ ਵੱਡਾ ਜਾਂ ਛੋਟਾ, ਪਰ ਸਾਨੂੰ ਪਤਾ ਨਾ ਉਹ ਜਿਹੜੀਆਂ ਇੱਕ ਪਾਏਦਾਰ ਹੈ। ਕਵਿਤਾ ਬਾਰੇ ਮੈਂ ਕਵਿਤਾ ਮੈਂ ਲਿਖੀ ਕਾਲਜ ਦੇ ਨਾਲ, ਤੇ ਮੈਂ ਬੈਸਟ ਪੋਇਟ ਸੀ ਬੰਗਾ ਕਾਲਜ ਦਾ, ਪਰ ਮੈਨੂੰ ਕੋਈ ਐਡੀ ਜ਼ਿਆਦਾ ਇੱਥੇ ਆ ਗਿਆ ਕਈ ਵਾਰੀ ਸੁੱਝ ਜਾਂਦੀ ਗੱਲ, ਲਿਖ ਲੈਂਦਾ ਸੀ। ਫਿਰ ਜ਼ਿੰਦਗੀ ਇੰਨੀ ਹੁਣ ਤੁਸੀਂ ਸੋਚੋ ਜੀ, ਬੰਦਾ ਸਵੇਰੇ 5-5:30 ਵਜੇ ਉੱਠਦਾ, ਨਹਾ ਧੋ ਕੇ ਘਰੋਂ ਚਾਹ ਪਾਣੀ ਪੀ ਕੇ 6-6:30 ਨਿਕਲ ਜਾਂਦਾ, 6 ਵਜੇ ਨਿਕਲ ਜਾਂਦਾ ਜੀ, 6:30 ਪੌਣੇ 7 ਕੰਮ ਤੇ 7 ਤੋਂ 3:30 ਤਾਈਂ ਕੰਮ ਕਰਨਾ। ਮੈਂ ਕੀ ਲੈਣ 7 ਤੇ ਕਰਦਾ ਸੀ, ਤੇ ਉਹ ਤੋਂ ਬਾਅਦ ਘਰ ਆਉਂਦਾ ਨੂੰ 4-5 ਵੱਜ ਜਾਂਦੇ ਨੇ ਜੀ ਜੀ ਜੀ, ਟ੍ਰੈਫਿਕ ਹੋ ਜਾਂਦੀ। ਉਹ ਤੋਂ ਬਾਅਦ ਟੀਵੀ ਪ੍ਰੋਗਰਾਮ ਪਤਾ ਕਿੱਥੇ ਕਰਨਾ ਸੀ, ਉਹ ਚਿੰਨ ਰੇਡੀਓ ਦੇ ਉੱਥੇ ਪਹਿਲੀਆਂ 'ਚ, ਤੋ ਥੋੜੇ ਦਿਨ ਬਹੁਤ ਵੱਡੇ ਹੋ ਜਾਂਦੇ ਜੀ ਜੀ, ਹਫਾੜੇ ਦਫੜੀ ਭੱਜੋ ਕਰੋ। ਉਹ ਯੁੱਗ ਸੀ ਜਦੋਂ ਜਿੱਦਾਂ ਹੁਣ ਤਾਂ YouTube ਤੇ ਜਿਹੜਾ ਮਰਜ਼ੀ ਗਾਣਾ ਡਾਊਨਲੋਡ ਕਰੋ। ਸਾਡੇ ਵੇਲੇ ਤਾਂ ਅਸੀਂ ਜਦ ਕੋਈ ਆਰਟਿਸਟ ਆਉਂਦਾ ਸੀ, ਸਦੀਕ ਸਾਹਿਬ, ਬੀਬੀ ਸੁਰਿੰਦਰ ਕੌਰ, ਸਾਨੂੰ ਇੱਕੋ ਲਾਲਚ ਹੁੰਦਾ ਸੀ ਪ੍ਰਮੋਟ ਕਰਾਂਗੇ, ਸਾਨੂੰ 4 ਗਾਣੇ ਰਿਕਾਰਡ ਕਰ ਦੇ। ਮੈਂ ਕਹਿੰਦਾ ਕਿ ਜਿਹੜੀ ਸੁਰਿੰਦਰ ਬੀਜੀ ਦੀ ਰਿਕਾਰਡਿੰਗ ਹੈ, ਜਿੰਨੀ ਮੇਰੇ ਕੋਲ ਹੈ ਦੁਨੀਆ 'ਚ ਕਿਸੇ ਕੋਲ ਨਹੀਂ। ਵਾਹ ਵਾਹ, ਮਤਲਬ ਸਭ ਤੋਂ ਵੱਧ ਉਹਨਾਂ ਦੇ ਜਿਹੜੇ ਗਾਣੇ ਤੁਹਾਡੇ ਕੋਲ ਹੈ। ਮੇਰੇ ਕੋਲ ਕਾਰਨ ਉਹ ਜਦ ਵੀ ਉਹ ਇੱਥੇ ਆਉਂਦੇ ਸੀ, ਉਹ ਪਹਿਲਾਂ ਤਾਂ 79 'ਚ ਮੈਂ ਲੈ ਕੇ ਆਇਆ ਸੀ, ਫਿਰ 80 'ਚ ਹੋਰ ਕੋਈ ਲੈ ਕੇ ਆਇਆ, ਤੇ ਉਹ ਤੋਂ ਬਾਅਦ ਸਾਡਾ ਕੋਈ ਰਿਸ਼ਤਾ ਇਹੋ ਜਿਹਾ ਬਣ ਗਿਆ ਕਿ ਉਹ ਹਰ ਸਾਲ ਜਦ ਆਉਣਾ ਉਹਨਾਂ ਨੇ ਕਹਿਣਾ ਵੀ ਬੱਚਾ, ਉਹ ਨਿਊਯਾਰਕ ਉਹਨਾਂ ਦੀਆਂ ਬੇਟੀਆਂ ਸੀ, ਵੀ ਮੈਂ ਆਈ ਹਾਂ, ਇਹਦਾ ਮਤਲਬ ਸਿਗਨਲ ਸੀ ਵੀ ਕਾਕਾ ਪ੍ਰੋਗਰਾਮ ਲੱਭ ਦੇ। ਤੇ ਫਿਰ ਮੈਂ ਕਦੀ ਸ਼ਿਕਾਗੋ, ਜਿੱਥੇ ਵੀ ਮੇਰੀ ਪਹੁੰਚ ਸੀ, ਤੇ ਜੇ ਇੱਥੇ ਵੀ ਆਉਂਦੇ ਸੀ, ਕਿਸੇ ਦਾ ਵਿਆਹ ਸ਼ਾਦੀ ਹੈ ਜਾਂ ਕੋਈ ਗੁਰਦੁਆਰੇ ਵੀ ਮੈਂ ਲੈ ਜਾਣਾ, ਉਹਨਾਂ ਨੇ ਸ਼ਬਦ ਪੜ੍ਹੇ ਹੋਣੇ, ਤਾਂ ਉਹ ਬੜਾ ਵਧੀਆ ਸੀ। ਸੁਰਿੰਦਰ ਕੌਰ ਇੱਕ ਅਦੁੱਤੀ ਕਲਾਕਾਰ ਹੋਈ ਹੈ ਜੀ, ਜਿਹਨੇ ਬਾਤਰਤੀਬ ਕਲਾਸੀਕਲ ਮਿਊਜ਼ਿਕ ਸਿੱਖਿਆ। ਜੇ ਤੁਸੀਂ ਪੰਜਾਬੀ ਦੀ ਫੋਕ ਦੀ ਕਿਸੇ ਨੂੰ ਮਲਕਾ ਦਾ ਮੁਕਟ ਦਿੰਦੇ ਹੋ ਤਾਂ ਨੂਰ ਜਹਾਂ ਨਹੀਂ ਹੈ, ਸੁਰਿੰਦਰ ਕੌਰ ਹੈ। ਠੀਕ ਹੈ। ਉਹਦੀ ਜੋ ਦੇਣ ਹੈ ਭੈਣਾਂ ਦੀ ਜੀ, ਜਿਹੜੀ ਪਾਸ਼ੋ ਆਂਟੀ, ਉਹਦਾ ਇੱਕ ਸਰਟਨ ਸਟਾਈਲ ਸੀ, ਚੰਚਲ ਗਾਣੇ ਦਾ, ਉਹਦੀ ਆਵਾਜ਼ ਚੰਚਲਤਾ ਸੀ। ਸੁਰਿੰਦਰ ਕੌਰ ਤਾਂ ਜਿੰਨਾ ਵਧੀਆ ਸ਼ਿਵ ਗਾਇਆ, ਉਹਦੇ 2 ਰੂਪ ਨੇ, ਲੋਕੀ ਪੂਜਣ ਰੱਬ ਮੈਂ ਤੇਰਾ ਬਿਰੜਾ, ਤੇ ਜਦੋਂ ਕਹਿੰਦੇ ਸੀ ਮੈਨੂੰ ਹੀਰੇ ਹੀਰੇ ਆਖੇ ਮੁੰਡਾ ਲੰਬੜਾਂ ਦਾ, ਤੁਹਾਨੂੰ ਲੱਗਦਾ ਉਹ 55-60 ਸਾਲ ਦੀ ਬੇਬੇ ਨਹੀਂ, ਉਹ 18 ਸਾਲ ਦੀ ਕੁੜੀ ਬਣ ਜਾਂਦੀ ਸੀ। ਉਹਦੇ 'ਚ ਇੰਨੀ ਗੱਲ ਸੀ, ਔਰ ਬੜੀ ਜਾਦੂਈ ਆਵਾਜ਼ ਉਹਨਾਂ ਦੀ ਜਿਹੜੀ ਪੁਖਤਗੀ ਸੀ ਜੀ। ਅੱਛਾ, ਤੀਸਰਾ, ਲੋਕੀ ਕਹਿੰਦੇ ਨਾ ਵੀ ਕੱਪੜੇ ਪਾਉਣ ਨਾਲ ਆਰਟਿਸਟ ਨਹੀਂ ਬਣਦਾ, ਜਿਹੜਾ ਗਵਈਆ ਹੈ ਉਹ ਰਿਆਜ਼ ਨਾ ਕਰੇ ਤਾਂ ਪਿੱਛੇ ਪੈ ਜਾਂਦਾ। ਉਹ ਜਿੰਨਾ ਚਿਰ ਘਰ ਰਹਿੰਦੇ ਉਹਨਾਂ ਨੇ ਉੱਠਣਾ, ਬਰਸ਼ ਕਰਕੇ, ਅੱਛਾ ਬੱਚੇ ਚਾਹ ਲਿਆ, ਮੈਂ ਚਾਹ ਲੈਣੀ, ਵਾਜਾ ਰੱਖਦੇ, ਉਹਨਾਂ ਨੇ 1.5-2 ਘੰਟੇ ਫਿਰ ਜੋ ਵੀ ਉਹਨਾਂ ਦਾ ਸੀਗਾ ਉਹ ਰਿਆਜ਼ ਕਰਦੇ ਸੀ। ਆ ਜਿਹੜਾ 14 ਤਰੀਕ 2006 'ਚ ਉਹ ਸਾਤੋਂ ਟੀਵੀ ਵਿਛੋੜਾ ਲੈ ਗਏ, ਮੈਨੂੰ ਆਪਣਾ ਬੱਚਾ ਜਾਂ ਪੁੱਤਰ ਕਹਿੰਦੇ ਸੀ, ਤੇ ਕਈਆਂ ਨੂੰ ਇਹ ਨਹੀਂ ਸੀ ਪਚਦਾ। ਉਹਨਾਂ ਤੋਂ ਵੀ ਕੋਈ ਪੈਸੇ ਦੀ ਰਿਸ਼ਤਾ ਨਹੀਂ ਸੀ, ਮੁਹੱਬਤ ਦਾ ਰਿਸ਼ਤਾ। ਸੋ ਪਹਿਲੀ ਵਾਰੀ ਸੁਰਿੰਦਰ ਕੌਰ ਜੀ ਨੂੰ ਵੀ ਤੁਸੀਂ ਲੈ ਕੇ ਆਏ ਸੀ? ਨਹੀਂ ਜੀ, ਉਹ ਪਹਿਲਾਂ ਆ ਚੁੱਕੇ ਸੀ। ਮੈਂ ਤਾਂ ਮੈਂ ਦੇਖਣ ਹੀ ਨਹੀਂ ਸੀ ਗਿਆ। ਅੱਛਾ ਅੱਛਾ, ਹਾਂ। ਮੇਰਾ ਉਹਨਾਂ ਨਾਲ 28 ਵਰੇ ਰਿਸ਼ਤਾ ਰਿਹਾ। ਜਦੋਂ ਉਹਨਾਂ ਦੀ ਡੈਥ ਹੋਈ ਆ, ਉਹ ਮੰਗਲਵਾਰ ਨੂੰ ਪੂਰੇ ਹੋਏ, ਮੈਂ ਉਸ ਵੀਕਐਂਡ ਤੇ ਫਰਾਈਡੇ, ਸੈਟਰਡੇ, ਸੰਡੇ 3 ਦਿਨ ਉਹਨਾਂ ਦੇ ਕੋਲ ਹਸਪਤਾਲ ਰਹਿ ਕੇ ਆਇਆ। ਤੇ ਮੈਂ ਐਤਵਾਰ ਨੂੰ ਵਾਪਸ ਆ ਗਿਆ, ਮੈਂ ਕੰਮ ਤੇ ਸੋਮਵਾਰ ਜਾਣਾ ਸੀ ਜੀ ਜੀ। ਤੇ ਮੈਂ ਮੰਗਲਵਾਰ ਫੋਨ ਕੀਤਾ, ਕਹਿੰਦੀ ਮਾਮਾ ਡਾਈਟ 10 ਮਿੰਟ ਹੋ ਗਏ, ਪੂਰੇ ਹੋ ਗਏ। ਵਾਹ। ਸੋ ਸਮੇਂ ਦੀ ਨਜ਼ਾਕਤ ਹੁੰਦੀ ਹੈ, ਔਰ ਸਾਡੇ ਕੋਲ ਸਿਰਫ 3 ਮਿੰਟ ਬਾਕੀ ਨੇ। ਅੱਛਾ, ਤੁਸੀਂ ਕਿਤਾਬ ਤੇ ਕੁਝ ਕਹਿਣਾ ਚਾਹੁੰਦੇ? ਮੈਂ ਚਾਹੁੰਦਾ ਸੀ ਕਿ ਵੀ ਇੱਕ ਡੌਗੀ ਟੇਲ ਨਾਮ ਦਾ ਤੁਸੀਂ। ਡੌਗੀ ਟੇਲ ਤਾਂ ਅੱਜ ਦੀ ਗੱਲ ਹੈ, ਉਹ ਤੋਂ ਪਹਿਲਾਂ ਸੁਰਾਂ ਦੇ ਸੁਦਾਗਰ ਹੈ ਬੇਟੇ। ਸੁਰਾਂ ਦੇ ਸੁਦਾਗਰ, ਹਾਂਜੀ। ਮੈਂ ਉਹੀ ਡੌਗੀ ਟੇਲ ਤਾਂ ਕਿਉਂਕਿ ਉਹ ਚਰਚਾ 'ਚ ਰਿਹਾ। ਮੈਂ ਚਰਚਾ ਦੀ ਵੀ ਗੱਲ ਕਰਦਾ ਜੀ। ਡੌਗੀ ਟੇਲ ਸੀ ਰੇਖਾ ਚਿੱਤਰਾਂ ਦੀ ਕਿਤਾਬ ਸੀ, ਜਿਹਦਾ ਬਲਵੰਤ ਗਾਰਗੀ ਉਹਨਾਂ ਨੇ ਲਿਖੇ ਨੇ, ਤੇ ਮੈਂ ਉਹਨਾਂ ਬਾਰੇ ਲਿਖਿਆ ਜਿਨ੍ਹਾਂ ਨਾਲ ਮੈਂ ਕੰਮ ਕੀਤਾ। ਮੈਂ ਨੂਰ ਜਹਾਂ ਨੂੰ ਵੀ ਪਰਸਨਲੀ ਜਾਣਾ, ਇੱਕ ਵਾਰੀ ਨਹੀਂ 3-4 ਵਾਰੀ ਮੈਂ ਉਹਨਾਂ ਕੋਲ, ਮੇਰੇ ਨਾਲ ਬੈਠਦੇ ਸੀ। ਮਹਿਦੀ ਹਸਨ ਸਾਹਿਬ, ਬੀਬੀ ਸੁਰਿੰਦਰ ਕੌਰ, ਪ੍ਰਕਾਸ਼ ਕੌਰ, ਰਮਤਾ ਜੀ, ਜੱਗਾ ਮੇਰੇ ਘਰ 2.5-3 ਮਹੀਨੇ ਰਹਿ ਕੇ ਗਿਆ, ਬੜਾ ਵਧੀਆ ਬੰਦਾ ਸੀ। ਜੱਗਾ ਜੀ, ਰਮਤਾ ਜੀ, ਰੇਸ਼ਮਾ, ਐਸ ਮਹਿੰਦਰ ਜੀ। ਹੁਣ ਐਸ ਮਹਿੰਦਰ ਜੀ ਉਹ ਸ਼ਖਸ ਨੇ ਜਿਹੜੇ ਕਿ ਉਹਨਾਂ ਨੇ 100 ਤੋਂ ਵੱਧ ਹਿੰਦੀ ਫਿਲਮਾਂ 'ਚ, ਮੇਰੇ ਖਿਆਲ ਉਹਨਾਂ ਨੇ 40-50 ਪੰਜਾਬੀ ਫਿਲਮਾਂ ਦਿੱਤਾ ਜੀ। ਉਹਨਾਂ ਦੀ ਮਸ਼ਹੂਰ ਸੀ ਨਾਨਕ ਨਾਮ ਜਹਾਜ਼, ਉਹਦੇ ਮਿਊਜ਼ਿਕ ਡਾਇਰੈਕਟਰ ਸੀ। ਉਹਨਾਂ ਨੇ ਉੱਥੋਂ ਉਹਨਾਂ ਨੂੰ ਰਾਸ਼ਟਰਪਤੀ ਅਵਾਰਡ ਵੀ ਮਿਲਿਆ ਸੀ, ਉਸ ਗੁਰਬਾਣੀ ਦੀ ਫਿਲਮ ਜਿਹੜੀ ਸਾਡੀ ਬਣੀ ਸੀ ਜੀ।
ਉਹਨਾਂ ਨਾਲ ਮੇਰਾ ਬਹੁਤ ਪ੍ਰੇਮ ਸੀ। ਹੀ 95 ਸਾਲ ਦੇ ਨੇ, ਮੈਂ ਹੁਣ ਵੀ ਉਹਨਾਂ ਨੂੰ ਮਿਲ ਕੇ ਆਇਆ ਸੀ ਬੰਬੇ ਜਾ ਕੇ। ਤੋ ਇਹ ਸੁਪਰ ਬੰਦੇ ਸੀ, ਇਹਨਾਂ ਦੀ ਸੰਗਤ 'ਚ ਬੜਾ ਕੁਝ ਸਿੱਖਿਆ, ਇਹਨਾਂ ਬਾਰੇ ਮੈਂ ਲਿਖਿਆ। ਹੁਣ ਮੈਂ ਤੁਹਾਨੂੰ ਅੱਜ ਇੱਕ ਖਾਸ ਗੱਲ ਦੱਸਣ ਜੀ ਜੀ। ਜੇ ਮੈਂ ਤੁਹਾਨੂੰ ਕਹਾਂ ਤੁਹਾਨੂੰ ਵਿਸ਼ਵਾਸ ਨਹੀਂ ਹੋਣਾ। ਐਸ ਮਹਿੰਦਰ ਜੀ ਬੜੇ ਹੈਂਡਸਮ ਸਰਦਾਰ ਸੀ, ਦਾ ਮਤਲਬ ਲੰਮਾ 6 ਫੁੱਟ 1 ਇੰਚ ਕੱਦ, ਬਹੁਤ ਵਧੀਆ ਜੀ। ਤੇ ਇਹਨਾਂ ਦੀ ਮਧੂਬਾਲਾ ਨਾਲ ਦੋਸਤੀ ਸੀ। ਉਧਰੋਂ ਦਲੀਪ ਸਾਹਿਬ ਨਾਲ ਜਦ ਅਣਬਣ ਹੋਈ ਆ ਤਾਂ ਉਹਨੇ ਇਹਨਾਂ ਨੂੰ ਕਿਹਾ ਕਿ ਮਹਿੰਦਰ ਜੀ ਆਈ ਵਾਂਟ ਟੂ ਮੈਰੀ ਯੂ। ਤੁਸੀਂ ਕਦੀ ਗੱਲ ਸੁਣੀ? ਨਹੀਂ। ਮੇਰੇ ਸਾਹਮਣੇ ਪਾਪਾ ਜੀ ਨੇ ਕੀਤੀ। ਅੱਛਾ। ਤੇ ਇਹ ਕਹਿੰਦਾ ਮੈਂ ਵਿਆਹਿਆ, ਮੇਰੇ 2 ਬੱਚੇ ਨੇ, ਇੱਕ ਮੁੰਡਾ ਕੁੜੀ ਸੀ, ਹੁਣ ਤੋਂ ਬਾਅਦ ਤਾਂ 4 ਹੋ ਗਏ ਜੀ। ਇਹ ਉਹ ਵੇਲਾ ਸੀ ਜਦੋਂ ਪਿਆਸਾ ਫਿਲਮ ਬਣੀ ਸੀ। ਅੱਛਾ। ਤੇ ਉਹਨੇ ਨਾ ਬੈਗ 'ਚ 2 ਲੱਖ ਰੁਪਈਆ ਲਿਆਂਦਾ, ਕਹਿੰਦੀ ਆਪਣੀ ਘਰ ਵਾਲੀ ਨੂੰ ਦੇ ਦਿਓ, ਉਹਨੂੰ ਪੰਜਾਬ ਘੱਲ ਦਿਓ। ਉਹ ਕਹਿੰਦਾ ਯਾਰ ਮੇਰੇ ਨਾਲ ਉਹ ਬੜੀ ਵਫਾਦਾਰ ਰਹੀ ਆ, ਮੈਂ ਉਹਨੂੰ ਛੱਡ ਨਹੀਂ ਸਕਦਾ ਜੀ। ਪਰ ਉਹਨੇ ਜਦੋਂ ਇਹ ਗੱਲ ਕਹੀ ਉਹਨਾਂ ਦੀ ਅੱਖਾਂ 'ਚ ਪਾਣੀ ਆ ਗਿਆ। ਬਹੁਤ ਫਰਿਸ਼ਤਾ ਬੰਦੇ ਨੇ ਜੀ। ਮਤਲਬ ਮੈਂ ਉਹਨੂੰ ਕਿਹਾ ਸੀ ਮੈਂ ਜਿੰਨਾ ਚਿਰ ਜਿਉਂਦੇ ਮੈਂ ਗੱਲ ਨਹੀਂ ਕਰਾਂਗਾ। ਮੈਂ ਕਿਤਾਬ 'ਚ ਮਾੜਾ ਜਿਹਾ ਜ਼ਿਕਰ ਕੀਤਾ। ਸੁਰਿੰਦਰ ਕੌਰ ਦਾ ਤਾਂ ਉਹਦਾ ਤੁਸੀਂ ਟਾਈਟਲ ਹੀ ਬੜੇ ਫਨੀ ਜਿਹੇ ਸੀ, ਲੇਖਾ ਮਾਵਾਂ ਧੀਆਂ ਦਾ। ਉਹ ਤਾਂ ਪੜ੍ਹੋ, ਕਿਤਾਬ ਪੜ੍ਹਨ ਦਾ ਸ਼ੌਕ। ਜੀ ਜੀ ਜੀ। ਜਿਹੜਾ ਤੁਸੀਂ ਬ੍ਰੌਡਕਾਸਟ ਹੈ ਤਾਂ ਤੁਹਾਡੇ ਲਈ ਤਾਂ ਉਹ ਇੱਕ ਐਨਸਾਈਕਲੋਪੀਡੀਆ ਹੈ ਗਾਣੋਂ ਬਾਰੇ। ਮੈਂ ਉਸ ਕਿਤਾਬ ਦਾ ਬੜਾ ਮਾਣ, ਉਹਦੀ ਚਰਚਾ ਵੀ ਬੜੀ ਹੋਈ, ਸਿਲਾਈ ਵੀ ਗਈ। ਹੁਣ ਤੁਸੀਂ ਕਹਿੰਦੇ ਡੌਗੀ ਟੇਲ ਨਾ, ਡੌਗੀ ਟੇਲ ਹੈ ਇੱਕ ਨਾਵਲ ਹੈ ਤੁਹਾਡੇ ਸ਼ਹਿਰ ਦਾ ਜੀ। ਉੱਥੇ ਇੱਕ ਬੰਦਾ ਰਹਿੰਦਾ, ਇੱਕ ਛੜਾ, ਤੇ ਉਹਦੇ ਕੋਲ ਛੜਾ ਜਿਹੜੇ ਮੇਰੀ ਉਮਰ ਦੇ ਨਾ ਸਾਰੇ 60-65 ਦੇ ਉੱਪਰ, ਉਹ ਇਕੱਠੇ ਹੋ ਜਾਂਦੇ। ਜਿਹੜੀਆਂ ਔਰਤਾਂ ਨੇ ਉਹ ਆੜੇ ਹੁਣ ਤਾਂ ਮੇਲਾ ਮਾਵਾਂ ਧੀਆਂ ਦਾ ਹੋ ਗਿਆ, ਪਹਿਲਾਂ ਧੀਆਂ ਦਾ ਮੇਲਾ ਕਹਿੰਦੇ। ਉਹ ਵੇਖਣ ਗਏ ਤੇ ਬੰਦੇ ਆਪਸੀ ਦਾਰੂ ਪੀ ਕੇ ਬਾਰਬੀਕਿਊ ਕਰ ਰਹੇ ਨੇ, ਆਪਣੀ ਲੰਡਰਪਣਾ ਕਰ ਰਹੇ। ਤੇ ਉਹਦੇ 'ਚ ਉਹ ਇੱਕ ਉਹਨਾਂ ਦਾ ਰਾਈਟਰ ਹੁੰਦਾ, ਉਹ ਕਹਿੰਦਾ ਯਾਰ ਕੋਈ ਇਦਾਂ ਦੀ ਬਚਪਨ ਦੀ ਕੋਈ ਪ੍ਰੇਮ ਕਹਾਣੀ ਦੱਸੋ। ਤੋ ਸੰਗਦਾ ਇੱਕ ਬੰਦਾ ਦੱਸਦਾ, ਫਿਰ ਦੂਜਾ ਦੱਸਦਾ, ਤੀਜਾ ਦੱਸਦਾ ਜੀ। ਸੱਚੀ ਤਾਂ ਗੱਲ ਹੈ, ਸਾਡੇ ਸਾਰਿਆਂ 'ਚ ਕੁਝ ਨਾ ਕੁਝ ਵਾਪਰਿਆ। ਬਿਲਕੁਲ। ਅਸੀਂ ਗੱਲ ਕਰਨੋਂ ਝਿਜਕਦੇ ਹਾਂ। ਸਾਡੀਆਂ ਉਹ ਮੁਹੱਬਤਾਂ ਅਸਫਲ ਸੀਆਂ, ਅਸੀਂ ਜਿਨ੍ਹਾਂ ਨਾਲ ਮਾੜੀ ਮੋਟੀ ਹੈਲੋ ਹੋਲੀ ਦੇਖ ਕੇ ਸਮਾਈਲ ਕਰਕੇ ਸਰ ਜਾਂਦਾ ਸੀ, ਉਹ ਸਾਡੀਆਂ ਘਰ ਵਾਲੀਆਂ ਨਹੀਂ ਬਣੀਆਂ ਜੀ। ਸਮਝੇ ਕਿ ਨਹੀਂ? ਤਾਂ ਉਹ ਇੱਕ ਵਿਅੰਗਮਈ ਜੀ ਗੱਲ ਸੀ। ਉਹਦੇ 'ਚ ਹੁਣ ਤੁਸੀਂ ਮੇਰੇ ਤੋਂ ਛੋਟੇ ਹੋ, ਮੇਰੇ ਬੱਚਿਆਂ ਵਰਗੇ, ਤੁਹਾਡਾ ਬੋਲਣ ਦਾ ਅੰਦਾਜ਼ ਤੁਸੀਂ ਮੈਨੂੰ ਵੱਡਾ ਕਰਕੇ ਕਰੋਗੇ। ਪਰ ਜੇ ਤੁਸੀਂ ਮੇਰੇ ਹਮ ਉਮਰ ਹੋ, ਤੁਹਾਡਾ ਅੰਦਾਜ਼ ਵੱਖਰਾ ਹੋਏਗਾ। ਤੁਸੀਂ ਮੈਨੂੰ ਤੂੰ ਵੀ ਕਹਿ ਸਕਦੇ ਹੋ, ਮੈਨੂੰ ਕੋਈ ਫੈਂਸ ਨਹੀਂ ਜੀ। ਉਹ ਇੱਕ ਦੂਜੇ ਨਾਲ ਜਦ ਗੱਲਾਂ ਕਰਦੇ, ਇੱਕ ਦੂਜੇ ਦੀ ਲੱਤ ਵੀ ਖਿੱਚਦੇ ਨੇ। ਤੇ ਕਈਆਂ ਨੂੰ ਕਈ ਗੱਲਾਂ ਅਸੀਂ ਕਰਨੋਂ ਸੰਗਦੇ ਹਾਂ, ਮੈਂ ਨਹੀਂ ਸੰਗਦਾ। ਵਲਗੈਰਿਟੀ ਨਹੀਂ ਹੋਣੀ ਚਾਹੀਦੀ ਜੀ। ਖੁੱਲੀ ਗੱਲ ਤੇ ਵਲਗੈਰਿਟੀ ਬਹੁਤ ਅੰਤਰ ਹੈ। ਬਿਲਕੁਲ ਠੀਕ। ਤੁਹਾਡੀ ਸੋਚ ਤੇ ਡਿਪੈਂਡ ਕਰਦਾ ਤੁਸੀਂ ਕੀ ਕਰਦੇ ਹੋ। ਉਹ ਵੀ ਬੜੀ ਚਰਚਾ ਦਾ, ਕਈਆਂ ਨੇ ਤਾਂ ਬਹੁਤ ਪਸੰਦ ਕੀਤਾ। ਖਾਸ ਕਰਕੇ ਮੈਨੂੰ ਦੱਸਦਿਆਂ ਬੜੀ ਖੁਸ਼ੀ ਹੋ ਰਹੀ ਹੈ ਕਿ ਜਿਹੜੀ ਪ੍ਰਸ਼ੰਸਾ ਮਿਲੀ ਉਹ 90% ਲੇਡੀਜ਼ ਨੇ ਕਿਹਾ ਵੀ ਇਕਬਾਲ ਸਾਨੂੰ ਨਹੀਂ ਸੀ ਪਤਾ ਤੂੰ ਔਰਤ ਬਾਰੇ ਇੰਨਾ ਕੁਝ ਜਾਣਦਾ। ਅੱਛਾ। ਇਟਸ ਅ ਕੰਪਲੀਮੈਂਟ। ਜੀ ਜੀ, ਇਟਸ ਟਰੂ। ਮੈਨੂੰ ਇਹ ਮੈਨੂੰ ਸੰਗ ਨਹੀਂ, ਮੈਂ ਆਪਣੀ ਦਾਦੀ ਨੂੰ ਬਹੁਤ ਪਿਆਰ ਕੀਤਾ। ਮੇਰੀ ਪਹਿਲੀ ਮੁਹੱਬਤ ਮੇਰੀ ਦਾਦੀ ਸੀ। ਮੈਂ 11 ਵਰੇ ਉਸਨੇ ਆਪਣੇ ਕਮਲੇ ਮੈਨੂੰ, ਆਪਣੇ ਪਹਿਲਾਂ ਬੱਚਾ ਸੀ ਨਾਲ ਸਵਾਉਂਦੀ ਰਹੀ, ਫਿਰ ਕਹਿੰਦੀ ਪੁੱਤ ਹੁਣ ਵੱਡਾ ਹੋ ਗਿਆ, ਗੋਡੇ ਬਹੁਤ ਮਾਰਦਾ। ਉਹਦੇ ਕਮਰੇ 'ਚ ਪਲੰਘ ਢਾ ਕੇ ਮੈਂ 8ਵੀਂ ਦੇ ਸੌਂਦਾ ਰਿਹਾ। ਤੋ ਤੁਸੀਂ ਮਾਂ ਨੂੰ ਵੀ ਪਿਆਰ ਕਰ ਸਕਦੇ ਹੋ। ਪਿਆਰ ਦੀ ਭਾਸ਼ਾ ਸਿਰਫ ਉਹ ਔਰਤ ਮਰਦ ਦੇ ਰਿਸ਼ਤੇ ਦੀ ਨਹੀਂ ਹੈ। ਤੇ ਉਹ ਫਿਰ ਇਹ ਕਿਉਂਕਿ ਵਿਸ਼ਾ ਹੀ ਸੀ, ਬੰਦੇ ਨੇ ਲਿਖਣਾ ਸੀ, ਉਹ ਹਰ ਬੰਦਾ ਆਪਣੇ ਆਪਣੇ ਮੁਹੱਬਤ ਦੇ ਐਕਸਪੀਰੀਅੰਸ ਇਸ ਨਾਵਲ ਸਾਂਝੇ ਕਰਦਾ ਜੀ। ਬਸ। ਸੋ ਅੱਜ ਤਾਂ ਸਾਡਾ ਜਿਹੜਾ ਸਮਾਂ ਹੈ ਬਿਲਕੁਲ ਚਰਮ ਸੀਮਾ ਤੇ ਪਹੁੰਚ ਚੁੱਕਿਆ ਕਿ ਬਿਲਕੁਲ ਸਮਾਂ ਹਾਂਜੀ ਕੋਈ ਨਹੀਂ, ਪ੍ਰੋਗਰਾਮ ਦੀ ਸਮਾਪਤੀ ਫੇਰ ਆ ਜਾਾਂਗੇ ਕਿਸੇ ਆਉਣ ਵਾਲੇ ਦਿਨਾਂ ਦੇ ਵਿੱਚ। ਹੋਰ ਅਸੀਂ ਤੁਹਾਨੂੰ ਸੱਦਾ ਪੱਤਰ ਦੇਵਾਂਗੇ। ਮੈਂ ਇੱਥੋਂ ਬਾਹਲੀ ਦੂਰ ਨਹੀਂ ਰਹਿੰਦਾ, ਮੈਨੂੰ 5-7 ਮਿੰਟ ਲੱਗਦੇ ਨੇ। ਤੁਸੀਂ ਜਿੱਦਣ ਕਹੋ ਫੇਰ ਆ ਜਾਾਂਗਾ। ਮੈਂ ਤਾਂ ਵਿਹਲਾ ਰਿਟਾਇਰ ਹੋਇਆ। ਪਰ ਸਾਡੇ ਲਈ ਤਾਂ ਇੱਕ ਹੀਰੇ ਦੇ ਤੌਰ ਤੇ ਨਾ, ਵੀ ਤਾਂ ਕਿ ਅਸੀਂ ਦਰਸ਼ਕਾਂ ਨੂੰ ਦਿਖਾ ਸਕੀਏ ਕਿ ਆਹ ਲੋਕ ਹੁੰਦੇ ਨੇ ਜਿਨ੍ਹਾਂ ਨੇ ਮਿਹਨਤਾਂ ਕਰਕੇ ਕੈਨੇਡਾ ਦੇ ਵਿੱਚ ਤਰੱਕੀਆਂ ਕੀਤੀਆਂ ਔਰ ਪੰਜਾਬੀ ਭਾਸ਼ਾ ਦਾ, ਪੰਜਾਬੀ ਸੱਭਿਆਚਾਰ ਦਾ ਨਾਮ ਰੌਸ਼ਨ ਕੀਤਾ। ਦਰਅਸਲ ਇਹ ਹੈ ਕਿ ਕੋਈ ਤੁਸੀਂ ਨਾ ਦਿਲੋਂ ਕੰਮ ਕਰਦੇ ਹੋ। ਮੈਂ ਇਹਨੂੰ ਇਬਾਦਤ ਸਮਝਦਾ ਜੀ। ਮੈਂ ਉਹ ਮੱਥਾ ਐਂ ਜੀ ਉਹ ਨਹੀਂ ਹੈ। ਮੇਰੇ ਦਿਲ ਅੰਦਰ ਪੰਜਾਬੀ ਬੋਲੀ ਲਈ ਹਮਦਰਦੀ ਹੈ। ਔਰ ਮੈਂ ਜਾਣ ਤੋਂ ਪਹਿਲਾਂ 1-2 ਗੱਲਾਂ ਦੱਸਣੀ ਚਾਹੁੰਦਾ ਜੀ ਕਿ ਐਤਕੀ ਮਾਂ ਬੋਲੀ ਦਿਵਸ ਮੈਂ ਪਾਕਿਸਤਾਨ 'ਚ ਮਨਾ ਕੇ ਆਇਆ। ਉੱਥੇ ਮੇਰਾ 6ਵਾਂ ਕਿ 7ਵਾਂ ਗੇੜਾ ਹੈ ਜੀ। ਮੈਂ ਉੱਥੇ ਪਿਛਲੇ ਸਾਲਾਂ 'ਚ ਵੀ ਆਉਂਦਾ। 2016 'ਚ ਉਹਨਾਂ ਨੇ ਮੈਨੂੰ ਸੱਦਿਆ। ਉੱਥੇ ਦੀ ਪੰਜਾਬ ਸਰਕਾਰ ਵੱਲੋਂ ਆਈ ਵਾਜ਼ ਆਨਰਡ। ਮੈਨੂੰ ਉਹਨਾਂ ਨੇ ਸਤਿਕਾਰ ਦਿੱਤਾ ਤੇ 1 ਲੱਖ ਰੁਪਈਆ ਵੀ ਦਿੱਤਾ। ਵਾਹ ਵਾਹ ਵਾਹ।
ਮੈਂ ਕਿਹਾ ਇਹ ਕਾਹਦੇ ਲਈ ਦੇ ਰਹੇ? ਕਹਿੰਦੇ ਨਹੀਂ ਤੂੰ ਬੋਲੀ ਲਈ ਬੜਾ ਕੁਝ ਕੀਤਾ। ਉੱਥੇ ਬਾਬਾ ਨਜਮੀ, ਇਦਾਂ ਦੇ ਸ਼ੌਕਤ ਅਲੀ ਸਾਹਿਬ ਵਰਗੇ ਬੰਦੇ ਨੇ ਜੀ। ਤੇ ਐਤਕੀ ਮੈਂ ਉਹਨਾਂ ਦੀ ਮਾਰਚ ਕੀਤਾ, 3-4 ਹਜ਼ਾਰ ਦਾ ਹਜੂਮ ਸੀ ਤੇ ਮੈਂ ਵੀ ਉਹਨਾਂ ਨਾਲ ਬੈਨਰ ਲੈ ਕੇ ਘੁੰਮਿਆ, ਬੜਾ ਸਵਾਦ ਆਇਆ ਜੀ। ਦੇਖੋ ਆਪਾਂ ਸਾਰਿਆਂ ਨੂੰ ਢਿੱਡ ਲੱਗੇ ਨੇ, ਰੋਟੀ ਦਾ ਮਸਲਾ ਪਹਿਲਾਂ ਹੱਲ ਕਰੋ ਤਾਂ ਕਿ ਤੁਹਾਨੂੰ ਲੋਕਾਂ ਦੇ ਹੱਥਾਂ ਵਾਲਾ ਨਾ ਝਾਕਣਾ ਪਵੇ। ਸਕਿੱਲ ਅਕਵਾਇਰ ਕਰੋ। ਜੇ ਤੁਸੀਂ ਦੇਖੋ ਜਿਹੜੇ ਬੰਦੇ ਪਹਿਲਾਂ ਵੈਲਡਿੰਗ ਬੜੀ ਪਪੂਲਰ ਸੀ, ਜਿਹੜੇ ਮਸ਼ੀਨਿਸਟ ਟੂਲ ਐਂਡ ਦਾ ਕੰਮ ਜਾਣਦੇ ਨੇ, ਉਹ ਕਦੀ ਭੁੱਖੇ ਮਰ ਸਕਦੇ? ਰੋਟੀ ਦਾ ਮਸਲਾ ਹੱਲ ਹੋ ਜਾਏ, ਨਾਲ ਭੁੱਖਾਂ ਇਸ਼ਕ ਲਿੱਸਾ ਹੁਸਨ ਮੰਦਾ ਪੈ ਗਿਆ, ਭੁੱਖ ਮਟਾਈਏ ਜਾਂ ਇਸ਼ਕ ਦੇ ਗੀਤ ਗਾਈਏ ਸਾਥੀਓ। ਸਿੱਧਾ ਜਿਹਾ ਪੇਟ ਨਾ ਪਾਈਆਂ ਰੋਟੀਆਂ, ਸਭੇ ਗੱਲਾਂ ਖੋਟੀਆਂ। ਬਹੁਤ ਅੱਛਾ, ਬਹੁਤ ਅੱਛਾ। ਮੇਰਾ ਵਿਚਾਰ ਹੈ। ਬਾਕੀ ਤੁਸੀਂ ਜੋ ਨਵੀਂ ਪੀੜ੍ਹੀ ਕਰਦੇ, ਮੈਂ ਤੁਹਾਨੂੰ ਬਹੁਤ ਬਹੁਤ ਸ਼ੁਭੇਛਾਵਾਂ ਦਿੰਦਾ। ਤੁਸੀਂ ਮਿਹਨਤ ਤੇ ਲਗਨਾ ਕਰੋ। ਜਿਹੜੀ ਗੱਲ ਨਹੀਂ ਸਮਝ ਆਉਂਦੀ ਉਹਨੂੰ ਡਿਕਸ਼ਨਰੀ 'ਚ ਦੇਖ ਲਓ। ਬਹੁਤ ਸ਼ੁਕਰੀਆ। ਭਾਸ਼ਾ ਦਾ ਫਲੋ ਠੀਕ ਹੋਣਾ ਚਾਹੀਦਾ, ਸਤਿਕਾਰ ਹੋਣਾ ਚਾਹੀਦਾ ਜੀ। ਤੇ ਮੈਂ ਤਾਂ ਇੰਨਾ ਕੁਝ ਕਹਿ ਸਕਾਂ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਮੈਨੂੰ ਕੰਪਲੀਮੈਂਟ ਵੀ ਦਿੱਤਾ ਔਰ ਇੱਕ ਆਸ਼ੀਰਵਾਦ ਵੀ ਦਿੱਤਾ ਕਿ ਵਧੀਆ ਕੰਮ ਕਰ ਸਕੀ। ਕਾਕਾ ਜੇ ਚੰਗਾ ਨਾ ਹੁੰਦਾ ਮੈਂ ਨਹੀਂ ਸੀ ਕਹਿਣਾ। ਇਹ ਵੀ ਇੱਕ ਸੱਚਾਈ ਹੈ। ਹਾਂ, ਮੈਂ ਇੱਕ ਹੁੰਦਾ ਨਾ ਵਾਹ ਵਾਹ, ਤੇ ਮੈਨੂੰ ਕਹਿੰਦੇ ਯਾਰ ਬਸਰਾ ਕਹੇ ਵਾਹ ਵਾਹ, ਮੈਂ ਕਿਹਾ ਆ ਨਾਲ ਦਾ ਕਹਿੰਦਾ ਸੀ। ਅੱਛਾ, ਸਮਝੇ ਕਿ ਨਹੀਂ? ਹੁਣ ਮੇਰੀ ਜਿਹੜੀ ਨਵੀਂ ਪੀੜ੍ਹੀ ਹੈ ਉਹਨਾਂ ਨੂੰ ਇਹ ਬੇਨਤੀ ਹੈ, ਬੱਚਿਓ ਇਹ ਹੁਣ ਵਤਨ ਤੁਹਾਡਾ ਹੈ। ਜਿਹੜੇ ਇੱਥੇ ਬੱਚੇ ਪੜ੍ਹਨ ਵੀ ਆਏ ਨੇ, ਅਸੀਂ ਬੜੀ ਮਿਹਨਤ ਨਾਲ ਗੋਰਿਆਂ ਦੇ ਮਨਾਂ 'ਚ ਸਾਡੀ ਕਮਿਊਨਿਟੀ ਦਾ ਸਤਿਕਾਰ ਪੈਦਾ ਕੀਤਾ ਜੀ ਜੀ। ਤੇ ਰੱਬ ਦਾ ਵਾਸਤਾ ਇਹ ਸਤਿਕਾਰ ਬਰਕਰਾਰ ਰੱਖੋ। ਜਿਹੜੇ ਨੌਜਵਾਨ ਅੱਜ ਕੱਲ੍ਹ ਪੁੱਠੀਆਂ ਸਿੱਧੀਆਂ ਗੱਲਾਂ ਸੁਣ ਰਹੇ ਹੋ, ਇਹ ਤੋਂ ਗੁਰੇਜ਼ ਕਰੋ। ਇਹ ਸਾਡਾ ਅਕਸ ਨੂੰ ਠੇਸ ਲੱਗੇਗੀ। ਤੇ ਮੇਰੀ ਤੇ ਇੱਕੋ ਬੇਨਤੀ ਹੈ ਜੀ, ਮੈਂ ਬੇਨਤੀ ਕਰਨ ਜੋਗਾ ਮੈਂ ਕੋਈ ਸੋਟਾ ਮਾਰਨ ਵਾਲਿਆਂ 'ਚ ਨਹੀਂ। ਬਹੁਤ ਬਹੁਤ ਸ਼ੁਕਰੀਆ ਤੁਹਾਡਾ। ਸੋ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਇੱਕ ਖਾਸ ਟੌਪਿਕ ਤੇ ਗੱਲ ਕਰਾਂਗੇ। ਸੋ ਦਰਸ਼ਕੋ ਹਾਲੇ ਰਹਿ ਗਏ ਕੋਈ? ਬਿਲਕੁਲ ਬਹੁਤ ਕੁਛ ਹੈ ਬਾਕੀ ਵਾਲੇ। ਸੋ ਦਰਸ਼ਕੋ ਤੁਹਾਡਾ ਵੀ ਬਹੁਤ ਬਹੁਤ ਸ਼ੁਕਰੀਆ। ਔਰ ਅੱਜ ਅਸੀਂ ਮਾਫੀ ਚਾਹੁੰਦੇ ਹਾਂ ਇੱਕ ਦੋ ਜਿਹੜੀਆਂ ਟੈਕਨੀਕਲ ਖਰਾਬੀਆਂ ਹੋਈਆਂ ਉਹਦੇ ਲਈ, ਔਰ ਸਮਾਂ 5-4 ਮਿੰਟ ਉੱਪਰ ਚਲਾ ਗਿਆ, ਉਹਦੇ ਲਈ ਵੀ ਅਸੀਂ ਖਿਮਾ ਦੇ ਜਾਚਕ ਹਾਂ। ਆਉਣ ਵਾਲੇ ਦਿਨਾਂ ਦੇ ਵਿੱਚ ਫਿਰ ਨਵਾਂ ਮਹਿਮਾਨ, ਨਵੇਂ ਵਿਸ਼ੇ ਦੇ ਨਾਲ ਰੂਬਰੂ ਹੋਵਾਂਗੇ। ਤਦ ਤੱਕ ਲਈ ਸ਼ੁਕਰੀਆ। ਹੱਸਦੇ ਰਹੋ, ਵਸਦੇ ਰਹੋ, ਘਰਾਂ 'ਚ ਰਹੋ। ਸ਼ਬਾ ਖੈਰ। ਜਿਹੜੀਆਂ ਗਲਤੀਆਂ ਮੇਰੀ ਵਜ੍ਹਾ